प्यार ते सत्कार सिख चैनल देख रहा संगतां नूं वाहिगुरू जी का खालसा वाहिगुरू जी की फतेह। अज तुहानूं एक नौजवान दे नाल मिलाउण जा रहे हैं कि उहदा नाम हैगा सरदार हरप्रीत सिंह जी विक्की दिओल ते इहदा पिंड हैगा वा सुल्तानपुर लोधी जो गुरुआं दी पवित्र धरती है। उस पिंड दा उस नौजवान है उहदे नाल असीं तुहानूं गलबात करदे हां कि किस तरह उन्हें जिहड़ा वा अपना शरीर सांभिया होया है ते उहदे नाल असीं गलबात करदे हां कि वह किहड़ी कसरत करके दुनिया दे विच जिहड़ा अपना रिकॉर्ड बना चुका है। आओ वो आपां उहदे नाल गलबात करदे हां। प्यार ते सत्कार सिख चैनल देख रहा संगतां नूं वाहिगुरू जी का खालसा वाहिगुरू जी फतेह। अज असीं पहुंचे हाँ सुल्तानपुर लोधी जो गुरु की नगरी है। गुरु नानक साहब जी इत्थे कई चेर इत्थे रहे, उन्होंने भगती की ते अज असीं तुहानूं मिलाउण जा रहे हैं हरप्रीत सिंह पिंड सुल्तानपुर लोधी का जो गूठियां दे पहाड़ दे नाल डंड बैठकां करदा है। उसने बहुत अपना नामना खट्टिया, बहुत उन्हें अवार्ड लए ते असीं उन्हां नाल असीं गलबात तुहाडी दिखावांगे
ਤੇ ਸਭ ਤੋਂ ਪਹਿਲਾਂ ਮੈਂ ਹਰਪ੍ਰੀਤ ਸਿੰਘ ਵਿੱਕੀ ਦਿਓਲ ਉਹਨਾਂ ਦੀ ਮੰਮੀ ਜੀ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਪੁੱਤਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਦੇਖੋ ਤੁਹਾਡੇ ਪੁੱਤਰ ਨੇ ਬਹੁਤ ਵੱਡੇ ਵੱਡੇ ਮਾਰ ਕੇ ਮਾਰੇ। ਦੇਖੋ ਆਪਾਂ ਜਦੋਂ ਕੋਈ ਨੌਜਵਾਨ ਡੰਡ ਬੈਠ ਕੇ ਕੱਢਦਾ ਤੇ ਉਹ ਪੂਰਾ ਹੱਥ ਰੱਖ ਕੇ ਫਿਰ ਬੜੇ ਜ਼ੋਰ ਦੇ ਨਾਲ ਜਿਹੜੀ ਆ ਉਹ ਡੰਡ ਬੈਠ ਕਰ ਸਕਦਾ। ਜੇ ਅੰਗੂਠੇ ਨਾਲ ਕਰਦਾ ਉਹ ਤੇ ਅੰਗੂਠੇ ਨਾਲ ਕੋਈ ਜਿਹੜਾ ਵਾ ਨੌਜਵਾਨ ਜਿਹੜਾ ਵਾ ਉਹ ਕਰ ਸਕਦਾ। ਤੇ ਤੁਹਾਡੇ ਬੱਚੇ ਨੇ ਬਹੁਤ ਵੱਡੇ ਮਾਰ ਕੇ ਮਾਰੇ ਆ। ਤੁਸੀਂ ਆਪਣੇ ਹਰਪ੍ਰੀਤ ਸਿੰਘ ਵਿੱਕੀ ਦਿਓਲ ਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਬੇਟੇ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਗਰਵ ਦੀ ਗੱਲ ਆ ਜਿਹੜੇ ਜਿਨ੍ਹਾਂ ਮਾਵਾਂ ਦੇ ਬੱਚੇ ਮਤਲਬ ਕੋਈ ਵੀ ਮਾਰਕਾ ਮਾਰਦੇ ਆ ਉਹਨਾਂ ਲਈ ਗਰਵ ਦੀ ਗੱਲ ਆ, ਇਹਦੇ 'ਚ ਕੋਈ ਸ਼ੱਕ ਹੈ ਹੀ ਨਹੀਂ। ਔਰ ਮੈਂ ਮਾਣ ਕਰਦੀ ਹਾਂ ਕਿ ਮੇਰਾ ਬੱਚਾ ਬਹੁਤ ਲਾਇਕ ਆ, ਨਸ਼ਿਆਂ ਤੋਂ ਪਰੇ ਆ, ਆਗਿਆਕਾਰ ਆ ਮੇਰੇ ਕਹਿਣੇ 'ਚ ਆ ਤੇ ਮੈਨੂੰ ਬਹੁਤ ਮਾਣ ਆ। ਮੈਂ ਬੇਹੱਦ ਖੁਸ਼ ਹਾਂ ਉਹਦੀ ਇਹ ਸਭ ਕੰਮ ਤੇ ਜੋ ਵੀ ਉਹ ਕਰ ਰਿਹਾ। ਮੈਂ ਉਹਨੂੰ ਹੱਲਾਸ਼ੇਰੀ ਦਿੱਤੀ ਆ ਵੀ ਹਾਂ ਤੁਸੀਂ ਅੱਗੇ ਵਧੋ। ਕਾਮਯਾਬੀ ਪਰਮਾਤਮਾ ਦਿੰਦਾ ਜਦੋਂ ਆਪਾਂ ਯਤਨ ਕਰਦੇ ਹਾਂ ਤੇ ਉਹ ਮੁਕਾਮ ਮਾਲਕ ਨੇ ਉਹਨੂੰ ਦੇਤਾ ਤੇ ਆਈ ਐਮ ਪ੍ਰਾਊਡ ਆਫ ਮਾਈ ਸਨ। ਤੁਹਾਡੇ ਕਿੰਨੇ ਬੱਚੇ ਆ ਜੀ? ਮੇਰੇ 2 ਬੱਚੇ ਆ ਜੀ, ਇੱਕ ਇਹ ਬੇਟਾ, ਉਹਦੀ ਛੋਟੀ ਬੇਟੀ ਆ, ਉਹ ਸ਼ਾਦੀशुदा, ਉਹਦੇ ਹਸਬੈਂਡ ਆਰਮੀ 'ਚ ਕਰਨਲ ਨੇ ਤੇ ਇਹ ਆ ਤੇ ਇਹ ਮੇਰੀ ਨੂੰਹ ਆ, ਇਹ ਵੀ ਜੌਬ ਕਰਦੇ ਆ ਇੰਪਰੂਵਮੈਂਟ ਟਰਸਟ 'ਚ। ਬਸ ਦੋਨੋਂ ਬੱਚੇ ਆ ਔਰ ਦੋਨਾਂ ਤੇ ਮੈਨੂੰ ਬੜਾ ਗਰਵ ਆ। ਮੈਂ ਬਹੁਤ ਕਿਸਮਤ ਵਾਲੀ ਆ ਜਿਹਨੂੰ ਇੰਨੀ ਲਾਇਕ ਅਕਾਲ ਪੁਰਖ ਨੇ ਔਲਾਦ ਦਿੱਤੀ ਆ। ਤੇ ਵਿੱਕੀ ਦਿਓਲ ਨੇ ਪੜ੍ਹਾਈ ਜਿਹੜੀ ਆ ਪ੍ਰਾਇਮਰੀ ਪੜ੍ਹਾਈ ਪਹਿਲਾਂ ਕਿੱਥੇ ਕੀਤੀ, ਬਾਅਦ 'ਚ ਕਿੱਥੇ ਪੜ੍ਹਿਆ? ਪ੍ਰਾਇਮਰੀ ਪੜ੍ਹਾਈ ਦੇ ਵਿੱਚ ਇਹਦੀ ਮੈਂ ਹੀ ਟੀਚਰ ਹਾਂ। ਹਾਂਜੀ ਮੈਂ ਟੀਚਰ ਰਹੀ ਹਾਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਮੇਰੇ ਕੋਲ ਪੜ੍ਹਿਆ। ਮੈਂ ਮਿਡਲ ਸਕੂਲ 'ਚ ਸੀ, ਉੱਥੇ ਵੀ ਪੜ੍ਹਦਾ ਰਿਹਾ ਤੇ ਖੇਡਦਾ ਵੀ ਰਿਹਾ ਸ਼ੁਰੂ ਤੋਂ ਬਹੁਤ। ਖੋ ਕਬੱਡੀ ਹਰ ਇੱਕ 'ਚ ਪਾਰਟੀਸਪੇਟ ਕਰਦਾ ਸੀ। ਖੋ ਦੀ ਰਨਿੰਗ ਇੰਨੀ ਫਾਸਟ ਸੀ ਇਹਦੀ ਬਈ ਜਿਹੜੀ ਮਤਲਬ 3 ਜਾਂਦੇ ਆ ਖਿਡਾਰੀ ਉਹ ਪਹਿਲਾਂ 7 ਮਿੰਟ ਇਕੱਲੇ ਨੇ ਕੱਢਤਾ ਸੀ, ਜਿਹੜਾ ਕਿ 9 ਖਿਡਾਰੀਆਂ ਨੇ 7 ਮਿੰਟ ਕੱਢਣੇ ਹੁੰਦੇ ਨੇ ਜਾਂ 5-7 ਜਿੰਨੇ, ਪਰ ਇਕੱਲੇ ਨੇ 7 ਮਿੰਟ ਕੱਢੇ ਸੀ ਔਰ ਲੋਕਾਂ ਨੇ ਤਾਹਾਂ ਚੱਕ ਲਿਆ ਸੀ ਇਹ ਵੀ ਵਾਹ ਵੈਲ ਡਨ ਹੋਣ ਲੱਗੀ ਸੀ। ਸੋ ਇਹਨੂੰ ਸ਼ੌਕ ਤਾਂ ਖੇਡਣ ਦਾ ਸ਼ੁਰੂ ਤੋਂ ਹੀ ਆ ਤੇ ਇਸ ਤਰ੍ਹਾਂ ਟਰਨ ਬਾਈ ਟਰਨ ਫਿਰ ਜਦੋਂ ਇਹ 19 ਸਾਲ ਦਾ ਹੋਇਆ ਉਹ ਕਿ ਮੈਂ ਕਰਾਟੇ ਸਿੱਖਾਂ, ਜਿੱਦਾਂ ਵੀ ਮੈਂ ਕਰਾਟੇ ਕਰਾਂ, ਮੇਰੇ 'ਚ ਇੰਨੀ ਕੁ ਪਾਵਰ ਆ ਜਾਵੇ, ਮੇਰੇ ਸਾਹਮਣੇ ਕਿਸੇ ਨਾਲ ਧੱਕਾ ਹੁੰਦਾ ਹੋਵੇ ਤਾਂ ਮੈਂ ਉਹਨੂੰ ਸਪੋਰਟ ਕਰ ਸਕਾਂ। ਵੀ ਇਹ ਨਾ ਕਿ ਮੈਂ ਆਪ ਹੀ ਨਾ ਉਨੇ ਜੋਗਾ ਹੋਵਾਂ ਕਿ ਮੈਂ ਆਪਣੀ ਡਿਫੈਂਸ ਕਰ ਸਕਾਂ, ਬਲਕਿ ਕਿਸੇ ਹੋਰ ਦੀ ਵੀ ਮੈਂ ਮਦਦ ਕਰ ਸਕਾਂ। ਇਹਦੇ ਮਨ 'ਚ ਪ੍ਰੇਰਨਾ ਬਹੁਤ ਜ਼ਿਆਦਾ ਹੁੰਦੀ ਸੀ। ਇਹਨੇ ਮੈਨੂੰ ਕਹਿਣਾ ਮੰਮੀ ਮੈਂ ਕਰਾਟੇ ਸਿੱਖਣੇ ਸ਼ੁਰੂ ਕਰਨੇ ਆ। ਮੈਂ ਕਹਿਣਾ ਬੇਟੇ ਸਿੱਖ ਲਈ। ਉਹ ਕਿੱਥੇ ਸਿਖਾਉਣਗੇ? ਚਲੋ ਗੁੱਡ ਲੱਕ, ਸੁਲਤਾਨਪੁਰ ਦੇ ਵਿੱਚ ਹੀ ਕੋਈ ਕਰਾਟੇ ਸਿਖਾਉਣ ਵਾਲੇ ਆ ਗਏ। ਉਹਨਾਂ ਨੇ ਬਿਜਲੀ ਘਰ ਦੇ ਵਿੱਚ ਸਟਾਰਟ ਕੀਤਾ। ਇਹਨੂੰ ਪਤਾ ਲੱਗਿਆ, ਮੈਨੂੰ ਕਹਿੰਦਾ ਮੰਮੀ ਉੱਥੇ ਆਏ ਆ ਨਵੀਨ ਸਰ ਤੇ ਮੈਂ ਸਿੱਖਣਾ। ਮੈਂ ਕਿਹਾ ਹਾਂ ਬੇਟੇ ਜ਼ਰੂਰ ਸਿੱਖੋ, ਤੇਰਾ ਸੁਪਨਾ ਪੂਰਾ ਕਰ। ਔਰ ਇਹਨੇ ਜਦੋਂ ਸਟਾਰਟ ਕੀਤੀ ਫਿਰ ਇਹਨੇ ਬ੍ਰੇਕ ਨਹੀਂ ਲਾਈ। ਇਹ ਸਾਰੇ ਟਰਨ ਬਾਈ ਟਰਨ ਸਰਟੀਫਿਕੇਟ ਲੈਂਦਾ ਰਿਹਾ, ਵਾਈਟ ਬੈਲਟ, ਜੈਲੋ ਬੈਲਟ ਜੋ ਵੀ ਹੈ ਤੇ ਬਲੈਕ ਬੈਲਟ ਤੱਕ ਇਹਨੇ ਜਦੋਜਹਿਦ ਕੀਤੀ। ਔਰ ਇੰਨਾ ਮਤਲਬ ਇਹਦਾ ਵਿਅਕਤੀਤਵ ਵਧੀਆ ਸੀ ਕਾਲਜ ਟਾਈਮ ਦੇ ਵਿੱਚ, ਜਦੋਂ ਕਿ ਮੁੰਡਿਆਂ ਦੇ ਸ਼ਰਾਰਤਾਂ ਦੀ ਸਟੇਜ ਹੁੰਦੀ ਆ। ਮੈਂ ਸਮਝਦੀ ਹਾਂ ਉਦੋਂ ਇਹ ਕਾਲਜ ਦੀਆਂ ਲੜਕੀਆਂ ਨੂੰ ਪ੍ਰੋਟੈਕਟ ਕਰਦਾ ਸੀ। ਮਤਲਬ ਜਦੋਂ ਵੀ ਕੋਈ ਲੜਕੇ, ਤੁਹਾਨੂੰ ਪਤਾ ਹੀ ਆ ਵੀ ਕਾਲਜਾਂ 'ਚ ਕਈ ਵਾਰੀ ਸ਼ਰਾਰਤੀ ਕਿਸਮ ਦੇ ਵੀ ਬੱਚੇ ਹੁੰਦੇ ਨੇ, ਪਰ ਉਹਨਾਂ ਬੱਚਿਆਂ ਨੇ ਇਹ ਕਹਿਣਾ, ਕੁੜੀਆਂ ਨੇ ਕਹਿਣਾ ਵੀ ਜੇ ਵਿੱਕੀ ਉੱਥੇ ਖੜਾ ਵਾ ਤਾਂ ਕੋਈ ਮੁੰਡਾ ਕਿਸੇ ਕੁੜੀ ਨੂੰ ਮਤਲਬ ਕਮੈਂਟਸ ਦੇ ਕੇ ਨਹੀਂ ਜਾ ਸਕਦਾ, ਕਿਉਂਕਿ ਉਹਨੇ ਇਹ ਬਰਦਾਸ਼ਤ ਨਹੀਂ ਕਰਨਾ। ਤੇ ਹੁੰਦਾ ਵੀ ਇਦਾਂ ਹੀ ਸੀ। ਉਹਨਾਂ ਨੂੰ ਵੀ ਦਹਿਸ਼ਤ ਸੀ ਬਲੈਕ ਬੈਲਟ ਕਰਾਟੇ ਆ ਬਈ ਇਹਦੀ ਬਾਡੀ ਜਾਨ ਆ, ਇਹ ਤਾਂ ਇੱਕ ਮੁੱਕੀ ਮਾਰ ਕੇ ਦੂਜੇ ਪਾਸੇ ਕਰ ਦਿੰਦਾ। ਇੰਪ੍ਰੈਸ਼ਨ ਤਾਂ ਸੀ ਤੇ ਉਹ ਵਧੀਆ ਸੀ। ਮੈਂ ਸੁਣਨ ਨੂੰ ਜੋ ਵੀ ਮਿਲਦਾ ਸੀ, ਮੇਰੀਆਂ ਭਾਣਜੀਆਂ ਵੀ ਪੜ੍ਹਦੀਆਂ ਸੀ, ਉਹਨਾਂ ਨੇ ਵੀ ਕਹਿਣਾ ਵੀ ਮਾਸੀ ਜੀ ਸਾਨੂੰ ਵੀਰ ਜੀ ਤੇ ਅਸੀਂ ਪ੍ਰਾਊਡ ਆਫ ਸਾਡੇ ਬ੍ਰਦਰ ਤੇ ਵੀ ਇੰਨਾ ਮਾਣ ਆ ਕਿ ਅਸੀਂ ਕਿਤੇ ਵੀ ਜਾਂਦੀਆਂ ਹੋਈਏ ਜੇ ਵੀਰ ਜੀ ਦੇ ਸਪੈਣੇ ਖੜੇ ਸਾਹਮਣੇ ਅਸੀਂ ਕਹਿਣਾ ਆਰਾਮ ਨਾਲ ਜਾਓ, ਕੋਈ ਨਹੀਂ ਕੁਛ ਕਹਿ ਸਕਦਾ ਵੀ ਜਾਣੀ ਇੰਨਾ। ਤੇ ਮੈਂ ਵੀ ਬਹੁਤ ਖੁਸ਼ ਆ ਇਸ ਗੱਲ ਤੇ ਕਿ ਆਪਾਂ ਨੂੰ ਵਧੀਆ ਸੋਚ ਦੇ ਮਾਲਕ ਹੋਣਾ ਚਾਹੀਦਾ। ਆਪਾਂ ਆਪਣੇ ਗੁਰੂਆਂ ਪੀਰਾਂ ਨੇ ਵੀ ਤਾਂ ਮਜਲੂਮਾਂ ਦੀ ਰਾਖੀ ਕੀਤੀ ਆ ਤੇ ਆਪਣੇ ਰਗਾਂ ਦੇ ਵਿੱਚ ਵੀ ਤਾਂ ਖੂਨ ਉਹਨਾਂ ਦੀ ਪ੍ਰੇਰਨਾ ਦਾ ਹੀ ਆ। ਇਸ ਕਰਕੇ ਬਹੁਤ ਵਧੀਆ ਲੱਗਦਾ। ਉਹ ਦੁਆਵਾਂ ਮੇਰੀਆਂ, ਮੇਰੀ ਸਪੋਰਟ ਹਮੇਸ਼ਾ ਇਹਦੇ ਨਾਲ ਰਹੀ ਤੇ ਇਹਦੀ ਆਪ ਦੀ ਮਿਹਨਤ ਜਿਹਦੀ ਬਦੌਲਤ ਅੱਜ ਇਹਨੇ ਮੁਕਾਮ ਹਾਸਿਲ ਕੀਤਾ। ਮੈਂ ਬਹੁਤ ਖੁਸ਼ ਹਾਂ। ਇਹਨਾਂ ਦਾ ਬਚਪਨ ਦਾ ਜਿਹੜਾ ਸੁਭਾਅ ਸੀ ਉਹ ਕਿੱਦਾਂ ਦਾ ਸੀਗਾ? ਫਿਰ ਵਿਆਹ ਤੋਂ ਜਿਹੜਾ ਪਹਿਲਾਂ ਸੁਭਾਅ ਸੀ ਉਹ ਕਿੱਦਾਂ ਦਾ ਸੀ? ਵਿਆਹ ਕਰਾ ਕੇ ਸੁਭਾਅ ਦਾ ਕਿੱਦਾਂ ਦਾ ਜੀ? ਦੇਖੋ ਜੀ ਇਹਦਾ ਬਚਪਨ 'ਚ ਸੁਭਾਅ ਬਹੁਤ ਜ਼ਿਆਦਾ ਵਧੀਆ ਸੀ। ਵਧੀਆ ਛੱਡ ਕੇ ਵੀ ਇਹ ਇੰਨਾ ਹੀ ਜ਼ਿਆਦਾ ਮੇਰਾ ਵੀ ਕਲੋਜ਼ ਸੀਗਾ ਵੀ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੈਂ ਕਿਤੇ ਜਾ ਕੇ ਰਾਤ ਵੀ ਰਵਾਂ।
ਜੇ ਕਿਤੇ ਮੈਨੂੰ ਕਿਸੇ ਰਿਸ਼ਤੇਦਾਰੀ 'ਚ ਮਜਬੂਰੀ ਬਸ ਰਾਤ ਨੂੰ ਰਹਿਣ ਦਾ ਮੌਕਾ ਮਿਲਣਾ ਇਹਨੂੰ ਛੱਡ ਕੇ, ਤਾਂ ਇਹਨੇ ਸਾਰੀ ਰਾਤ ਰੋਂਦੇ ਰਹਿਣਾ ਵੀ ਤੁਸੀਂ ਸਵੇਰੇ ਮੈਨੂੰ ਛੱਡ ਕੇ ਚਲੇ ਜਾਣਾ। ਹੱਦ ਤੋਂ ਵੱਧ ਮੇਰੇ ਨਾਲ ਜੁੜਿਆ ਹੋਇਆ ਸੀ ਬਚਪਨ ਤੋਂ ਹੀ। ਲੇਕਿਨ ਫਿਰ ਮੁੜ ਕੇ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਮੈਨੂੰ ਬਹੁਤ ਵਧੀਆ ਨੂੰਹ ਮਿਲੀ ਆ। ਆਈ ਐਮ ਪ੍ਰਾਊਡ ਆਫ ਮਾਈ ਡਾਟਰ ਇਨ ਲਾ। ਬਈ ਇਹੋ ਜਿਹੀ ਨੌਬਤ ਹੀ ਨਹੀਂ ਆਈ ਕਿ ਇਹਦੇ ਵਿਅਕਤੀਤਵ ਵਿੱਚ ਕੋਈ ਤਬਦੀਲੀ ਆਈ ਹੋਵੇ। ਤੇ ਵਰਕੇ ਸਗਾਂ ਜੇ ਉਹਦੀ ਥੋੜੀ ਬਹੁਤੀ ਲਾਪਰਵਾਹੀ ਹੋਣੀ ਤਾਂ ਇਹਨੇ ਕਹਿਣਾ ਤੁਹਾਡਾ ਨੂੰਹ ਸੱਸ ਦਾ ਏਕਾ ਵਾ, ਜਿਹੜੀ ਕਿ ਦੁਨੀਆ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਸਾਲ ਬਹੁਤ ਘੱਟ ਮਿਲਦੀ ਆ। ਵੀ ਕੋਈ ਗੱਲ ਦੀ ਵੀ ਜੇ ਚਲੋ ਬੱਚੇ ਨੇ ਕਿਸੇ ਵੇਲੇ ਕੋਈ ਲਾਪਰਵਾਹੀ ਵੀ ਕਰ ਲੈਣੀ। ਹੁਣ ਮਾਵਾਂ ਦੀ ਡਿਊਟੀ ਤਾਂ ਹੁੰਦੀ ਹੋਈ ਆ, ਬੱਚੇ ਕੇਅਰਲੈਸ ਹੋਣ ਆਪਣੇ ਕੰਮ ਤੋਂ ਥੋੜੇ ਬਹੁਤੇ ਤਾਂ ਟੋਕਦੇ ਨੇ ਬੱਚਿਆਂ ਨੂੰ, ਕਈ ਵਾਰੀ ਠੀਕ ਵੀ ਨਹੀਂ ਲੱਗਦਾ। ਪਰ ਚਲੋ ਮੈਂ ਇਹਨੂੰ ਕਹਿੰਦੀ ਸੀ ਬੇਟੇ ਟਾਈਮ ਨੂੰ ਵੇਸਟ ਨਹੀਂ ਕਰਨਾ, ਟਾਈਮ ਨੂੰ ਸਹੀ ਥਾਂ ਲਾਓ। ਆਪਣੀ ਪ੍ਰੈਕਟਿਸ ਲਈ ਵੀ ਬਾਹਰ ਜਾਂਦਾ ਸੀ, ਜੇ ਕਿਤੇ ਮੈਨੂੰ ਨਹੀਂ ਸੀ ਦੱਸਦਾ, ਮੈਨੂੰ ਹੁੰਦਾ ਸੀਗਾ ਵੀ ਪਤਾ ਨਹੀਂ ਉੱਦਾਂ ਹੀ ਘੁੰਮਦਾ ਫਿਰਦਾ ਹੀ ਨਾ ਕਿਤੇ ਹੋਵੇ ਦਿਮਾਗ 'ਚ ਵੀ ਬੇਟੇ ਤੂੰ ਕਿੱਥੇ ਗਿਆ ਸੀ, ਤੂੰ ਘੁੰਮਦਾ ਤਾਂ ਨਹੀਂ। ਬਿਲਕੁਲ ਨਹੀਂ ਟਾਈਮ ਵੇਸਟ ਕਰਨਾ, ਤੁਸੀਂ ਮੈਨੂੰ ਆਊਟਪੁੱਟ ਚਾਹੀਦੀ ਆ। ਜੋ ਵੀ ਤੁਸੀਂ ਕਰਦੇ ਹੋ ਉਹਦੇ ਰਿਜ਼ਲਟ ਮੈਨੂੰ ਮਿਲਣੇ ਚਾਹੀਦੇ ਆ। ਜੇ ਨਹੀਂ ਮਿਲਦੇ ਤਾਂ ਮੈਂ ਸਮਝੂ ਤੂੰ ਵੇਸਟ ਸ਼ਾਇਦ ਕਿਸੇ ਨੇ ਗੱਲਾਂ ਹੀ ਮਾਰਦਾ ਰਿਹਾ, ਟਾਈਮ ਖਰਾਬ ਕੀਤਾ ਜਾਂ ਕਿੱਦਾਂ। ਉਹ ਸਾਰੀ ਪ੍ਰੇਰਨਾ ਨਾਲ ਇਹਨੂੰ ਥੋੜਾ ਚੈਲੰਜ ਹੋ ਗਿਆ। ਮੈਂ ਥੋੜਾ ਸਟ੍ਰਿਕਟਲੀ ਵੀ ਕਹਿੰਦੀ ਸੀ। ਮੈਂ ਲੱਕੀ ਹਾਂ ਇਸ ਮਾਮਲੇ ਦੇ ਵਿੱਚ ਬਈ ਮੈਂ ਹੁਣ ਵੀ ਆਪਣੇ ਬੱਚਿਆਂ ਨੂੰ ਘੂਰ ਲਵਾਂ। ਮੇਰੇ ਬੱਚੇ ਮੇਰੇ ਮੂਹਰੇ ਕਦੇ ਆਵਾਜ਼ ਨਹੀਂ ਕੱਢਦੇ, ਚਾਹੇ ਜ਼ਮਾਨਾ ਕਿੰਨਾ ਮਰਜ਼ੀ ਕਿਹੋ ਜਿਹਾ ਮਰਜ਼ੀ ਹੋ ਗਿਆ। ਇਹਨੂੰ ਹੁੰਦਾ ਸੀ ਕਿ ਮੰਮੀ ਮੇਰੇ ਨਾਲ ਨਾਰਾਜ਼ ਹੋ ਜਾਂਦੇ ਆ ਜਦੋਂ ਮੈਨੂੰ ਕਿਤੇ ਥੋੜੀ ਲਾਪਰਵਾਹੀ ਲੱਗਣੀ, ਗਿਆ ਸੀ ਟਾਈਮ ਨਾਲ ਨਹੀਂ ਆਇਆ, ਲੇਟ ਹੋਇਆ, ਚਾਹੇ ਉਹ ਪ੍ਰੈਕਟਿਸ ਹੀ ਕਰਦਾ ਰਿਹਾ ਹੋਵੇ ਲੇਕਿਨ ਮੈਨੂੰ ਨਹੀਂ ਕਲੀਅਰ, ਤਾਂ ਮੈਂ ਨਾਰਾਜ਼ ਹੋ ਜਾਂਦੀ ਸੀ ਵੀ ਇਹ ਨਾ ਬੋਲਣਾ ਨਾ ਤਾਂ ਪਰ ਇਹਨੂੰ ਰਹਿਣਾ ਵੀ ਮੰਮੀ ਮੇਰੇ ਨਾਲ ਨਾਰਾਜ਼ ਆ। ਫਿਰ ਵੀ ਇਹਨੇ ਹੀ ਮੈਨੂੰ ਬਾਰ-ਬਾਰ ਬੁਲਾਉਣ ਦੀ ਕੋਸ਼ਿਸ਼ ਕਰਨੀ ਵੀ ਮੰਮੀ ਨੂੰ ਗੁੱਸਾ ਨਾ ਰਵੇ। ਫਿਰ ਜਿੱਦਾਂ ਮੈਂ ਇਹਨੂੰ ਕਹਿਣਾ ਵੀ ਨਹੀਂ ਬਿਲਕੁਲ ਨਹੀਂ ਵੇਸਟ ਹੋਣਾ ਚਾਹੀਦਾ ਇੱਕ ਮਿੰਟ ਵੀ, ਤਾਂ ਫਿਰ ਇਹਨੂੰ ਹੋਇਆ ਵੀ ਮੈਨੂੰ ਤਾਂ ਮਾਂ ਨੂੰ ਕੁਛ ਕਰਕੇ ਦਿਖਾਉਣਾ ਹੀ ਪੈਣਾ। ਇਹਨੇ ਜਿਹੜੀ ਇਹਦੀ ਪ੍ਰੈਕਟਿਸ ਕਿਤੇ ਥੋੜੀ ਘੱਟ ਵੀ ਰਹੀ ਹੋਊਗੀ, ਇਹਨੇ ਉਹਦੇ ਤੇ ਪੂਰਾ ਹੀ ਆਪਣੇ ਆਪ ਨੂੰ ਡਿਵੋਟ ਕਰਤਾ। ਮੈਂ ਸਮਝ ਵੀ ਚਲੋ ਹੋ ਸਕਦਾ ਮੇਰੇ ਵੱਲੋਂ ਪ੍ਰੇਰਨਾ ਵੀ ਇਹਦੇ ਜ਼ਿਆਦਾ, ਕਿਉਂਕਿ ਮਾਪਿਆਂ ਦੀ ਡਿਊਟੀ ਤਾਂ ਹੈ ਹੀ ਆ। ਸੱਚੀ ਹੱਲ ਹੈ ਦੱਸੋ। ਤੇ ਉਹਦੇ ਨਾਲ ਇਹ ਦੇਖੋ ਜੀ ਇਹ ਮੁਕਾਮ ਹਾਸਲ ਕਰਕੇ ਇਹਨੇ ਲਿਆ ਕੇ ਮੈਨੂੰ ਕਹਿਤਾ ਮਾਤਾ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਸੀ ਹਮੇਸ਼ਾ, ਦੇਖ ਲਓ ਅੱਜ ਮੈਂ ਕਿਹਾ ਬੇਟੇ ਉਹ ਵੀ ਸ਼ਾਇਦ ਉਹ ਕਹਿਣਾ, ਟੋਕਣਾ, ਝਿੜਕਣਾ, ਕਿਉਂਕਿ ਮਾਪਿਆਂ ਦੀ ਜਿਹੜੀ ਝਿੜਕ ਆ ਉਹ ਬੇਮੈਨੇ ਨਹੀਂ ਹੁੰਦੀ, ਉਹਦੇ 'ਚ ਤਾਂ ਬੇਹੱਦ ਮਹਾਨ ਵਰਦਾਨ ਛੁਪਿਆ ਹੁੰਦਾ, ਕਿਉਂਕਿ ਉਹਨਾਂ ਦੀ ਗੱਲ ਹੀ ਉਹਨਾਂ ਦੇ ਹਿੱਤ ਲਈ ਹੁੰਦੀ ਆ, ਹੋਰ ਤਾਂ ਕੋਈ ਗੱਲ ਹੁੰਦੀ ਨਹੀਂ। ਤੇ ਇਸ ਕਰਕੇ ਉਹਦਾ ਮੁਕਾਮ ਜਿਹੜਾ ਅੱਜ ਉਸ ਅਕਾਲ ਪੁਰਖ ਨੇ ਦਿੱਤਾ ਤੇ ਕੋਈ ਸੁਭਾਅ 'ਚ ਫਰਕ ਨਹੀਂ, ਠੀਕ ਆ ਵੀ ਬਹੁਤ ਵਧੀਆ ਸਾਰਾ ਕੁਝ। ਆਮ ਵੈਰੀ ਹੈਪੀ। ਕਿੰਨੀ ਉਮਰ ਦੇ ਵਿੱਚ ਇਹ ਜਿਹੜਾ ਖੇਡਣ ਲੱਗ ਪਿਆ ਹੈਗਾ ਜੀ? ਇਹ ਖੇਡਣ ਤਾਂ 18-19 ਸਾਲ ਦੀ ਉਮਰ 'ਚ ਹੀ ਇਹ ਉਹਦਾ ਬਚਪਨ ਤੋਂ ਹੀ ਤੁਹਾਨੂੰ ਦੱਸਿਆ ਪ੍ਰਾਇਮਰੀ ਤੋਂ ਹੀ ਇਹ ਖੇਡਦਾ ਸੀ ਕਬੱਡੀ, ਖੋ ਖੋ ਤੇ ਆ ਕਰਾਟਿਆਂ ਦਾ ਇਹਨੇ ਤਕਰੀਬਨ 19 ਸਾਲ ਦੀ ਉਮਰ 'ਚ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਫਿਰ ਇਹ ਦੇਖ ਲਓ ਹੁਣ 41 ਸਾਲ ਦਾ ਹੋ ਗਿਆ। ਕਿੰਨੇ ਸਾਲ ਹੋ ਗਏ ਵੀ ਉਹਦੇ ਨਾਲ ਇੰਨੀ ਤਰ੍ਹਾਂ ਜੁੜਿਆ ਹੋਇਆ ਵੀ ਇਹਨੇ ਸਾਰੇ ਉੱਦਾਂ ਇਹ ਹੋਰ ਵੀ ਕਰਾਟੇ ਦੇ ਸਾਰੀਆਂ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਉਹਨਾਂ 'ਚ ਵੀ ਪੂਰਾ ਫਾਸਟ ਆ ਇਹ। ਯਾਨੀ ਹੁਣ ਇਹਨੇ ਰਿਕਾਰਡ ਇੱਥੇ ਸੋਚਿਆ, ਇਹ ਦਿਮਾਗ 'ਚ ਆਇਆ ਥੋੜੇ ਮਹੀਨਿਆਂ ਤੋਂ ਵੀ ਮੈਂ ਗਿੰਨੀ 'ਚ ਦੇਖਾਂ ਵੀ ਮੈਂ ਇੰਨੇ ਪੁਸ਼ਅਪ ਕੱਢ ਲੈਣਾ ਗੁੱਟਿਆਂ ਤੇ, ਵੀ ਮੈਂ ਕੋਸ਼ਿਸ਼ ਕਰਾਂ ਕਿ ਰਿਕਾਰਡ ਕੀ ਆ। ਇਹਨੇ ਉਹ ਰਿਕਾਰਡ ਅੱਜ ਕੱਲ੍ਹ ਫੇਸਬੁੱਕ ਤੇ ਸਾਰਾ ਕੁਝ ਪਤਾ ਲੱਗ ਜਾਂਦਾ। ਇਹਨੇ ਪਹਿਲਾਂ ਇੰਡੀਆ ਦਾ ਰਿਕਾਰਡ ਕੱਢਿਆ, ਉਹਦੇ 'ਚ ਦੇਖਿਆ ਤਾਂ 48 ਪੁਸ਼ਅਪ ਸੀ ਤੇ ਇਹ ਖੁਦ ਵੀ ਉਦੋਂ 42, 43, 44 ਕਰਨ ਲੱਗ ਗਿਆ ਸੀ। ਇਹਨੇ ਸਾਡੇ ਨਾਲ ਸ਼ੇਅਰ ਕੀਤਾ ਕਿ ਮੈਂ ਵੈਸੇ ਕਰ ਸਕਦਾ ਵੀ ਇੰਡੀਆ ਦਾ ਇੰਨਾ ਰਿਕਾਰਡ ਆ। ਅਸੀਂ ਕਿਹਾ ਕਰ, ਚਲੋ ਅਸੀਂ ਇਹਨੂੰ ਹੱਲਾਸ਼ੇਰੀ ਦਿੱਤੀ। ਮੁੜ ਕੇ ਕਰਦਾ ਕਰਦਾ ਇਹ 52 ਗੋਆ ਚਲੇ ਗਿਆ ਤੇ 53 ਕਰਤੇ। ਫਿਰ ਵਰਲਡ ਦਾ ਜਿਹੜਾ ਸੀਗਾ ਆਰੀਅਨ ਗਰੋਵਰ ਦਾ ਰਿਕਾਰਡ 52 ਦਾ ਸੀ, ਉਹ ਵੀ ਇਹਨੇ ਉੱਥੇ ਕੱਟਤਾ ਗੋਆ 'ਚ ਜਾ ਕੇ। ਜਦੋਂ ਇਹ ਉੱਥੇ 53 ਕੱਢ ਕੇ ਉਤਰਿਆ ਸਟੇਜ ਤੋਂ, ਸਾਰੇ ਕਹਿਣ ਲੱਗੇ ਬਈ ਤੈਂ ਤਾਂ ਸ਼ੇਰਾ, ਆਰੀਅਨ ਗਰੋਵਰ ਦਾ ਵੀ ਰਿਕਾਰਡ ਤੋੜਤਾ। ਬੜਾ ਹੌਸਲਾ ਹੋਇਆ ਵੀ ਮੈਂ ਵੀ ਕਰ ਸਕਦਾ। ਫਿਰ ਮਤਲਬ ਇਹ ਇੰਡੀਆ ਵਾਲਿਆਂ ਨੇ ਅਪਰੋਚ ਕੀਤੀ, ਇਹਨਾਂ ਨਾਲ ਗੱਲਬਾਤ ਸਾਰੀ ਹੋਈ ਤੇ ਫਿਰ ਇੱਥੇ ਪ੍ਰੋਗਰਾਮ ਸੀਗਾ ਲੈਲਪੁਰ ਖਾਲਸਾ ਕਾਲਜ ਜਲੰਧਰ, ਉੱਥੇ ਉਹਨਾਂ ਨੇ ਕਾਲ ਕੀਤਾ ਕਿ ਅਸੀਂ ਆਵਾਂਗੇ, ਤੁਸੀਂ ਆਓ ਤੇ ਅਸੀਂ ਉੱਥੇ ਤੁਹਾਡੇ ਪੁਸ਼ਅਪ ਕਰਾ ਕੇ ਤੁਹਾਡਾ ਇੰਡੀਆ ਦੀ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਾਂਗੇ। ਉਹ ਆਏ, ਫਿਰ ਇੱਥੇ ਕੀਤੀ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ 59 ਕੱਢ ਗਿਆ ਤੇ ਵਰਲਡ ਰਿਕਾਰਡ ਤੋਂ ਕਾਫੀ। ਇਹ ਜਿਹੜਾ ਇੰਡੀਆ ਵਿੱਚ ਗਿਆ ਵੱਖਰੇ ਵੱਖਰੇ ਜਗ੍ਹਾ ਤੇ ਗਿਆ ਤੇ ਬਾਹਰਲੀ ਕੰਟਰੀ ਕਿਸੇ ਗਿਆ ਜੀ? ਬਾਹਰਲੀ ਕੰਟਰੀ 'ਚ ਵੈਸੇ ਐਜ ਏ ਵਿਜ਼ਟਰ ਗਿਆ ਇੰਗਲੈਂਡ 3-4 ਵਾਰੀ, ਉਂਝ ਨਹੀਂ ਮੌਕਾ ਮਿਲਿਆ। ਹਾਂਜੀ ਉੱਦਾਂ ਵੈਸੇ ਵਿਜ਼ਟਰ ਦੇ ਤੌਰ ਤੇ ਤਾਂ 3-4 ਗੇੜੇ ਇੰਗਲੈਂਡ ਦੇ ਲਾ ਚੁੱਕਾ। ਬਹੁਤ ਵਧੀਆ ਜੀ। ਹਾਂਜੀ ਹੁਣ ਮੈਂ ਗੱਲਬਾਤ ਕਰਦਾ ਹਰਪ੍ਰੀਤ ਦੀ ਨਾਨੀ ਜੀ ਨਾਲ। ਤਾਂ ਮੈਂ ਕੀਤੀਆਂ ਨੇ, ਇਹ ਤਾਂ ਸਕੂਲ ਚਲੀ ਜਾਂਦੀ ਸੀ, ਪਾਲਿਆ ਮੈਂ ਸਭ ਕੁਝ ਮੈਂ ਕੀਤਾ, ਪ੍ਰਧਾਨ ਇਹ ਹੋਣੀ ਬੈਠੀ ਆਏ। ਬਿਲਕੁਲ ਦੇਖੋ ਸਹੀ ਗੱਲ ਕੀਤੀ ਇਹਨਾਂ ਨੇ।
ਜਿਹੜਾ ਸਾਂਭਿਆ ਹੋਇਆ ਬਿਲਕੁਲ ਇਹਨਾਂ ਨੇ। ਅਸੀਂ ਬੱਚੇ ਸਾਂਭੇ ਮਗਰੋਂ ਮੈਂ ਜਾਂ ਇਹਦੇ ਮਾਮੇ ਨੇ ਮਾਲਠਾਂ ਕਰ ਲਈਆਂ ਜਾਂ ਸਾਰੇ ਸਾਂਭਿਆ ਤਾਂ ਮੈਂ ਇਹ ਤਾਂ ਹੁਣ ਮਾਂ ਬਣ ਗਈ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਬੱਚਾ ਮੇਰਾ ਲਾਇਕ ਨਹੀਂ। ਦੇਖੋ ਮਾਲਸ਼ ਕੀਤੀ ਤੁਸੀਂ ਕੀਤੀ ਆ। ਮੇਰਾ ਔਰ ਉਹਦਾ ਹਜੇ ਇੱਕ ਮਨ ਵਾ, ਇਹਨਾਂ ਦੇ ਹੋਰ ਨੇ, ਅਸੀਂ ਦੋਏ ਇੱਕ ਵਾ ਨਾ ਦਿੰਦੇ ਤਾਂ। ਸਾਰਾ ਸਿਹਰਾ ਤੁਹਾਨੂੰ ਜਾਂਦਾ ਜੀ। ਬਹੁਤ ਲਾਇਕ ਬੱਚਾ, ਮੈਂ ਇਹਨੂੰ ਬਹੁਤ ਪਿਆਰ ਕਰਦੀ ਹਾਂ, ਬਹੁਤ ਲਾਇਕ ਆ। ਕੋਈ ਦੁਨੀਆ ਤੇ ਇਹਨਾਂ ਬੱਚਾ ਲਾਇਕ ਨਹੀਂ ਹੋਣਾ ਜਿੰਨਾ ਇਹ ਲਾਇਕ ਵਾ। ਤੁਸੀਂ ਪਿਆਰ ਕਰਦੇ ਜੀ? ਪਿਆਰ ਕਰਦਾ ਜੀ? ਹੈ ਤੁਸੀਂ ਪਿਆਰ ਕਰਦੇ? ਪਿਆਰ ਕਰਦਾ, ਉਹ ਵੀ ਕਰਦਾ, ਉਹ ਮੇਰਾ ਬਹੁਤ ਕਰਦਾ। ਇਹ ਨਹੀਂ ਕਰਦੀਆਂ ਪਈਆਂ ਹੁਣ। ਇਹ ਮੇਰਾ, ਅਸੀਂ ਦੋਨੋਂ ਇੱਕ ਵਾ। ਇਹ ਸੱਸ ਨੂੰ ਇੱਕ ਨੇ, ਸਾਡੇ ਪਾਰਟੀਆਂ ਨੇ ਵੀਰਾ। ਜੇ ਉਹ ਤਾਂ ਖਿਲਾਫ ਬੋਲਦੇ ਮੈਂ ਲੜ ਪੈਂਦੀ ਆ। ਚਾਹੀਦਾ ਇਦਾਂ ਹੀ ਆ, ਚਾਹੀਦਾ ਇਦਾਂ। ਪਾਰਟੀਆਂ ਨੇ ਦੋਨੋਂ, ਮੇਰਾ ਬਹੁਤ ਲਾਇਕ ਆ। ਵਾਹਿਗੁਰੂ ਵੱਡੀ ਵੱਡੀ ਮਾਲਸ਼ ਤੁਸੀਂ ਕੀਤੀ, ਸਭ ਕੁਝ ਤੁਸੀਂ ਕੀਤਾ, ਪਰਵਰਿਸ਼ ਕੀਤੀ ਤੁਸੀਂ ਪੂਰੀ। ਸਕੂਲ ਚਲੀ ਜਾਂਦੀ ਸੀ, ਮੈਂ ਹੀ ਮਗਰੋਂ ਪਾਲੇ ਨੇ, ਮੈਂ ਇਹਦੇ ਮਾਮੇ ਨੇ ਮਾਲਸ਼ ਬਥੇਰੀ ਕੀਤੀ। ਉਹਨੇ ਤੇਲ ਸਾਰੀ ਦਿਹਾੜੀ ਤੇਲ ਹੀ ਮਲੀ ਜਾਣਾ, ਉੱਠ ਕੇ ਤੇਲ ਹੀ ਮਲੀ ਜਾਣਾ। ਇਹਨੂੰ ਤਾਂ ਪੜਿਆ ਪੜਾਇਆ ਮਿਲ ਗਿਆ, ਆਉਂਦਾ ਲੈਣ ਨੂੰ ਵੀ ਮੇਰਾ ਪੁੱਤ। ਮਾਲਸ਼ ਦਾ ਜਿਹੜਾ ਮੁੱਲ ਆ ਉਹ ਦੇ ਰਿਹਾ ਸਰ। ਵਾਹਿਗੁਰੂ ਹੁਣ ਜ਼ਿੰਦਗੀ ਸੱਚੇ ਪਾਤਸ਼ਾਹ ਲਾਵੇ ਇਹਨੂੰ, ਬਹੁਤ ਲਾਇਕ ਬੱਚਾ ਵਾ। ਸੱਚੇ ਪਾਤਸ਼ਾਹ ਸਾਰਿਆਂ ਦੇ ਘਰ ਬੱਚੇ ਇਹੋ ਜਿਹੇ ਪੈਦਾ ਕਰੇ। ਤੇ ਦੇਖੋ ਬੀਬੀ ਜੀ ਨੇ, ਮਾਤਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿਹੜੇ ਸਾਰੇ ਪਰਿਵਾਰ ਆ ਜਿਹੜੇ ਆ ਇਦਾਂ ਦੇ ਬੱਚੇ ਪੈਦਾ ਹੋਣ। ਹੁਣ ਜਿੱਦਾਂ ਨੌਜਵਾਨ ਜਿਹੜੇ ਆ, ਛੋਟੇ ਛੋਟੇ ਜਿਹੜੇ ਆ ਬੱਚੇ ਨਸ਼ੇ ਖਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ। ਹੁਣ ਜਿਹੜਾ ਮਾਂ ਪਿਓ ਹੁੰਦਾ ਉਹਨੂੰ ਬੜੀ ਦਿਲੀ ਤਮੰਨਾ ਹੁੰਦੀ ਕਿ ਸਾਡਾ ਬੱਚਾ ਵੱਡਾ ਹੋ ਕੇ ਵਿਦੇਸ਼ ਜਾਵੇ, ਕੋਈ ਡਾਕਟਰ ਬਣੇ ਜਾਂ ਕੋਈ ਖੇਤੀਬਾੜੀ ਕਰੇ। ਤੇ ਬਹੁਤ ਜ਼ਿਆਦਾ ਜਿਹੜੇ ਆ ਘਰਾਂ 'ਚ ਆਪਾਂ ਦੇਖ ਰਹੇ ਹਾਂ ਕਿ ਇੱਕ ਇੱਕ ਦੋ ਦੋ ਬੱਚੇ ਆ, ਉਹ ਵਿਚਾਰੇ ਜਿਹੜੇ ਆ ਸੋਚ ਸੋਚ ਕੇ ਬਜ਼ੁਰਗ ਰਹਿ ਗਏ ਆ, ਉਹਨਾਂ ਦੀ ਮੌਤ ਹੋ ਚੁੱਕੀ ਬੱਚਿਆਂ ਦੀ। ਤੁਸੀਂ ਜਿਹੜੇ ਨੌਜਵਾਨ ਸਾਡੇ ਦੇਖ ਰਹੇ ਸਿੱਖ ਚੈਨਲ ਪੂਰੀ ਦੁਨੀਆ 'ਚ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਉਹ ਵੀ ਤੁਹਾਡੇ ਬੱਚੇ ਵਰਗੇ ਹੋਣ? ਬਿਲਕੁਲ ਦੇਣਾ ਚਾਹੁੰਦੀ ਹਾਂ ਜੀ, ਮੈਂ ਤਾਂ ਬਿਲਕੁਲ ਦਿਲੋਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਵੀ ਬੱਚਿਓ, ਬਿਲਕੁਲ ਨਸ਼ੇ ਤੋਂ ਤਾਂ ਕਰੋੜਾਂ ਮੀਲ ਹੀ ਦੂਰ ਰਹੋ। ਭਈ ਉਹ ਮਤਲਬ ਚੰਗੀਆਂ ਖੁਰਾਕਾਂ ਖਾਓ, ਆਪਣੇ ਸਰੀਰ ਨੂੰ ਕਮਾਓ, ਉਹਨੂੰ એનર્ਜੀ ਦਿਓ। ਮੈਂ ਤਾਂ ਇਹ ਵੀ ਕਹਿੰਦੀ ਹਾਂ ਵੀ ਸਕੂਲਾਂ ਦੇ ਵਿੱਚ ਵੀ ਹੁਣ ਬੱਚੇ ਪੜ੍ਹਦੇ ਨੇ, ਜਿਹੜੇ ਸਟੂਡੈਂਟ ਨੇ, ਕਈ ਵਾਰੀ ਉਹਨਾਂ ਦੇ ਸਪੋਰਟਸ ਪੀਰੀਅਡ ਤਾਂ ਹੁੰਦੇ ਨੇ ਰੱਖੇ ਹੋਏ, ਪਰ ਉਹ ਬੱਚੇ ਵੇਟ ਹੀ ਕਰਦੇ ਰਹਿੰਦੇ ਵੀ 90ਵੇਂ ਪੀਰੀਅਡ ਵਿੱਚ ਖੇਡਾਂ ਹੋਣਗੀਆਂ, ਟੀਚਰ ਆਊਗਾ, ਤੇ ਉਹ ਸਪੋਰਟਸ ਦੇ ਪੀਰੀਅਡ ਨੂੰ ਇਗਨੋਰ ਹੀ ਟੀਚਰ ਕਰ ਦਿੰਦੇ ਆ ਐਕਚੁਅਲੀ। ਵੀ ਚਲੋ ਲੈਂਦੇ ਨਹੀਂ ਬੱਚੇ, ਕਈ ਵਾਰੀ ਨਿਰਾਸ਼ ਹੋ ਕੇ ਘਰੀਂ ਆ ਕੇ ਕਹਿਣਗੇ ਉਹ ਮੰਮੀ ਖੇਡਾਂ ਦਾ ਤਾਂ ਪੀਰੀਅਡ ਹੀ ਨਹੀਂ ਲੱਗਿਆ। ਮੈਂ ਤਾਂ ਕਹਿੰਦੀ ਹਾਂ ਇਹ ਵੀ, ਮੈਂ ਤਾਂ ਸੁਨੇਹਾ ਦਿੰਦੀ ਹਾਂ ਸਕੂਲਾਂ 'ਚ ਵੀ ਵੀ ਸਪੋਰਟਸ ਦੇ ਪੀਰੀਅਡ ਹੋਣੇ ਚਾਹੀਦੇ ਔਰ ਰੈਗੂਲਰ ਉਹ ਲੈ ਜਾਣੇ ਚਾਹੀਦੇ ਆ। ਔਰ ਉੱਥੇ ਜਿਹੜੇ ਉਸ ਕਿੱਤੇ ਦੇ ਟੀਚਰ ਨਿਯੁਕਤ ਹੁੰਦੇ ਨੇ, ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਆ, ਜਾਂ ਉਹਨਾਂ ਦੇ ਸਕੂਲ ਨੂੰ ਆਰਗੇਨਾਈਜ਼ ਕਰਨ ਵਾਲਿਆਂ ਦੀ, ਪ੍ਰਿੰਸੀਪਲ ਦੀ, ਜਾਂ ਪੂਰਾ ਬਣਦਾ ਕਿ ਉਹ ਉਹਨੂੰ ਵਿਸ਼ੇਸ਼ ਉਤਸ਼ਾਹ ਦੇਣ ਕਿ ਉਹ ਪੀਰੀਅਡ ਲੈਣ। ਕਿਉਂਕਿ ਜਦੋਂ 12-14 ਸਾਲ ਦੀ, 15-16 ਸਾਲ ਦੀ ਉਮਰ 'ਚ ਦੀ ਜਿਹੜੀ એનર્ਜੀ ਆ ਉਹ ਇੰਨੀ ਇਸ ਤਰ੍ਹਾਂ ਦੀ ਹੁੰਦੀ ਆ ਵੀ ਉਹਨੂੰ ਬਿਲਕੁਲ ਕੰਟਰੋਲ ਤੇ ਸੰਜਮ 'ਚ ਕਰਨ ਦੀ ਲੋੜ ਆ। ਉਦੋਂ ਤੁਸੀਂ ਉਹਨੂੰ ਖੇਡਾਂ 'ਚ ਗ੍ਰਸਤ ਕਰ ਦੋਗੇ ਤਾਂ ਉਹ ਉਧਰ ਆਪਣੇ ਆਪ ਨੂੰ ਟਿਕਾ ਲੂਗਾ, ਥੱਕ ਟੁੱਟ ਕੇ ਫਿਰ ਪੜੂਗਾ, ਫਿਰ ਉਤਰੂਗਾ ਨਹੀਂ, ਕਿਤੇ ਬਾਹਰ ਘੁੰਮਣ ਦੀ ਕੋਸ਼ਿਸ਼ ਨਹੀਂ ਕਰੂਗਾ। ਇਹ ਮੈਂ ਬਿਲਕੁਲ ਵਿਸ਼ੇਸ਼ ਤੌਰ ਤੇ ਸਕੂਲਾਂ ਲਈ ਮੇਰਾ ਸੁਨੇਹਾ ਵਾ ਵੀ ਸਪੋਰਟਸ ਦੇ ਪੀਰੀਅਡ ਮਸਟ ਨੇ, ਔਰ ਉਹਨਾਂ ਪੀਰੀਅਡਾਂ ਦੇ ਵਿੱਚ ਟੀਚਰ ਸਿੰਸੀਅਰਲੀ ਉਹ ਪੀਰੀਅਡ ਲੈਣ ਔਰ ਬੱਚਿਆਂ ਨੂੰ ਗੇਮਸ ਕਰਾਉਣ, ਤੇ ਵਿਸ਼ੇਸ਼ ਤੌਰ ਤੇ ਇੱਧਰ ਨੂੰ ਤਰਜੀਹ ਦੇਣ ਤਾਂ ਕਿ ਬੱਚੇ ਨਸ਼ਿਆਂ ਵੱਲ ਨਾ ਜਾਣ। ਮੋਰਲ ਐਜੂਕੇਸ਼ਨ ਦਾ ਪੀਰੀਅਡ ਲਾਜ਼ਮੀ ਸਕੂਲ 'ਚ ਹੋਵੇ ਕਿ ਬੱਚਿਆਂ ਨੂੰ ਮੋਰਲੀ ਐਜੂਕੇਟ ਕੀਤਾ ਜਾਵੇ ਪਹਿਲੇ ਹੀ ਪੀਰੀਅਡ, ਵੀ ਬੇਟਾ ਇਹਨਾਂ ਤੋਂ ਬਚਣਾ, ਇਹਨਾਂ ਦੇ ਆ ਮਾੜੇ ਪ੍ਰਭਾਵ ਨਹੀਂ। ਤੇ ਮੈਂ ਤਾਂ ਬਿਲਕੁਲ ਨਵੀਂ ਪੀੜ੍ਹੀ ਨੂੰ। ਅੱਛਾ ਬੀਬੀ, ਤੁਸੀਂ ਇਹ ਗੱਲ ਦੱਸੋ ਕਿ ਜਿਹੜਾ ਵਾ ਬੱਚੇ ਅੱਜ ਦਾ, ਹਾਂਜੀ, ਇਹ ਮਾਂ ਪਿਓ ਦਾ ਕਿੰਨਾ ਕੁ ਰੋਲ ਹੁੰਦਾ ਕਿ ਉਹ ਕੋਈ ਬਹਾਦਰ ਬਣ, ਕੋਈ ਵਧੀਆ ਕੰਮ ਕਰਨ? ਇਹ ਮਾਂ ਪਿਓ ਦਾ ਵਿੱਚ ਕਿੰਨਾ ਕੁ ਰੋਲ ਹੁੰਦਾ ਇਹ 'ਚ? ਮਾਂ ਬਾਪ ਦਾ ਬਹੁਤ ਵੱਡਾ ਰੋਲ ਹੈ ਜੀ, ਬਿਲਕੁਲ ਰੋਲ ਹੈ, ਨੋ ਡਾਊਟ। ਕਿਉਂਕਿ ਇਹੀ ਇੱਕ ਸਕੂਲ ਬੱਚਾ ਭੇਜਤਾ ਤਿਆਰ ਕਰਕੇ, ਤੇ ਸਕੂਲ ਵਾਲਿਆਂ ਨੇ ਪੜ੍ਹਾਤਾ ਤੇ ਉਹਨੂੰ ਝਿੜਕ ਝੁੜ ਕੇ ਹੋਮਵਰਕ ਕਰਾਤੇ, ਇੱਥੇ ਗੱਲ ਖਤਮ ਨਹੀਂ ਹੁੰਦੀ। ਮੈਂ ਕਹਿੰਦੀ ਹਾਂ ਸਭ ਤੋਂ ਵੱਡੀ ਟੀਚਰ ਮਾਂ, ਜੇ ਸਹੀ ਪੁੱਛੋ। ਜਿਨ੍ਹਾਂ ਬੱਚਿਆਂ ਨੂੰ ਲਾਇਕ ਮਾਵਾਂ ਮਿਲ ਜਾਂਦੀਆਂ ਨੇ ਉਹ ਬੱਚੇ ਜ਼ਿੰਦਗੀ 'ਚ ਹਮੇਸ਼ਾ ਸਫਲ ਹੁੰਦੇ ਆ। ਆਪਣੇ ਇਤਿਹਾਸ ਇਸ ਗੱਲ ਦੇ ਗਵਾਹ, ਜਿੰਨੇ ਸੂਰਵੀਰ ਯੋਧੇ ਹੋਏ ਆ ਉਹਨਾਂ ਦੀਆਂ ਮਾਵਾਂ ਦਾ ਪੂਰਾ ਰੋਲ ਆ ਉਹਦੇ 'ਚ। ਜੇ ਮਾਂ ਨੂੰ ਖੁਦ ਦੇਖੋ, ਜਿਹੜੀ ਸੂਝ-ਬੂਝ ਤੇ ਅਕਲ ਵਾ, ਇਹ ਕੋਈ ਸੌਦਾ ਨਹੀਂ ਜਿਹੜਾ ਹੱਟੀ 'ਚੋਂ ਮਿਲੇ, ਇਹ ਕਿਸਮਤ ਨਾਲ ਅਕਾਲ ਪੁਰਖ ਵਰਦਾਨ, ਇਹ ਵਰਦਾਨ ਆ ਬੁੱਧੀ ਦਾ, ਅਕਾਲ ਪੁਰਖ ਦਿੰਦਾ। ਜੇ ਮਾਪੇ ਵਧੀਆ ਸੋਚ ਰੱਖਦੇ ਆ, ਫਿਰ ਮੈਂ ਆਪਣੇ ਬੱਚਿਆਂ ਦੀ ਵਧੀਆ ਦੋਸਤ ਸੀ। ਮੈਂ ਅੱਜ ਤੱਕ ਕਦੇ ਇਹਨਾਂ ਨੂੰ ਕਦੇ ਚਪੇੜ ਮਾਰ ਕੇ ਨਹੀਂ ਦੇਖੀ, ਮੈਂ ਹਮੇਸ਼ਾ ਉਹਨਾਂ ਨੂੰ ਬਹਾ ਕੇ ਦੋਸਤਾਂ ਦੀ ਤਰ੍ਹਾਂ, ਕਿਉਂਕਿ ਮਾਂ ਪਿਓ ਨਾਲੋਂ ਵੱਡਾ ਦੋਸਤ ਕੋਈ ਨਹੀਂ ਹੋ ਸਕਦਾ। ਜੇ ਤੁਸੀਂ ਪਿਆਰ ਨਾਲ ਗੱਲ ਕਰੋਗੇ, ਸੁਣੋਗੇ, ਉਹਨਾਂ ਦੀਆਂ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤੇ ਬੱਚਾ ਬਾਹਰ ਜਾ ਕੇ ਸਾਂਝਾ ਕਰੂਗਾ ਹੀ ਨਾ ਕੁਛ। ਜੇ ਬਾਹਰ ਗਲਤ ਸੁਸਾਇਟੀ 'ਚ ਗਲਤ ਲੋਕਾਂ ਨਾਲ ਜਾ ਕੇ ਆਪਣੇ ਵਿਚਾਰ ਸਾਂਝੇ ਕਰਨਗੇ, ਉਧਰੋਂ ਤਾਂ ਫਿਰ ਜਿਹੇ ਜੀ ਸੁਸਾਇਟੀ ਹੋਈ ਕੁਛ ਲੱਭਣਾ। ਬਹੁਤ ਤਕੜਾ ਰੋਲ ਆ ਮਾਂ ਦਾ, ਖਾਸ ਕਰ
ਮੈਂ ਕਹਿੰਦੀ ਹਾਂ ਮਾਂ ਦਾ ਰੋਲ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਰੋਲ ਆ, ਇਹਨੂੰ ਨਹੀਂ ਇਗਨੋਰ ਕੀਤਾ ਜਾ ਸਕਦਾ। ਤੇ ਇਹ ਤੋਂ ਬੱਚੇ ਇਗਨੋਰ ਕੋਈ ਮਾਂ ਇਸ ਗੱਲ ਤੋਂ ਮੁੱਕਰ ਨਹੀਂ ਸਕਦੀ ਕਿ ਮੇਰਾ ਤਾਂ ਜੀ ਕੋਈ ਰੋਲ ਨਹੀਂ ਸੀ, ਮੇਰਾ ਵਿਗੜ ਗਿਆ। ਮੈਂ ਸਮਝਦੀ ਹਾਂ ਕਿ ਉਹਨਾਂ ਦੇ ਕਿਤੇ ਪਰਵਰਿਸ਼ 'ਚ ਕਮੀ ਰਹੀ ਆ। ਜਦੋਂ ਬੱਚੇ ਪੁੱਠੇ ਫਾਸੇ ਜਾਂਦੇ ਆ ਉਹਨੂੰ ਸਿੱਧਣ, ਬਾਕੀ ਅਕਾਲ ਪੁਰਖ ਦੇ ਘਰ ਆਤਾ, ਉਹਨੂੰ ਵੀ ਆਪਾਂ ਨਹੀਂ, ਉਹਦੀ ਕਿਰਪਾ ਨੂੰ ਨਹੀਂ ਪਰੇ, ਉਹ ਤੋਂ ਪਰੇ ਨਹੀਂ ਆਪਾਂ ਹੋ ਸਕਦੇ। ਪਰ ਜਿੱਥੇ ਤੁਸੀਂ ਰੋਲ ਦੀ ਗੱਲ ਕੀਤੀ ਆ, ਉੱਥੇ ਕੋਈ ਮਾਂ ਇਸ ਗੱਲ ਤੋਂ ਬਚ ਨਹੀਂ ਸਕਦੀ ਕਿ ਉਹਦੇ ਵਿਗੜਨ 'ਚ ਕੋਈ ਰੋਲ ਨਹੀਂ। ਕਈ ਵਾਰੀ ਮਾਵਾਂ ਨੇ ਉਹ ਪਿਓਾਂ ਤੋਂ ਹੀ ਪੜਦੇ ਰੱਖੀ ਜਾਣਗੀਆਂ। ਕਈ ਵਾਰ ਜਿੱਦਾਂ ਦੇਖਿਆ ਕਿ ਬਹੁਤ ਜ਼ਿਆਦਾ ਨੌਜਵਾਨ ਦੇਖਿਆ ਹੈ ਹੁਣ ਦੇ ਜਿਹੜੇ ਡੈਡੀ ਹੁੰਦੇ ਆ ਉਹ ਬਾਹਰ ਗਏ ਹੁੰਦੇ ਵਿਦੇਸ਼ਾਂ 'ਚ। ਹਾਂਜੀ। ਤੇ ਉਹ ਜਿਹੜਾ ਨੌਜਵਾਨ ਹੁੰਦਾ ਵਾ ਉਹ ਨਾ ਕੋਈ ਚੀਜ਼ ਮੰਗਦਾ, ਕੋਈ ਮੋਟਰਸਾਈਕਲ ਮੰਗਦਾ ਜਾਂ ਕੋਈ ਟੈਲੀਫੋਨ ਮੰਗਦਾ, ਤੇ ਮਾਂ ਜਿਹੜੀ ਆ ਉਹ ਪੜਦੇ ਨਾਲ ਦੇ ਦਿੰਦੀ ਆ। ਅਸੀਂ ਬਹੁਤ ਜ਼ਿਆਦਾ ਪਰਿਵਾਰ ਦੇਖੇ ਆ, ਉਹਨਾਂ ਦੇ ਡੈਡੀ ਜਿਹੜੇ ਬਾਹਰ ਗਏ ਸੀ ਤੇ ਉਹਨਾਂ ਦਾ ਜਦੋਂ ਉਹ ਕਹਿ ਰਹੇ ਕਿ ਸਾਡਾ ਹੁਣ ਮੇਰੀ ਸਰੀਰ ਜਿਹੜਾ ਮਤਲਬ ਸਿਹਤ ਮੇਰੀ ਸਹੀ ਨਹੀਂ ਗਈ, ਤੇ ਉਹਦੀ ਮਾਂ ਜਿਹੜੀ ਆ ਆਪਣੇ ਪਤੀ ਨੂੰ ਕਹਿੰਦੀ ਆ ਕਿ ਆਪਣਾ ਹਜੇ ਕੁਝ ਬਣਿਆ ਨਹੀਂ। ਉਹ ਬਾਅਦ ਜਿਹੜੇ ਆ ਡੈਡੀ ਹੁੰਦੇ ਆ ਨੌਜਵਾਨਾਂ ਦੇ, ਉਹ ਬਾਅਦ 'ਚ ਇੰਨੇ ਪਰੇਸ਼ਾਨ ਹੋ ਜਾਂਦੇ ਆ, ਬਿਮਾਰ ਹੋ ਜਾਂਦੇ ਆ, ਉਹ ਬਾਅਦ 'ਚ ਜਿਹੜੇ ਖੁਦਕੁਸ਼ੀ ਕਰਦੇ ਅਸੀਂ ਦੇਖੇ ਆ। ਤੇ ਇਦਾਂ ਦਾ ਤੁਹਾਡੇ ਹਿਸਾਬ ਨਾਲ ਇਦਾਂ ਦਾ ਕੋਈ ਚਾਂਸ ਹੁੰਦਾ, ਇਦਾਂ ਦਾ ਕੋਈ ਨਹੀਂ ਹੋ ਸਕਦਾ? ਕਿਉਂ ਨਹੀਂ? ਜਿਹੜੀਆਂ ਬੇਸਮਝ, ਦੇਖੋ ਮੈਂ ਤੁਹਾਨੂੰ ਇਹ ਤਾਂ ਦੱਸਿਆ ਹੀ ਆ ਬਈ ਕੋਈ ਅਕਲਮੰਦੀ ਸੌਦਾ ਨਹੀਂ ਜਿਹੜਾ ਦੁਕਾਨ ਤੋਂ ਲੈ ਆਉਣਾ, ਇਹ ਅਕਾਲ ਪੁਰਖ ਦੀ ਦੇਣ ਆ। ਗੁੱਡ ਉਹ ਬੱਚੇ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਲਾਇਕ ਮਾਵਾਂ ਮਿਲਦੀਆਂ ਨੇ, ਜਿਹੜੀਆਂ ਘਰ ਨੂੰ ਸਵਾਰ ਲੈਂਦੀਆਂ, ਸਾਂਭ ਲੈਂਦੀਆਂ। ਹੁਣ ਆਦਮੀ ਬਾਹਰ ਕਮਾਈ ਕਰਦਾ, ਜੇ ਜਨਾਨੀ ਇੱਥੇ ਅੜਾਈ ਜਾਊਗੀ, ਮਤਲਬ ਉੱਥੇ ਵੀ ਤਾਂ ਸਮਝਦਾਰੀ ਤਾਂ ਹਰ ਜਗ੍ਹਾ ਕੰਮ ਕਰਦੀ ਹੈ। ਸਮਝਦਾਰੀ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇਸ ਗੱਲ ਨੂੰ। ਜਿਹੜੀਆਂ ਸਿਆਣੀਆਂ ਮਾਵਾਂ ਨੇ ਉਹ ਬੱਚਿਆਂ ਨੂੰ ਸੇਧ ਵੀ ਸਹੀ ਦਿੰਦੀਆਂ ਨੇ, ਆਈ ਕਮਾਈ ਨੂੰ ਵੀ ਸਾਂਭ ਲੈਂਦੀਆਂ ਨੇ, ਘਰ ਬੰਨ੍ਹ ਲੈਂਦੀਆਂ ਨੇ ਸੰਜਮ ਤੇ ਸਿਆਣਪ ਨਾਲ। ਇਹ ਵੱਡਿਆਂ ਭਾਗਾਂ ਨੂੰ ਮਿਲਦੇ ਗੁਣ, ਤੇ ਇਹਨੂੰ ਤੁਸੀਂ ਕਹਿ ਨਹੀਂ ਸਕਦੇ, ਇਹ ਤਾਂ ਹੈ ਹੀ ਆ। ਹਾਂਜੀ ਬੀਬੀ, ਦਿਨੇ ਸਾਈ ਦੇ ਘਰ ਆ ਜਾ ਕਰੇ, ਇਹ ਵੱਡੀ ਗੱਲ ਹੈ। ਰਾਤ ਨੂੰ ਆਉਂਦਾ ਨਹੀਂ, ਮੈਨੂੰ ਨੀਂਦ ਨਹੀਂ ਆਉਂਦੀ। ਅੱਛਾ, ਕਿੰਨੇ ਵਜੇ ਆਉਂਦਾ ਰਾਤ ਨੂੰ ਜੀ? ਖਣੀਓ ਤੇ ਕੀ ਕਰਦਾ ਹੁੰਦਾ ਇਹ? ਉਰੇ ਆ ਓਏ, ਕਿੱਥੇ ਆ? ਕਹੀਦਾ ਵੀ ਘਰ ਮੈਂ ਬੈੱਡ ਹੀ ਦੇਖੀ ਜਾਨੀ, ਆਇਆ ਨਹੀਂ। ਇਹ ਤਾਂ ਸੌ ਜਾਂਦੀ ਹੈ, ਮੈਨੂੰ ਨੀਂਦ ਨਹੀਂ ਆਉਂਦੀ। ਮੇਰੇ ਦਿਲ 'ਚ ਵੀ ਰੋਹੀ ਦੇ ਵਿੱਚ ਗੱਡੀ ਖਰਾਬ ਹੋ ਜਾਵੇ, ਕੋਈ ਕੋਲੇ ਨਾ ਹੋਵੇ, ਕੀ ਕਰੂਗਾ? ਇਹੀਆਂ ਜਿਹੀਆਂ ਗੱਲਾਂ, ਮਾੜੀਆਂ ਹੀ ਗੱਲਾਂ ਚੇਤੇ ਆਉਂਦੀਆਂ ਨੇ। ਇਹ ਮੈਨੂੰ ਕਹਿੰਦੀ ਤੂੰ ਸੌਂ ਜਾ। ਮੈਂ ਕਿਹਾ ਮੈਨੂੰ ਨਹੀਂ ਨੀਂਦ, ਜਦੋਂ ਘਰ ਆਉਂਦੀ ਮੈਨੂੰ ਨਹੀਂ ਨੀਂਦ ਆਉਂਦੀ, ਮੇਰੇ ਬੱਸ ਦੀ ਗੱਲ ਨਹੀਂ। ਫਿਕਰ ਜ਼ਿਆਦਾ ਤੁਸੀਂ ਕਰਦੇ ਆ? ਜਟਾਉਣੀ ਹੈ ਵੀ ਆ ਗਿਆ ਫੇਰ ਮੈਂ ਪੈਂਦੀ। ਮੇਰੇ ਕੁਦਰਤ ਵੱਲੋਂ ਮੈਂ ਇਹਦੇ ਬਹੁਤ ਜ਼ਿਆਦਾ ਮੇਰਾ। ਅੱਛਾ ਮਾਤਾ, ਜਿਹੜੀ ਜਿੱਦਾਂ ਤੇ ਜਿਹੜੇ ਖੁਰਾਕ ਇਹ ਕੀ ਖਾਂਦੇ ਸੀ, ਕੀ ਆਪਣਾ ਜਿਹੜਾ ਹੈਗਾ ਵਿੱਕੀ ਇਹ ਦੇ ਕੇ ਸਾਰਾ ਸਭ ਕੁਝ ਕਰਕੇ ਨਾ, ਇਹ ਤਾਂ ਸਕੂਲ ਚਲੀ ਕੀ ਦਿੰਦੇ ਸੀ ਤੁਸੀਂ? ਖੁਰਾਕ ਦੁੱਧ ਦਾ ਹੀ ਬੇਟਾ ਸਹੀ। ਉਦੋਂ ਤਾਂ ਦੁੱਧ ਹੋਇਆ ਘਰ ਦਾ ਬਥੇਰਾ ਸੀ, ਹੋਰ ਹੁਣ ਤਾਂ ਅੰਗਰੇਜ਼ੀ ਦਵਾਈਆਂ ਬਥੇਰੀਆਂ ਸੀ, ਦੁੱਧ ਪਾਣੀ ਨਾਲ ਹੀ ਪਾਲੇ ਨੇ। ਦੁੱਧ ਦਾ ਤਾਂ ਬਥੇਰਾ ਸੀਗਾ ਘਰ। ਤੇ ਵਿੱਕੀ ਦਾ ਜਿਹੜਾ ਡੈਡੀ ਆ ਜੀ, ਉਹ ਦੇਖਿਆ ਸੀ ਕਿੱਥੇ ਜੀ? ਉਹ ਨਹੀਂ ਹੈਗੇ, 3-4 ਸਾਲ ਹੋ ਗਏ ਉਹ ਐਕਸਪਾਇਰ ਹੋ ਗਏ। ਤੇ ਉਹ ਬੜੇ ਤਕੜੇ ਐਸਟ੍ਰੋਲੋਜਰ ਸੀ, ਔਰ ਇੰਨੇ ਤਕੜੇ ਉਹ ਐਸਟ੍ਰੋਲੋਜਰ ਸੀ ਬਈ ਉਹਨਾਂ ਦੀ ਜੱਜਮੈਂਟ ਨੂੰ ਕੋਈ ਝੁਠਲਾ ਹੀ ਨਹੀਂ ਸੀ ਸਕਦਾ। ਇੱਥੋਂ ਤੱਕ ਕਿ ਮੌਤ ਦਾ ਟਾਈਮ ਵੀ ਉਹ ਦੱਸ ਦਿੰਦੇ ਸੀ ਕਿ ਇਸ ਬੰਦੇ ਦੀ ਇਸ ਵੇਲੇ ਮੌਤ ਹੋ ਜਾਣੀ। ਉਹਨਾਂ ਨੂੰ ਆਪਣੀ ਮੌਤ ਦਾ ਖੁਦ ਵੀ ਪਤਾ ਲੱਗ ਗਿਆ ਸੀ। ਬੜੇ ਇੰਟੈਲੀਜੈਂਟ, ਪੜ੍ਹੇ ਲਿਖੇ, ਸੂਝਵਾਨ ਸੀ। ਚਲੋ ਕੁਦਰਤ ਦੇ ਘਰ ਜਿੰਨਾ ਕੁ ਲਿਖਿਆ ਉਨਾ ਹੀ ਹੈ। ਤੇ ਉਹ 6 ਅਗਸਤ ਮੇਰੇ ਖਿਆਲ 4 ਸਾਲ ਹੋ ਗਏ ਹੋਣੇ ਆ, 4 ਸਾਲ ਹੋ ਗਏ। ਕਿਸ ਤਰ੍ਹਾਂ ਉਹਦੀ ਮੌਤ ਕਿਸ ਤਰ੍ਹਾਂ ਹੋਈ? ਮੌਤ ਉਹਨਾਂ ਦੀ ਬਿਲਕੁਲ, ਉਹਨਾਂ ਨੇ ਸਾਨੂੰ ਦੱਸਤਾ ਸੀ ਕਿ ਉਹਨਾਂ ਨੇ ਆਪਣੇ ਹਿਸਾਬ ਕਿਤਾਬ 'ਚ ਕੱਢ ਲਿਆ ਸੀਗਾ ਕਿ ਮੈਂ ਇਸ ਮਹੀਨੇ ਦੀ ਇਸ ਤਰੀਕ ਨੂੰ ਖਤਮ ਹੋ ਜਾਣਾ, ਔਰ ਉਹਨਾਂ ਦੀ ਆਪਣੀ ਚਿੰਤਾ ਨਾਲ ਹੀ ਕਿ ਮੈਂ ਮਰ ਜਾਣਾ, ਮੌਤ ਦਾ ਪਤਾ ਲੱਗ ਜਾਣਾ, ਜਿਹੜਾ ਵਾ ਬੜਾ ਭਿਆਨਕ ਆ ਮੈਂ ਸਮਝਦੀ ਹਾਂ। ਤਾਂ ਉਹਨਾਂ ਨੂੰ ਰੋਟੀ ਛੱਡਤੀ ਉਹਨਾਂ ਨੇ, ਕੁਛ ਟਾਈਮ ਤੋਂ ਘੱਟ ਖਾਣੀ। ਮੈਂ ਕਹਿਣਾ ਵੀ ਕੀ ਗੱਲ ਰੋਟੀ ਨਹੀਂ ਖਾਂਦੇ? ਕਹਿਣਾ ਭੁੱਖ ਨਹੀਂ ਲੱਗਦੀ। ਭੁੱਖ ਕੀ ਲੱਗਣੀ, ਅੰਦਰੋਂ ਗਰਮੀ ਪੈ ਜਾਣੀ, ਉਹ ਬਹੁਤ ਜ਼ਿਆਦਾ ਕਮਜ਼ੋਰ ਹੋਣ ਲੱਗ ਗਏ। ਤੇ ਉਹ ਚਿੰਤਾ ਇਹ ਖਾਈ ਜਾਂਦੀ ਸੀ। ਜਿੱਦਣ ਉਹ ਫਿਰ ਮੁੱਕਦੇ ਆ, ਉਦੋਂ ਇੱਕ ਦਿਨ ਪਹਿਲਾਂ ਹੀ ਮੈਨੂੰ ਇਹ ਗੱਲ ਕਹਿੰਦੇ ਆ, ਕਹਿੰਦੇ ਕਿ ਮੇਰੀ ਗੱਲ ਸੁਣੋ ਕਿ ਆਪਣਾ ਰਿਸ਼ਤਾ ਇੰਨਾ ਕੀ ਸੀਗਾ ਜਿੰਨਾ ਕੁ ਸੀਗਾ ਨਿਭ ਗਿਆ। ਤੇ ਮੈਂ ਕਿਹਾ ਵੀ ਇੱਦਾਂ ਕਾਹਤੇ ਕਹਿੰਦੇ ਹੋ? ਕਹਿੰਦੇ ਨਹੀਂ, ਉਹ ਮੇਰਾ ਮਤਲਬ ਟਾਈਮ ਆ ਗਿਆ ਜਾਣ ਦਾ। ਮੈਂ ਕਿਹਾ ਤੁਸੀਂ ਕੋਈ ਹਿਸਾਬ ਕਿਤਾਬ ਕੱਢ ਲਿਆ ਹੋਣਾ ਜਿਹੜਾ ਸਾਰਾ ਦਿਨ ਖੋਲੀ ਬੈਠੇ ਰਹਿੰਦੇ ਹੋ? ਕਹਿੰਦੇ ਹਾਂ ਕੱਢਿਆ, 7-8 ਤਰੀਕ ਮੇਰੇ ਲਈ ਬਹੁਤ ਮਾੜੀ ਆ। ਮੈਂ ਕੋਈ ਗੱਲ ਨਹੀਂ, 7-8 ਵੀ ਲੰਘ ਜੂ, ਬੰਦੇ ਚੰਗੇ ਟਾਈਮ ਤਾਂ ਜ਼ਿੰਦਗੀ 'ਚ ਬੰਦੇ ਤੇ ਆਉਂਦੇ ਹੀ ਰਹਿੰਦੇ ਆ, ਵੀ ਢੇਰੀ ਢਾਉਣ ਵਾਲੀ ਕਿਹੜੀ ਗੱਲ ਆ? ਮੈਨੂੰ ਕਹਿੰਦੇ ਕਮਲੀਏ 7 ਤਰੀਕ ਤਾਂ ਆਉਣੀ ਨਹੀਂ, ਮੈਂ ਉਦੋਂ ਪਹਿਲਾਂ ਹੀ ਚਲੇ ਜਾਣਾ। ਬਸ 6 ਤਰੀਕ ਨੂੰ ਇੱਦਾਂ ਹੀ ਤੁਹਾਨੂੰ ਦੱਸਿਆ ਵੀ ਖਾਣਾ ਪੀਣਾ ਛੱਡਤਾ ਚਿੰਤਾ ਨਾਲ ਹੀ। 6 ਤਰੀਕ ਨੂੰ ਫਿਰ ਇੱਦਾਂ ਹੀ ਅਸੀਂ ਚੱਕ ਕੇ
ਕਪੂਰਥਲੇ ਲੈ ਗਏ। ਜਦੋਂ ਅਸੀਂ ਲੈ ਕੇ ਜਾਣ ਲੱਗੇ ਚੰਗੇ ਭਲੇ, ਤੇ ਕਹਿੰਦੇ ਕਿ ਨਹੀਂ ਰਹਿਣ ਦੇ, ਤੇਰਾ ਦਿਮਾਗ ਨਹੀਂ ਠੀਕ, ਤੂੰ ਮੈਨੂੰ ਚੱਕੀ ਲਿਜਾਨੀ ਆ। ਮੈਂ ਕਿਹਾ ਗੱਲ ਸੁਣੋ ਵੀ ਡਾਕਟਰ ਨੂੰ ਦਿਖਾਉਣਾ ਤਾਂ ਬਣਦਾ ਹੀ ਆ, ਵੀ ਰੋਟੀ ਨਹੀਂ ਖਾਂਦੇ ਤੁਸੀਂ? ਨਹੀਂ, ਕਹਿੰਦੇ ਕੋਈ ਨਹੀਂ। ਉਹਨਾਂ ਨੂੰ ਲੱਗ ਰਿਹਾ ਸੀ ਵੀ ਮੈਂ ਮੌਤ ਵੱਲ ਵੱਧ ਰਿਹਾ, ਮੇਰਾ ਤਾਂ ਲਿਮਟਿਡ ਟਾਈਮ ਆ, ਇਹ ਮੈਨੂੰ ਐਵੇਂ ਲਈ ਫਿਰਦੇ ਨੇ। ਅਸੀਂ ਜੀ ਕਪੂਰਥਲੇ ਵੀ ਲੈ ਗਏ, ਅਸੀਂ ਉਹ ਡਾਕਟਰ ਦੀ ਕੋਠੀ ਉਹਨਾਂ ਨਾਲ ਅਪਾਇੰਟਮੈਂਟ ਸੈੱਟ ਕਰ ਲਈ, ਤੇ ਉੱਥੇ ਅਸੀਂ ਉਹਨਾਂ ਨੂੰ ਉੱਥੇ ਲਟਾਤਾ, ਵੀ ਡਾਕਟਰ ਨੂੰ ਫੋਨ ਕਰਤਾ ਵੀ ਡਾਕਟਰ ਸਾਹਿਬ ਆਓ ਦੇਖੋ ਇਹਨਾਂ ਨੂੰ। ਤੇ ਉਹ ਡਾਕਟਰ ਸਾਹਿਬ ਤਾਂ ਪਹੁੰਚੇ ਵੀ ਨਹੀਂ। ਜੇ ਉਹ ਪਹੁੰਚਦੇ, ਕੋਈ ਟੀਕਾ ਲਾਉਂਦੇ ਜਾਂ ਕੁਛ ਲਾਉਂਦੇ, ਫਿਰ ਉਹਨਾਂ ਦੀ ਮੌਤ ਹੁੰਦੀ। ਸਾਡੇ ਮਨ 'ਚ ਸ਼ੰਕਾ ਰਹਿਣਾ ਸੀ ਵੀ ਸ਼ਾਇਦ ਜਿਹੜੀ ਕੋਈ ਦਵਾਈ ਦਿੱਤੀ ਉਹਨੇ ਮਤਲਬ ਗਲਤ ਅਸਰ ਕੀਤਾ, ਰਿਐਕਟ ਕਰ ਗਈ। ਪਰ ਉਹ ਨੌਬਤ ਹੀ ਨਹੀਂ ਆਈ। ਡਾਕਟਰ ਸਾਹਿਬ ਆਉਣ ਤੋਂ ਪਹਿਲਾਂ ਹੀ ਆਪਣਾ ਕੰਮ ਕਰਨ ਵਾਲਾ ਮੁੰਡਾ ਸੀ, ਮੈਂ ਕੋਲ ਬਹਾਇਆ, ਬੇਟੀ ਸੀ, ਮੈਂ ਸੀ ਲਾਗੇ ਬੈਠੇ ਸੀ। तो वो मैंने कहने लगा माँ जी मुझे तो ऐसे लग रहा कि बापू का सांस नहीं चलता। जब आके देखा था बापू कुछ नहीं, इस तरह बहुत साइलेंट अटैक, बिल्कुल कोई नहीं, मैं बस जो मालिक का हुक्म सी। ਇਹ ਗੱਲ ਕਰ ਸਨ ਵਿੱਕੀ ਦਿਓਲ ਦੇ ਮੰਮੀ ਜੀ ਤੇ ਨਾਨੀ ਜੀ, ਜਿਨ੍ਹਾਂ ਨੇ ਆਪਣੇ ਪੁੱਤਰ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਸਵੇਰ ਤੋਂ ਲੈ ਕੇ ਰਾਤ ਤਾਈਂ ਕਿਸ ਤਰ੍ਹਾਂ ਉਹ ਸਰ। ਹਾਂਜੀ, ਰਾਤ ਨੂੰ ਕਹਿੰਦੇ ਇਹਨੂੰ ਕਹੋ ਭਾਈ ਸਾਹਿਬ ਦੇ ਆਵੇ ਘਰ। ਠੀਕ ਹੈ। ਆਪਣੇ ਦੇਖੋ ਸਭ ਤੋਂ ਜ਼ਿਆਦਾ ਫਿਕਰ ਜਿਹੜਾ ਵਾ ਨਾਨੀ ਉਹਦੀ ਫਿਕਰ ਕਰਦੀ ਆ। ਤੇ ਹੁਣ ਅਸੀਂ ਗੱਲਬਾਤ ਕਰਾਂਗੇ ਵਿੱਕੀ ਦਿਓਲ ਜੀ ਨਾਲ। ਅਸੀਂ ਤੁਹਾਨੂੰ ਪ੍ਰੋਗਰਾਮ ਦਿਖਾ ਰਹੇ ਹਾਂ ਨੌਜਵਾਨ ਹਰਪ੍ਰੀਤ ਸਿੰਘ ਵਿੱਕੀ ਦਿਓਲ ਦੇ ਨਾਲ। ਤੇ ਸਭ ਤੋਂ ਪਹਿਲਾਂ ਮੈਂ ਹਰਪ੍ਰੀਤ ਵਿੱਕੀ ਦਿਓਲ ਦੇ ਨਾਲ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਨੌਜਵਾਨ ਨੇ ਬਹੁਤ ਵੱਡੇ ਵੱਡੇ ਮਾਰਕੇ ਮਾਰੇ। ਇਹਨੇ ਕਰਾਟੇ ਵੀ, ਕਬੱਡੀ ਵੀ ਤੇ ਹੋਰ ਵੀ ਜਿਹੜੇ ਡੰਡ ਬੈਠਕਾਂ ਗੂਠੇ ਨਾਲ, ਦੋਨੇ ਗੂਠੇ ਥੱਲੇ ਕਰਕੇ ਡੰਡ ਬੈਠਕਾਂ ਇਹਦੇ ਰਿਕਾਰਡ ਬਣਾਇਆ। ਤੇ ਉਹ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਆਪਣੇ ਬਾਰੇ ਤੇ ਜਿਹੜੇ ਨੌਜਵਾਨ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ। ਤੇ ਹੁਣ ਅਸੀਂ ਫਤਿਹ ਬੁਲਾਉਂਦੇ ਹਾਂ ਹਰਪ੍ਰੀਤ ਦੀ ਵਾਈਫ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਕਿਹੜੇ ਮਾਰਕੇ ਮਾਰੇ ਆ? ਕਿਉਂਕਿ ਜਿਹੜਾ ਹੁਣ ਅੱਜ ਕੱਲ੍ਹ ਦਾ ਟਾਈਮ ਜਿਹੜਾ ਚੱਲ ਰਿਹਾ ਇਹ ਬੜਾ ਭਿਆਨਕ ਚੱਲ ਰਿਹਾ। ਬੜੇ ਨੌਜਵਾਨ ਜਿਹੜੇ ਆ ਵੱਖਰੇ ਵੱਖਰੇ ਨਸ਼ੇ ਜਿਹੜੇ ਆ ਖਾ ਰਹੇ ਆ। ਕਿ ਅੱਗੇ ਨਸ਼ੇ ਸੀਗੇ ਸ਼ਰਾਬ, ਅਫੀਮ ਜਾਂ ਹੋਰ ਕੋਈ ਨਸ਼ੇ ਮਾੜੇ ਮੋਟੇ, ਜਿਹੜੇ ਹੁਣ ਜਿਹੜੇ ਨਸ਼ੇ ਆ ਭਿਆਨਕ ਨਸ਼ੇ ਜਿਹੜੇ ਚੱਲ ਰਿਹਾ, ਭਿਆਨਕ ਦੌਰ ਚੱਲ ਰਿਹਾ। ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਜਿਹੜੀ ਆ ਗੇਮਾਂ ਜਿਹੜੀਆਂ ਕਦੋਂ ਸ਼ੁਰੂ ਕੀਤੀਆਂ? ਮੈਂ ਜੀ ਬਚਪਨ 'ਚ ਉਦੋਂ ਮੈਂ 4th ਦੇ ਵਿੱਚ ਸੀਗਾ ਜਦੋਂ ਮੈਂ ਗੇਮ ਦੇ ਵਿੱਚ ਪੂਰੀ ਤਰ੍ਹਾਂ ਪੈ ਗਿਆ ਜੀ। ਪ੍ਰਾਇਮਰੀ ਸਕੂਲ ਦੇ ਵਿੱਚ ਮੈਂ ਕਬੱਡੀ, ਖੋ-ਖੋ, ਕਬੱਡੀ ਦੇ ਵਿੱਚ ਵੀ ਬਹੁਤ ਵਧੀਆ ਖੇਡਦਾ ਸੀ, ਖੋ-ਖੋ ਵੀ ਬਹੁਤ ਵਧੀਆ ਖੇਡਦਾ ਸੀ। ਔਰ ਪ੍ਰਾਇਮਰੀ 'ਚ ਮੇਰੇ ਟੀਚਰ ਮੇਰੇ ਮੰਮੀ ਸੀਗੇ। ਇਹਨਾਂ ਨੇ ਵੀ ਬਹੁਤ ਜ਼ਿਆਦਾ ਉਤਸ਼ਾਹ ਦੇਣਾ ਵੀ ਤੂੰ ਬਹੁਤ ਵਧੀਆ ਪਲੇਅਰ ਆ ਔਰ ਬੜਾ ਵਧੀਆ ਢੰਗ ਨਾਲ ਤੂੰ ਖੇਡਦਾ ਹੈਗਾ, ਮੇਰੇ ਵੱਲੋਂ ਤੈਨੂੰ ਪੂਰੀ ਸਪੋਰਟ ਆ, ਤੂੰ ਦੱਬ ਕੇ ਖੇਡ। ਔਰ ਖੁਰਾਕ ਵੀ ਵਧੀਆ ਸੀ, ਜਿੱਦਾਂ ਘਰ ਦਾ ਦੁੱਧ ਘਿਓ ਸੀਗਾ ਵਧੀਆ, ਔਰ ਇਹ ਚੀਜ਼ਾਂ ਦੀ ਕੋਈ ਕਮੀ ਨਹੀਂ ਸੀ। ਬਹੁਤ ਵਧੀਆ ਇਹਨਾਂ ਦਾ ਉਤਸ਼ਾਹ ਰਿਹਾ ਮੈਨੂੰ। ਤੋ ਪ੍ਰਾਇਮਰੀ ਤੋਂ ਬਾਅਦ ਫਿਰ ਮਿਡਲ 'ਚ ਆ ਗਿਆ। ਮਿਡਲ ਦੇ ਵਿੱਚ ਮੈਂ ਕਬੱਡੀ ਵੀ ਖੇਡਦਾ ਸੀ, ਕਬੱਡੀ ਦੇ ਨਾਲ ਖੋ-ਖੋ 'ਚ ਥੋੜ੍ਹਾ ਜ਼ਿਆਦਾ ਹੋਰ ਅੱਗੇ ਨਿਕਲ ਗਿਆ। ਉਹਦੇ 'ਚ ਫਿਰ ਮੈਂ ਡਿਸਟ੍ਰਿਕਟ ਦੇ ਵਿੱਚ ਲਗਾਤਾਰ 4-5 ਵਾਰ ਮੈਂ ਜਿੱਤਿਆ ਜੀ। ਫਿਰ ਸਟੇਟ ਖੇਡੀ ਆ, ਸਟੇਟ ਦੇ ਵਿੱਚ ਵੀ 2 ਵਾਰ ਮੈਂ ਪੰਜਾਬ ਖੇਡਿਆ। ਇਸ ਤੋਂ ਬਾਅਦ ਫਿਰ ਜਦੋਂ ਅਸੀਂ ਹਾਇਰ ਐਜੂਕੇਸ਼ਨ 'ਚ ਚਲੇ ਗਏ ਉਦੋਂ ਫਿਰ ਕਬੱਡੀ, ਦੈਨ ਫਿਰ ਖੋ-ਖੋ। ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਯਾਰਾਂ ਦੋਸਤਾਂ ਨੇ ਸਾਰਿਆਂ ਨੇ ਸੋਚਿਆ ਵੀ ਕੋਈ ਇੱਦਾਂ ਦੀ ਗੇਮ ਹੋਣੀ ਚਾਹੀਦੀ ਆ ਜਿਹਦੇ ਨਾਲ ਨਾ ਕੋਈ ਅਸੀਂ ਕਿਸੇ ਦੀ ਰੱਖਿਆ ਕਰ ਸਕਦੇ ਹੋਈਏ, ਸਾਡੇ ਕੋਲ ਇੱਦਾਂ ਦੀ ਤਕਨੀਕ ਹੋਵੇ ਵੀ ਆਪਣੇ ਆਪ ਨੂੰ ਬਚਾਇਆ ਜਾਵੇ। ਜਿਵੇਂ ਹੁਣ ਕਬੱਡੀ ਦੇ ਵਿੱਚ ਤਾਂ ਆਪਾਂ ਖਾਲੀ ਇੱਕ ਸਪੋਰਟਸ ਹੀ ਆ, ਕੋਈ ਇੱਦਾਂ ਦੀ ਚੀਜ਼ ਹੋਵੇ। ਫਿਰ ਅਸੀਂ ਉਦੋਂ ਇੰਨੀ ਜ਼ਿਆਦਾ ਵਿਕਸਿਤ ਨਹੀਂ ਸੀ ਕਰਾਟੇ, ਪਰ ਲੱਭਿਆ ਸੀ, ਸਾਨੂੰ ਕੋਚ ਮਿਲੇ, ਉਹਨਾਂ ਨਾਲ ਸੰਪਰਕ ਕੀਤਾ। ਉਹ ਸੁਲਤਾਨਪੁਰ ਲੋਧੀ 'ਚ ਆਏ, ਨਵੀਨ ਸ਼ਰਮਾ ਕਪੂਰਥਲੇ ਤੋਂ। ਫਿਰ ਉਹ ਉੱਥੇ ਅਸੀਂ ਉਹਨਾਂ ਤੋਂ ਟ੍ਰੇਨਿੰਗ ਲਈ ਔਰ ਪਰਮਾਤਮਾ ਦੀ ਕਿਰਪਾ ਰਹੀ ਵੀ ਉਹਦੇ ਵਿੱਚ ਵੀ ਬਸ ਫਿਰ ਅੱਗੇ ਹੀ ਅੱਗੇ ਬਹੁਤ ਕਾਮਯਾਬ ਹੋਇਆ। ਮੈਂ ਕਾਫੀ ਟੂਰਨਾਮੈਂਟ ਖੇਡੇ ਨੇ, ਬਥੇਰੇ ਸਰਟੀਫਿਕੇਟ ਪਏ ਆ, ਬਹੁਤ ਚਿਰ ਕਰਾਟਿਆਂ ਦਾ ਖਹਿੜਾ ਨਹੀਂ ਛੱਡਿਆ। ਉਸ ਤੋਂ ਬਾਅਦ ਵਿਆਹ ਹੋ ਗਿਆ ਜੀ, ਵਿਆਹ ਤੋਂ ਬਾਅਦ ਵੀ ਨਹੀਂ ਰੁਕਿਆ ਜੀ। ਕਿ ਵਿਆਹ ਤੋਂ ਬਾਅਦ ਕਈ ਦੀ ਬੱਸ ਹੋ ਜਾਂਦੀ ਆ। ਨਹੀਂ ਮਤਲਬ ਇਦਾਂ ਤਾਂ ਨਹੀਂ ਕਹਿਣਾ ਚਾਹੀਦਾ ਜੀ ਵੀ ਉਹ ਚਲੋ ਉਹਨਾਂ ਰੁਝੇਵੇਂ ਵੱਜ ਜਾਂਦੇ ਆ। ਮੈਂ ਸਮਝਦਾ ਵੀ ਉਹ ਤਾਂ ਕਰਕੇ ਗੱਲ ਕਰਦਾ ਮੈਂ ਜੀ। ਉਸ ਤੋਂ ਬਾਅਦ ਰੁਝੇਵੇਂ ਵੱਜ ਜਾਂਦੇ ਆ ਤੇ ਉਹ ਨਹੀਂ ਆ ਸਕਦੇ। ਪਰ ਮੈਨੂੰ ਰੁਝੇਵੇਂ ਤਾਂ ਚਲੋ ਠੀਕ ਸੀਗੇ ਹੀ, ਪਰ ਮੈਨੂੰ ਪਿਆਰ ਬਹੁਤ ਸੀ ਆਪਣੀ ਗੇਮ ਨਾਲ, ਮੈਂ ਇਹਨੂੰ ਛੱਡ ਨਹੀਂ ਸਕਿਆ।
ਕਿਸੇ ਤਰ੍ਹਾਂ ਵੀ। ਔਰ ਮੇਰੀ ਵਾਈਫ ਵੱਲੋਂ ਵੀ ਕਦੇ ਕੋਈ ਇਦਾਂ ਦੀ ਕੋਈ ਰੁਕਾਵਟ ਨਹੀਂ ਸੀ, ਕੋਈ ਕੁਝ ਨਹੀਂ ਸੀ। ਇਹਨਾਂ ਨੇ ਬਹੁਤ ਮੈਨੂੰ ਕੋਆਪਰੇਟ ਕੀਤਾ। ਮੈਂ ਸਪੋਰਟਸ ਦੇ ਵਿੱਚ ਕਾਫੀ ਅੱਗੇ, ਮਾਪੇ ਮੇਰੇ, ਮੰਮੀ ਡੈਡੀ ਸਾਰੇ ਕੋਆਪਰੇਟ ਕਰਦੇ ਸੀ। ਮੇਰੇ ਮਾਮਾ ਜੀ ਸੁਖਵੰਤ ਸਿੰਘ ਗਰੇਵਾਲ ਬਹੁਤ ਜ਼ਿਆਦਾ ਮੇਰਾ ਮਾਣ ਕਰਦੇ ਸੀ। ਜਦੋਂ ਮੈਂ ਜਿੱਤ ਕੇ ਆਉਂਦਾ ਸੀ, ਇਹ ਮੈਨੂੰ ਘਿਓ ਦੇ ਡੱਬੇ ਲਿਆ ਕੇ ਦਿੰਦੇ ਸੀ, ਕਹਿੰਦੇ ਦੱਬ ਕੇ ਖਾ। ਹਾਂਜੀ, ਬਹੁਤ ਜ਼ਿਆਦਾ ਮੈਨੂੰ ਮੇਰੇ ਮਤਲਬ ਹੱਲਾਸ਼ੇਰੀ ਤੈਨੂੰ ਪੂਰੀ ਮਿਲੀ? ਬਹੁਤ ਜ਼ਿਆਦਾ ਹੱਲਾਸ਼ੇਰੀ ਮੇਰੀ। ਔਰ ਇਹਨਾਂ ਦੀ ਹੱਲਾਸ਼ੇਰੀ ਦੇ ਸਦਕੇ ਹੀ ਮੈਂ ਮਤਲਬ ਕਾਫੀ ਟੂਰਨਾਮੈਂਟ ਜਿੱਤੇ, ਖੇਡੇ, ਹਾਰੇ ਵੀ ਬਹੁਤ। ਪਰ ਜਦੋਂ ਹਾਰੇ ਵੀ ਤਾਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਜ਼ਰੂਰ ਆਇਆ। ਮਤਲਬ ਉਹਨਾਂ ਨੂੰ ਇਹ ਸੀਗਾ ਕਿ ਜੇ ਆ ਹਾਰਿਆ ਵੀ ਆ ਤਾਂ ਵੀ ਇਹਦੇ 'ਚ ਬਹੁਤ ਕੁਛ ਆ, ਇਹ 'ਚ ਇੱਕ ਡਿਫਰੈਂਟ ਚੀਜ਼ ਆਏ। ਕੋਈ ਬੰਦਾ ਸਪੀਡ ਬਹੁਤ ਸੀ, ਕਿੱਕ ਪੰਚ ਸਪੀਡ ਬਹੁਤ ਸੀ, ਬਹੁਤ ਵਧੀਆ। ਜਾਣੀ ਕਿ ਮੈਂ ਉਹ ਸਮਾਂ ਸੀਗਾ ਪੁਸ਼ਅਪ ਲਾਉਂਦਾ ਹੁੰਦਾ ਸੀ, ਜਦੋਂ ਵਿਹਲਾ ਟਾਈਮ ਹੁੰਦਾ ਸੀ ਉਦੋਂ ਮੈਂ ਪੁਸ਼ਅਪ ਲਾਉਂਦਾ ਹੁੰਦਾ ਸੀ। ਡੰਡ ਕੱਢੀ ਜਾਣੇ, ਉਂਗਲਾਂ ਦੇ ਕੱਢੀ ਜਾਣੇ, ਫਿਰ 3 ਉਂਗਲਾਂ ਦੇ ਕੱਢੀ ਜਾਣੇ। ਫਿਰ ਹੁਣ ਇਹਨਾਂ ਦਿਨਾਂ 'ਚ ਮੈਂ ਗੂਠਿਆਂ ਦੇ ਹੀ ਕੱਢੀ ਜਾਂਦਾ ਕਿੰਨੇ ਚਿਰ ਦਾ। ਫਿਰ ਜਦੋਂ ਗੂਠਿਆਂ ਦੇ ਕੱਢੀ ਜਾਂਦਾ, ਫਿਰ ਮੇਰੇ ਮਨ 'ਚ ਆਈ ਵੀ ਮੈਂ ਵੀ ਕੋਈ ਨਾ ਕੋਈ ਦੇਖਾਂ ਸਰਚ ਕਰਕੇ ਗੂਗਲ 'ਤੇ ਵੀ ਕੀ ਰਿਕਾਰਡ ਕੀ ਆ। ਵੈਸੇ ਮੈਂ ਤਾਂ ਰਿਕਾਰਡ ਕਰ ਸਕਦਾ। ਜਿਹੜੇ ਹੱਥਾਂ 'ਤੇ ਡੰਡ ਕੱਢਣੇ ਸੀ ਉਹ ਵੀ ਕਾਫੀ ਕੱਢ ਲੈਂਦਾ ਸੀ 1 ਮਿੰਟ 'ਚ। ਫਿਰ ਇਸ ਤੋਂ ਬਾਅਦ ਜਦੋਂ ਮੈਂ ਗੂਠਿਆਂ 'ਤੇ ਚੈੱਕ ਕੀਤਾ ਰਿਕਾਰਡ, ਤਾਂ ਫਿਰ ਮੈਂ ਲਗਭਗ ਉਹਦੇ ਨੇੜੇ ਸੀ। 48 ਸੀ ਆਪਣੇ ਇੰਡੀਆ ਦਾ, ਉਹਦੇ ਮੈਂ ਨੇੜੇ ਸੀ। ਫਿਰ ਮੈਂ ਮਿਹਨਤ ਕੀਤੀ, ਮੈਨੂੰ ਮੌਕਾ ਮਿਲਿਆ ਗੋਆ ਜਾਣ ਦਾ। ਉੱਥੇ 53 ਕੀਤੇ, ਉਹ ਵੀ ਬ੍ਰੇਕ ਹੋਇਆ। ਤਾਂ ਮੈਂ ਸੋਚਿਆ ਕਿਸੇ ਬੁੱਕ 'ਚ ਨਾਂ ਤਾਂ ਦਰਜ ਕਰਾਵਾਂ। ਤਾਂ ਫਿਰ ਮੈਂ ਸਰਚ ਕੀਤੀ, ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਮੈਂ ਆਪਣਾ ਨਾਂ ਦਰਜ ਕਰਾਇਆ। ਇੱਥੇ ਪ੍ਰੋਗਰਾਮ ਹੋਇਆ ਸੀ ਖਾਲਸਾ ਕਾਲਜ ਫॉर ਵੂਮਨ 16 ਤਰੀਕ ਨੂੰ, 16/4/2017। ਇਹਦੇ ਵਿੱਚ ਮੈਨੂੰ ਮੇਰੀ ਐਸੋਸੀਏਸ਼ਨ ਨੇ ਬਹੁਤ ਸਾਥ ਦਿੱਤਾ। ਔਰ ਫਿਰ 59 ਪੁਸ਼ਅਪ ਕਰਕੇ ਜਿਹੜਾ ਇੰਡੀਆ ਦਾ ਰਿਕਾਰਡ ਤਾਂ ਤੋੜਿਆ ਹੀ ਆ ਜੀ, ਵਰਲਡ ਰਿਕਾਰਡ ਵੀ, ਗਿੰਨੀ ਦਾ ਰਿਕਾਰਡ ਵੀ ਤੋੜਿਆ ਜੀ। ਇਹ ਦੇਖੋ, ਸਭ ਤੋਂ ਵੱਡੀ ਗੱਲ ਹੁੰਦੀ ਹੈ ਹੱਲਾਸ਼ੇਰੀ ਦੀ। ਹੱਲਾਸ਼ੇਰੀ ਦੀ ਇਹਨੂੰ ਮਾਤਾ ਪਿਤਾ ਕੋਲੋਂ ਵੀ, ਨਾਨੀ ਕੋਲੋਂ ਵੀ, ਨਾਨੇ ਕੋਲੋਂ ਵੀ, ਫਿਰ ਉਹਨਾਂ ਦੀ ਪਤਨੀ ਆ ਗਈ, ਪਤਨੀ ਨੇ ਵੀ ਹੱਲਾਸ਼ੇਰੀ ਦਿੱਤੀ। ਹੱਲਾਸ਼ੇਰੀ ਜਿਹੜੀ ਆ ਸਭ ਤੋਂ ਵੱਡੀ ਗੱਲ ਹੁੰਦੀ ਆ। ਜਦੋਂ ਮੈਦਾਨੇ ਜੰਗ 'ਚ ਲੜਾਈ ਹੁੰਦੀ ਆ, ਉਹਦਾ ਜਰਨੈਲ ਜਿਹੜਾ ਹੁੰਦਾ ਉਹ ਹੱਲਾਸ਼ੇਰੀ ਦਿੰਦਾ ਤੇ ਜਿੱਤ ਪ੍ਰਾਪਤ ਹੁੰਦੀ ਆ। ਜੇ ਜਰਨੈਲ ਜਦੋਂ ਭੱਜ ਜਾਂਦਾ ਤੇ ਸਾਰੇ ਫੇਰ ਭੱਜ ਜਾਂਦੇ ਆ। ਇਸ ਨੌਜਵਾਨ ਨੇ ਬਹੁਤ ਵੱਡੇ ਮਾਰਕੇ ਮਾਰੇ ਆ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੂਰੀ ਦੁਨੀਆ ਦੇ ਜਿਹੜੇ ਨੌਜਵਾਨ ਹੈ ਇੱਦਾਂ ਹੀ ਮਾਰਕੇ ਮਾਰਦੇ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ। ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਹਰਪ੍ਰੀਤ ਸਿੰਘ ਜੀ ਪਤੀ ਨਾਲ। ਹਾਂਜੀ ਭੈਣ ਜੀ, ਤੁਸੀਂ ਆਪਣੇ ਪਤੀ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਇਹਨਾਂ ਬਾਰੇ, ਮੈਨੂੰ ਇਹਨਾਂ ਤੇ ਬਹੁਤ ਮਾਣ ਆ, ਬਹੁਤ ਗਰਵ ਮਹਿਸੂਸ ਕਰ ਰਹੇ ਆ। ਜਿਹੜੇ ਇਹਨਾਂ ਨੇ ਹੁਣ ਰਿਕਾਰਡ ਤੋੜਿਆ ਆ ਤੇ ਬਹੁਤ ਵਧੀਆ ਆ। ਮਤਲਬ ਇਹਨਾਂ ਨਾਲ ਮੇਰੀ ਸ਼ਾਦੀ ਹੋਣਾ, ਮੈਂ ਆਪਣੇ ਆਪ ਨੂੰ ਇੱਕ ਬਹੁਤ ਮਾਣ ਵਾਲੀ ਗੱਲ ਮਹਿਸੂਸ ਕਰਦੀ ਹਾਂ। ਇਹ ਤੁਹਾਡੇ ਕਿੰਨੇ ਬੱਚੇ ਆ ਜੀ? ਇੱਕ ਬੇਟਾ ਆ। ਹਾਂਜੀ। ਤੇ ਕਿਹੜੀ ਕਲਾਸ 'ਚ ਪੜ੍ਹਦਾ ਜੀ? ਉਹ 10th 'ਚ ਆ। ਹਾਂਜੀ। ਤੇ ਕਦੀ ਤੁਸੀਂ ਲੜਾਈ ਝਗੜਾ ਵੀ ਕਦੀ ਕੀਤਾ ਕਿ ਨਹੀਂ? ਇੰਨਾ ਜ਼ਿਆਦਾ ਨਹੀਂ, ਮਾੜਾ ਮੋਟਾ ਕਿਤੇ ਕੋਈ ਹੋ ਸਕਦਾ, ਪਰ ਚਾਹੀਦਾ ਮਾੜਾ ਮੋਟਾ। ਹਾਂਜੀ, ਇੰਨਾ ਜ਼ਿਆਦਾ ਨਹੀਂ ਵੀ ਕਿਤੇ ਬਹੁਤ ਜ਼ਿਆਦਾ ਹੋਇਆ ਹੋਵੇ। ਇੱਦਾਂ ਹੋਇਆ ਜੀ ਕੋਈ ਗੱਲ ਨਹੀਂ। ਹਾਂਜੀ। ਤੇ ਹੁਣ ਜਿਹੜੇ ਨੌਜਵਾਨ ਸਾਡੇ ਆ ਜਾਂ ਧੀਆਂ ਭੈਣਾਂ ਸਾਡੀਆਂ ਵਾ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਉਹ ਵੀ ਇਦਾਂ ਦੇ ਪਲੇਅਰ ਬਣ? ਹਾਂਜੀ, ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਹਨਾਂ ਤੋਂ ਕੋਈ ਗਾਈਡੈਂਸ ਲੈਣ। ਅਸੀਂ ਵੀ ਇਹ ਚਾਹੁੰਦੇ ਆ ਵੀ ਕੋਈ ਇਹੋ ਜਿਹੀ ਗਾਈਡੈਂਸ ਵਾਲਾ ਕੋਈ ਕੰਮ ਕਰੀਏ ਜਿਹਦੇ ਤੋਂ ਸਾਰੇ ਜਾਣੇ ਸਿੱਖ ਸਕਣ ਕੁਛ। ਬਸ ਇਹੀ ਕਹਿਣਾ। ਬਹੁਤ ਧੰਨਵਾਦ ਜੀ। ਹਾਂਜੀ ਭਾਈ ਸਾਹਿਬ। ਹਾਂਜੀ, ਹੁਣ ਜਿਹੜੇ ਨੌਜਵਾਨ ਆਪਣੇ ਧੀਆਂ ਭੈਣਾਂ ਵਾ, ਬੱਚੇ ਆ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਉਹ ਵੀ ਤੁਹਾਡੇ ਵਾਂਗੂ ਪਲੇਅਰ ਬਣ? ਬਿਲਕੁਲ ਜੀ, ਪਲੇਅਰ ਤਾਂ ਬਣਨਾ ਹੀ ਚਾਹੀਦਾ, ਪਲੇਅਰ ਤਾਂ ਹੋਣਾ ਹੀ ਚਾਹੀਦਾ। ਕਿਉਂਕਿ ਜਿਹੜੀ ਸਪੋਰਟਸ ਆ ਨਾ, ਸਪੋਰਟਸ ਬੰਦੇ ਨੂੰ ਇੱਕ ਸਹੀ ਮਤਲਬ ਉਹਦਾ ਜਿਹੜੇ ਮਾਨਸਿਕ ਲੈਵਲ ਆ ਉਹਨੂੰ ਸਹੀ ਰੱਖਦੀ ਆ। ਕਿਉਂਕਿ ਬੰਦਾ ਜਦੋਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਜੀਂਦਾ ਨਾ, ਤਾਂ ਉਹਦੇ 'ਚ ਕੋਈ ਉਤਾਰ ਚੜਾਅ ਸੋਚਾਂ ਕਈ। ਜਦੋਂ ਆਪਾਂ ਸਪੋਰਟਸ ਦੇ ਨਾਲ ਜੁੜਦੇ ਹਾਂ, ਐਕਸਰਸਾਈਜ਼ ਕਰਦੇ ਹਾਂ ਪ੍ਰੋਪਰ ਇੱਕ ਟਾਈਮ ਨਾਲ ਆਪਣੇ ਆਪ ਨੂੰ ਉਹਦੇ 'ਚ ਬੰਨ੍ਹਦੇ ਹਾਂ, ਤਾਂ ਇਹੋ ਜਿਹੀਆਂ ਸੋਚਾਂ ਵੀ ਉਹਦੇ ਤੋਂ ਦੂਰ ਹੋ ਜਾਂਦੀਆਂ ਨੇ। ਕੌਨਫੀਡੈਂਸ ਆਉਂਦਾ, ਸਰੀਰ ਤਕੜੇ ਹੋਣ ਦੇ ਨਾਲ ਮਨ ਵੀ ਤਕੜਾ ਹੁੰਦਾ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਆਪਾਂ, ਜੇ ਕੋਈ ਪ੍ਰੋਫੈਸ਼ਨਲ ਸਪੋਰਟਸਮੈਨ ਨਹੀਂ ਬਣ ਸਕਦੇ, ਘੱਟੋ ਘੱਟ ਆਪਣੀ ਦੌੜ ਲਾਈਏ, ਜਿਮ 'ਚ ਜਾਈਏ ਜਾਂ ਇੱਦਾਂ ਦੀਆਂ ਯੋਗਾ ਕਰੀਏ। ਤੁਹਾਨੂੰ ਕੋਈ ਜਿੱਦਾਂ ਤੁਸੀਂ ਪੰਜਾਬ ਤੋਂ ਬਾਹਰ ਵੀ ਗਏ ਆ, ਤੁਹਾਨੂੰ ਕੋਈ ਪਰੇਸ਼ਾਨੀ ਆਈ ਹੋਵੇਗੀ? ਨਹੀਂ ਜੀ, ਮੈਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ। ਪੰਜਾਬ ਤੋਂ ਬਾਹਰ ਗਿਆ ਉਦੋਂ ਵੀ ਨਹੀਂ ਆਈ, ਇੰਡੀਆ ਤੋਂ ਬਾਹਰ ਗਿਆ ਉਦੋਂ ਵੀ ਨਹੀਂ ਆਈ। ਮੈਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ, ਇੱਦਾਂ ਦੀ ਕਿਸੇ ਤਰ੍ਹਾਂ ਦੀ ਵੀ ਨਹੀਂ ਆਈ ਜੀ। ਇਹ ਅਸੀਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਹਰਪ੍ਰੀਤ ਸਿੰਘ ਜੀ ਵਿੱਕੀ ਦਿਓਲ ਦੇ ਨਾਲ। ਇਹਨਾਂ ਨੇ ਆਪਣੇ
ਜਿਹੜੀ ਸਰੀਰ ਦੇ ਬਾਰੇ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨਾਂ ਨੂੰ ਜਿਹੜਾ ਵਾ ਆਪਣਾ ਸਰੀਰ ਜਿਹੜਾ ਸਾਂਭ ਕੇ ਰੱਖਣਾ ਚਾਹੀਦਾ। ਵਿੱਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਿੱਖ ਚੈਨਲ ਜਿਹੜੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਬਹੁਤ ਬਹੁਤ ਇਸ ਚੀਜ਼ ਦਾ ਮੈਂ ਥੈਂਕ ਯੂ ਕਹਿਣਾ ਚਾਹੁੰਦਾ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੱਲਬਾਤ ਕਰਦੇ ਹਾਂ ਹਰਪ੍ਰੀਤ ਸਿੰਘ ਵਿੱਕੀ ਦਿਓਲ ਦੇ ਮਾਮਾ ਜੀ ਨਾਲ ਕਿ ਉਹ ਆਪਣੇ ਭਾਂਜੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਆਪਣੇ ਨੌਜਵਾਨ ਬੱਚਿਆਂ ਨੂੰ ਸਰੀਰ ਸਾਂਭਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਵਿੱਕੀ ਦਿਓਲ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਜਿਹੜਾ ਇਹ ਬੱਚਾ ਜੀ, ਇਹ ਬੱਚਾ ਬਚਪਨ ਤੋਂ ਹੀ ਵੈਸੇ ਤਾਂ ਐਕਟਿਵ ਸੀ, ਕਾਫੀ ਬਹੁਤ ਖੇਡਾਂ ਦਾ ਇਹਨੂੰ ਸ਼ੌਕ ਸੀ ਬਚਪਨ ਤੋਂ। ਤੇ ਪ੍ਰਾਇਮਰੀ ਦੇ ਵਿੱਚ ਇਹ ਖੋ ਦਾ ਖਾਸ ਕਰ ਐਡਾ ਕੁ ਵਧੀਆ ਖਿਡਾਰੀ ਸੀ ਕਿ 7-7 ਮਿੰਟ ਇਹ ਇਕੱਲਾ ਹੀ ਆਊਟ ਨਹੀਂ ਸੀ ਹੁੰਦਾ। ਬਹੁਤ ਵਧੀਆ ਖਿਡਾਰੀ ਸੀ ਔਰ ਇਹਨੂੰ ਲਗਨ ਸੀ। ਇੱਕ ਤਾਂ ਹੁੰਦਾ ਵੀ ਆਪਾਂ ਧੱਕੇ ਨਾਲ ਕਿਸੇ ਨੂੰ ਕਿਸੇ ਗੇਮ 'ਚ ਪਾ ਦਈਏ ਜਾਂ ਕੁਛ ਕਰਦੇ। ਅਸੀਂ ਵੀ ਕੋਈ ਐਕਟੀਵਿਟੀ ਕਰਦੇ ਸੀ, ਅਸੀਂ ਇੱਥੇ ਥੋੜ੍ਹਾ ਬਹੁਤ ਖੇਡਦੇ ਹੁੰਦੇ ਸੀ। ਤਾਂ ਸ਼ਾਮ ਦੇ ਟਾਈਮ ਇਹਨੇ ਸੁਲਤਾਨਪੁਰ ਤੋਂ ਆ ਜਾਣਾ ਸਾਈਕਲ ਤੇ ਵੀ ਚਲੋ ਮੈਂ ਮਾਮਾ ਜੀ ਤੁਹਾਡੇ ਨਾਲ ਖੇਡਣਾ, ਇੱਥੇ ਆ ਕਰਨਾ। ਤੁਸੀਂ ਕਿਹੜੀ ਗੇਮ ਖੇਡਦੇ? ਅਸੀਂ ਕਬੱਡੀ, ਫੁੱਟਬਾਲ ਇੱਥੇ ਪਿੰਡ ਦੇ ਤੌਰ ਤੇ ਅਸੀਂ ਖੇਡਦੇ ਰਹੇ ਹਾਂ। ਤੇ ਇਹਨੇ ਵੀ ਉੱਥੋਂ ਆ ਜਾਣਾ, ਆ ਕੇ ਸਾਡੇ ਨਾਲ ਖੇਡਦੇ ਰਹਿਣਾ। ਤੇ ਜਦੋਂ ਕੋਈ ਖੇਡਦਿਆਂ ਇਹ ਤੋਂ ਗਲਤੀ ਹੋਣੀ ਜਾਂ ਕੋਈ ਗੱਲਬਾਤ ਹੋਣੀ, ਮੈਂ ਥੋੜ੍ਹਾ ਜਿਹਾ ਕਹਿਣਾ ਵਿੱਕੀ ਯਾਰ ਆ ਕੀ ਕਰਦਾ। ਇਹਨੂੰ ਸ਼ੌਕ ਇੰਨਾ ਸੀ ਐਕਸਰਸਾਈਜ਼ ਦਾ ਕਿ ਇਹਨੇ ਉਦੋਂ ਗੁੱਸੇ 'ਚ ਆ ਕੇ ਡੰਡ ਕੱਢਣੇ ਸ਼ੁਰੂ ਕਰ ਦੇਣੇ। ਉਲਟੇ ਡੰਡ ਕੱਢ ਕੇ ਫਿਰ ਆਪਣਾ ਗੁੱਸਾ ਡੰਡਾਂ 'ਤੇ ਠੰਡਾ ਕਰਨਾ ਤੇ ਬਾਹਾਂ ਦੇ ਵਿੱਚ ਉਦੋਂ ਤੋਂ ਪਾਵਰ ਬਣਨੀ ਸ਼ੁਰੂ ਹੋਈ। ਫਿਰ ਇਹ 96-97 ਤੋਂ ਲੈ ਕੇ ਲਗਾਤਾਰ ਉਂਗਲਾਂ 'ਤੇ ਡੰਡ ਕੱਢਦਾ ਰਿਹਾ ਕਾਫੀ ਦੇਰ। ਤੇ ਆ ਜਿਹੜਾ ਇਹਨੂੰ 2 ਉਂਗਲਾਂ ਮਤਲਬ 2 ਉਂਗਲਾਂ ਔਰ 1 ਅੰਗੂਠਾ, ਤਿੰਨਾਂ ਤੇ ਡੰਡ ਕੱਢਦਾ ਰਿਹਾ। ਫਿਰ ਹੁਣ ਇਹਨੂੰ ਸ਼ੌਕ ਪਿੱਛੇ ਜੇ ਜਦੋਂ ਦੇਖਿਆ ਮੈਂ ਤੇ ਅੰਗੂਠਿਆਂ ਦਾ ਸ਼ੌਕ ਹੈ ਇਹਨੂੰ ਕਾਫੀ। ਤੇ ਅੰਗੂਠਿਆਂ ਦੇ ਉੱਪਰ ਇਹਨੇ ਲਗਾਤਾਰ 20, 22, 25, 30 ਡੰਡ ਇਹਨੇ ਅੰਗੂਠਿਆਂ ਤੇ ਕੱਢੀ ਜਾਣੇ। ਫਿਰ ਇਹਨੂੰ ਰਿਕਾਰਡ ਬਾਰੇ ਪਤਾ ਲੱਗਿਆ। ਰਿਕਾਰਡ ਤੋਂ ਬਾਅਦ ਫਿਰ ਇਹਨੇ ਥੋੜ੍ਹੀ ਹੋਰ ਮਿਹਨਤ ਕੀਤੀ। ਐਕਸਰਸਾਈਜ਼ ਤਾਂ ਤਕਰੀਬਨ 2-3 ਘੰਟੇ ਡੇਲੀ ਸਵੇਰ ਦੇ ਟਾਈਮ ਕਰਦਾ ਹੀ ਕਰਦਾ। ਤੇ ਆਪਣੇ ਸਰੀਰ ਨੂੰ ਇਹਨੇ ਬਿਲਕੁਲ ਫਿੱਟ ਰੱਖਿਆ ਹੋਇਆ। ਬਹੁਤ ਸ਼ੌਕ ਨਾਲ ਹੀ ਇਹਨੇ ਆਪਣੀ ਮਿਹਨਤ ਨਾਲ, ਹਾਰਡ ਵਰਕ ਦੇ ਨਾਲ ਇਹਨੇ ਇਸ ਰਿਕਾਰਡ ਨੂੰ ਅਚੀਵ ਕੀਤਾ। ਅਸੀਂ ਆਪਣੇ ਵਿੱਕੀ ਦਿਓਲ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਡੰਡ ਕੱਢ ਕੇ ਦਿਖਾਊਗਾ ਕਿ ਕਿਸ ਤਰ੍ਹਾਂ ਉਹ ਅੰਗੂਠਿਆਂ ਨਾਲ, ਉਂਗਲਾਂ ਨਾਲ ਜਾਂ ਹੱਥਾਂ ਨਾਲ ਕਿਸ ਤਰ੍ਹਾਂ ਡੰਡ ਕੱਢਦਾ ਵਾ। ਤੁਸੀਂ ਜਿਹੜਾ ਸਿੱਖਣ ਦੇ ਜ਼ਰੀਏ ਦੱਸੋ ਕਿ ਸੰਗਤ ਪੂਰੀ ਇਸ ਵਕਤ ਪੂਰੀ ਦੁਨੀਆ ਦੇਖ ਰਹੀ ਆ ਕਿ ਜਿਹੜੇ ਡੰਡ ਕੱਢਣ ਨਾਲ ਕਿਹੜੇ ਸਰੀਰ ਦੇ ਹਿੱਸੇ ਜਿਹੜੇ ਆ ਉਹ ਮਜ਼ਬੂਤ ਹੁੰਦੇ ਆ, ਕਿ ਛਾਤੀ ਜਿਸ ਤਰ੍ਹਾਂ ਚੌੜੀ ਹੁੰਦੀ ਆ ਜਾਂ ਹੋਰ ਸਰੀਰ ਨੂੰ ਕਿਹੜੇ ਲਾਭ ਜਿਹੜੇ ਪਹੁੰਚਦੇ ਆ। ਦੇਖੋ ਐਕਚੁਅਲੀ ਤਾਂ ਸਰੀਰ ਨੂੰ ਵਾਰਮ ਅਪ ਕਰਨਾ, ਜਿਹੜੇ ਵਾਰਮ ਅਪ ਪਹਿਲਾਂ ਐਕਸਰਸਾਈਜ਼ ਹੁੰਦੀਆਂ ਮਾਰਨਿੰਗ ਦੇ ਟਾਈਮ ਦੀਆਂ, ਉਹ ਬਹੁਤ ਜ਼ਰੂਰੀ ਹੁੰਦੀਆਂ। ਕਿਉਂ ਸਰੀਰ ਨੂੰ ਜਿੰਨਾ ਚਿਰ ਵੀ ਆਪਾਂ ਵਾਰਮ ਅਪ ਨਹੀਂ ਕਰਦੇ ਪੂਰਾ, ਕਮ ਸੇ ਕਮ ਅੱਧਾ ਘੰਟਾ ਵਾਰਮ ਅਪ ਕਰਨੇ, ਐਕਸਰਸਾਈਜ਼ ਜਿਹੜੀਆਂ ਉਹ ਕਰਨੇ ਚਾਹੀਦੇ। ਇਹ 2 ਘੰਟੇ 2.5 ਘੰਟੇ ਤਕਰੀਬਨ ਹੁਣ ਸਰੀਰ ਨੂੰ ਵਾਰਮ ਅਪ ਕਰਦਾ। ਜੇ ਹੁਣ ਤੁਸੀਂ ਚੈੱਕ ਕਰੋਗੇ ਤਾਂ ਇਹਦੇ ਢਿੱਡ ਦੇ ਅੰਦਰ ਇੱਥੇ ਇੰਨੇ ਮਸਲ ਹਾਰਡ ਇਹਨੇ ਬਣਾ ਲਏ ਨੇ ਕਿ ਉਹਦੇ ਉਂਗਲੀ ਨਹੀਂ ਖੁੱਬਦੀ। ਇੰਨਾ ਇਹ ਮਤਲਬ ਐਕਸਰਸਾਈਜ਼ ਨਾਲ ਹੀ ਬਣੇ ਹੋਏ ਨੇ। ਜਿਹੜੇ ਡੰਡ ਨੇ, ਡੰਡ ਤਾਂ ਇਹਦਾ ਸ਼ੌਕ ਸੀਗਾ ਕਿ ਮੈਂ ਡੰਡ ਕੱਢਣੇ ਨੇ। ਇਹਦੇ ਨਾਲ ਜਿਹੜਾ ਜਿਸ ਤਰ੍ਹਾਂ ਮੋਰਾਂ ਦੇ ਹੁਣ ਚੈਸਟ ਦੇ ਵਿੱਚ ਵੀ ਉਹਦੇ ਅੰਦਰ ਦੇਖੋਗੇ ਤਾਂ ਕਾਫੀ ਇੱਥੇ ਗੈਪ ਹੈ, ਮਤਲਬ ਉਹ ਗੈਪ ਇਹਨੇ ਡੰਡਾਂ ਨਾਲ ਹੀ ਪੈਦਾ ਕੀਤਾ ਹੋਇਆ। ਤੇ ਉਸ ਦੇ ਨਾਲ ਮਸਲ ਐਕਸਰਸਾਈਜ਼ ਤਾਂ ਸਾਰੀਆਂ ਹੀ ਕਰਦਾ ਇਹ। ਕਿਉਂ ਬਲੈਕ ਬੈਲਟ ਆ ਇਹ 3 ਬਾਰ ਡਾਊਨ ਆ ਸ਼ਾਇਦ ਬਲੈਕ ਬੈਲਟ ਦੇ ਵਿੱਚ। ਤੇ ਇਹ ਪਰ ਉਹ ਸਾਰਾ ਕੁਝ ਇਹਨੇ ਅਚੀਵ ਤਾਂ ਕੀਤਾ ਆਪਣੀ ਐਕਸਰਸਾਈਜ਼ ਨਾਲ ਹੀ। ਕਿਉਂ ਐਕਸਰਸਾਈਜ਼ ਇੰਨੀ ਜ਼ਿਆਦਾ ਸਵੇਰ ਦੇ ਟਾਈਮ ਡੇਲੀ, ਇਹ ਨਹੀਂ ਕਿ ਕਿਸੇ ਦਿਨ ਵੀ ਨਾਗਾ ਪੈ ਜੂ, ਬਾਹਰ ਅੰਦਰ ਵੀ ਗਿਆ ਹੋਇਆ ਤਾਂ ਉੱਥੇ ਵੀ ਇਹਨੇ ਐਕਸਰਸਾਈਜ਼ ਕਰਨੀ ਹੈ ਡੇਲੀ। ਉਸ ਐਕਸਰਸਾਈਜ਼ ਦੇ ਨਾਲ ਹੀ ਇਹਦੇ ਸਰੀਰ ਆਪਣਾ ਫਿੱਟ ਰੱਖਿਆ ਹੋਇਆ। ਜਿਹੜੇ ਡੰਡਾਂ ਨਾਲ ਤੁਸੀਂ ਪੁੱਛਿਆ ਕਿ ਡੰਡਾਂ ਨਾਲ ਕਿਹੜੇ ਅੰਗਾਂ ਨੂੰ ਫਰਕ ਪੈਂਦਾ, ਇਹ ਤਾਂ ਹਰ ਇੱਕ ਅੰਗ ਦੀ ਜਦੋਂ ਕਿ ਸੈਪਰੇਟ ਐਕਸਰਸਾਈਜ਼ ਕਰਾਂਗੇ ਉਹ ਉਸ ਅੰਗ ਨੂੰ ਡਿਵੈਲਪ ਕਰਦੀ ਹੈ। ਮੋਢਿਆਂ ਦੇ ਮਸਲ ਜਿਹੜੇ ਹੋ ਗਏ ਆ, ਜਾਂ ਆਪਣੇ ਡੌਲਿਆਂ ਦੇ ਮਸਲ ਜਿਹੜੇ ਹੋ ਗਿਆ, ਜਾਂ ਕੂਹਣੀ ਦੀ ਐਕਸਰਸਾਈਜ਼ ਜਿਹੜੀ ਹੋ ਗਿਆ, ਇਹ ਡੰਡਾਂ ਨਾਲ ਡਿਵੈਲਪ ਹੁੰਦੇ ਆ ਮਸਲ। ਇਹ ਸਾਰੇ ਇਹਨਾਂ ਨੂੰ ਡਿਵੈਲਪ ਕਰਕੇ ਬੰਦਾ ਮਤਲਬ ਹੁਣ ਜਿਵੇਂ ਗੂਠਿਆਂ ਦੀ ਹੈ, ਇਹਨੇ ਗੂਠਿਆਂ ਦੀ ਐਕਸਰਸਾਈਜ਼ ਲਗਾਤਾਰ ਕੀਤੀ ਹੈ ਤੇ ਉਸ ਗੂਠਿਆਂ ਦੀ ਐਕਸਰਸਾਈਜ਼ ਨਾਲ ਹੀ ਗੂਠੇ ਮਜ਼ਬੂਤ ਹੋ ਸਕੇ ਨੇ। ਕਿਉਂ ਲਗਾਤਾਰ ਇਹ 30-30 40-40 ਡੰਡ ਤਾਂ ਤਕਰੀਬਨ ਡੇਲੀ ਮਾਰਨਿੰਗ ਟਾਈਮ ਕਰਦਾ ਹੀ ਕਰਦਾ। ਤੇ ਉਹਦੇ ਨਾਲ ਇਹਦੇ ਗੂਠੇ ਮਜ਼ਬੂਤ ਹੋਏ। ਜਦੋਂ ਇਹਨੂੰ ਰਿਕਾਰਡ ਬਾਰੇ ਪਤਾ ਲੱਗਿਆ ਤਾਂ ਇਹਨੇ ਹੋਰ ਉਹ 'ਤੇ ਮਿਹਨਤ ਹੋਰ ਜ਼ਿਆਦਾ ਸਖਤ ਕੀਤੀ। ਜਿਸ ਵੀ ਅੰਗ ਦੀ ਆਪਾਂ ਐਕਸਰਸਾਈਜ਼ ਕਰਾਂਗੇ ਉਹ ਅੰਗ ਮਜ਼ਬੂਤ ਹੋਣਾ, ਇਹ ਡੈਫੀਨੇਟ ਆ। ਬਹੁਤ ਬਹੁਤ ਧੰਨਵਾਦ ਜੀ। ਤੇ ਜਿਹੜੇ ਹੁਣ ਨੌਜਵਾਨ ਜਿਹੜੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਨੌਜਵਾਨ ਜਿਹੜੇ ਆ ਨਸ਼ੇ ਨਾ ਖਾਣ? ਕਿਉਂਕਿ ਨਸ਼ਾ ਜਿਹੜਾ ਇੱਕ ਬਹੁਤ ਮਾੜੀ ਚੀਜ਼ ਆ। ਜਿਹੜਾ ਸਰੀਰ ਆ ਕਿਸੇ ਦਾ ਸੋਹਣਾ ਹੋਊਗਾ ਤੇ ਵੇਖਾ ਇਹਨੂੰ ਹਰ ਇੱਕ ਬੰਦੇ ਨੂੰ ਜਿਹੜਾ ਵਧੀਆ ਲੱਗਦਾ। ਤੇ ਇਹ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਨਸ਼ੇ ਨਾ ਕਰਨ, ਆਪਣਾ ਸਰੀਰ ਜਿਹੜਾ ਵਾ ਉਹ ਸਾਂਭ ਕੇ ਰੱਖਣ ਨੌਜਵਾਨ? ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਕਰੀਏ ਤਾਂ ਇਹਨੂੰ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਖੈਰ ਬਹੁਤ ਸੰਸਥਾਵਾਂ ਐਸੀਆਂ ਚੀਜ਼ਾਂ ਬਣ ਗਈਆਂ ਨੇ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਕੇ ਆਪਣੀ ਜੇਬਾਂ ਭਰਨੀਆਂ ਚਾਹੁੰਦੇ ਨੇ। ਉਹਨਾਂ ਨੇ ਬੱਚਿਆਂ ਨੂੰ ਗਲਤ ਲਾਈਨ 'ਤੇ ਪਾ ਦਿੱਤਾ। ਪਰ ਮੈਂ ਇਹਦੇ ਵਿੱਚ ਵਿੱਕੀ ਦਿਓਲ ਬਾਰੇ ਵੀ ਇੱਕ ਗੱਲ ਕਰਨੀ ਚਾਹੂੰਗਾ ਕਿ ਇਹ ਬਚਪਨ ਤੋਂ ਜਿਹੜੀ ਨੈਚੁਰਲ ਖੁਰਾਕ ਹੈ ਨਾ, ਉਹਦਾ ਬਹੁਤ ਸ਼ੌਕੀਨ ਆ। ਕਾੜਨੀ ਦਾ ਦੁੱਧ ਹੋਇਆ,
ਜਿਹੜਾ ਕਿ ਅੱਜ ਕੱਲ੍ਹ ਗਾਇਬ ਹੋ ਗਿਆ। ਆ ਸਾਡੇ ਘਰਾਂ ਚੋਂ ਵੀ ਬੇਸ਼ੱਕ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਪਰ ਅਸੀਂ ਵੀ ਕੱਚੇ ਦੁੱਧ ਨੂੰ ਜਾਗ ਲਾ ਕੇ ਉਸ ਤਰ੍ਹਾਂ ਜਮਾਉਂਦੇ ਹਾਂ, ਜਿਹੜਾ ਉਬਾਲਾ ਦੇ ਕੇ। ਤੇ ਜਿਹੜਾ ਕਾੜ੍ਹਨੀ ਦਾ ਦੁੱਧ ਸੀ ਪਾਥੀਆਂ ਦੇ ਅੱਗ ਦੇ ਉੱਪਰ ਹੌਲੀ ਹੌਲੀ ਕੱਢਦਾ, ਉਸ ਦੁੱਧ ਦਾ ਸਵਾਦ ਇਹਨੇ ਬਹੁਤ ਚੱਖਿਆ। ਇਹ ਜਦੋਂ ਇੱਥੇ ਨਾਨਕੇ ਪਿੰਡ, ਇਹਦੇ ਨਾਨਕਿਆਂ ਦਾ ਪਿੰਡ ਆ, ਜਦੋਂ ਇੱਥੇ ਨਾਨਕੀ ਆਉਂਦਾ ਸੀ ਤਾਂ ਇਹਦੀ ਡਿਮਾਂਡ ਹੀ ਇਹ ਹੁੰਦੀ ਸੀ ਕਿ ਮੈਨੂੰ ਜਾਂ ਤਾਂ ਉਹ ਲਾਲ ਵਾਲਾ ਦਹੀਂ ਦਿਓ ਜਾਂ ਲਾਲ ਕੜਿਆ ਹੋਇਆ ਦੁੱਧ। ਉਹ ਪੀ ਕੇ ਖੁਸ਼ ਹੁੰਦਾ ਸੀ। ਉਹਦੇ ਨੈਚੁਰਲ ਜਿਹੜੀ ਤਾਕਤ ਆ ਸਰੀਰ ਨੂੰ, ਉਹਦੇ ਹੌਲੀ ਹੌਲੀ ਕੱਢ ਕੇ ਇਹਦਾ ਵਧੀਆ ਬਣਦਾ। ਹਾਂਜੀ, ਮਿਨਰਲਸ ਜਿਹੜੇ ਖਤਮ ਨਹੀਂ ਹੁੰਦੇ। ਜਿਹੜੇ ਅਸੀਂ ਸਟੀਲ ਦੇ ਭਾਂਡੇ 'ਚ ਜਾਂ ਸਿਲਵਰ ਦੇ ਭਾਂਡੇ 'ਚ ਕੋਈ ਵੀ ਚੀਜ਼, ਚਾਹੇ ਦਾਲ ਆ ਚਾਹੇ ਦੁੱਧ ਆ, ਇਸ ਨੂੰ ਅਸੀਂ ਕਾੜਦੇ ਹਾਂ ਜਾਂ ਬਣਾਉਂਦੇ ਹਾਂ, ਉਹਦੇ ਮਿਨਰਲਸ ਆ ਜਿਹੜੇ ਉਹ ਖਤਮ ਹੋ ਜਾਂਦੇ ਆ। ਤੇ ਇਹ ਜਿਹੜਾ ਮਿੱਟੀ ਦੇ ਭਾਂਡੇ 'ਚ ਬਣਨ ਵਾਲੀ ਚੀਜ਼ ਆ, ਉਹ ਮਿਨਰਲਸ ਖਤਮ ਨਹੀਂ ਹੁੰਦੀ। ਉਹਦਾ ਇਹਨੂੰ ਸ਼ੌਕ ਸੀ। ਜਿਹੜਾ ਸੁਨੇਹਾ ਤੁਸੀਂ ਗੱਲ ਕਰ ਰਹੇ ਹੋ ਕਿ ਨਸ਼ਿਆਂ ਬਾਰੇ, ਨਸ਼ਾ ਤਾਂ ਸਾਡੇ ਵਾਸਤੇ ਤਾਂ ਵੈਸੇ ਹੀ ਵਰਜਿਤ ਆ ਕਿ ਨਸ਼ਾ ਅਸੀਂ ਨਹੀਂ ਕਰਨਾ ਸਿੱਖਾਂ ਵਾਸਤੇ। ਦੂਸਰੀ ਗੱਲ ਹੈ ਕਿ ਨਸ਼ੇ ਨੇ ਪੰਜਾਬ ਨੂੰ ਘੁਣ ਵਾਂਗੂ ਖਾ ਲਿਆ। 6ਵਾਂ ਦਰਿਆ ਵੀ ਇਹਨੂੰ ਕਹਿੰਦੇ ਆ ਕਿ ਪੰਜਾਬ ਚੱਲਣ ਲੱਗ ਗਿਆ। ਪੰਜਾਬ ਦੀ ਜਵਾਨੀ ਨੂੰ ਪਹਿਲਾਂ ਸੈਂਟਰ ਨੇ ਵੀ ਰੋਲਿਆ, ਕਈ ਕੁਛ ਕੀਤਾ। ਹੁਣ ਉਹਨਾਂ ਦਾ ਪੂਰਾ ਜ਼ੋਰ ਇਹੀ ਲੱਗਿਆ ਹੋਇਆ ਏਜੰਸੀਆਂ ਦੇ ਥਰੂ ਕਿ ਨਸ਼ਾ ਵੱਧ ਤੋਂ ਵੱਧ ਪੰਜਾਬ 'ਚ ਫੈਲਾਇਆ ਜਾਵੇ ਔਰ ਉਸ ਨਸ਼ੇ ਦੇ ਜ਼ਰੀਏ ਅਸੀਂ ਇਹਨਾਂ ਦੇ ਜਿਹੜੇ ਬੱਚਿਆਂ ਨੂੰ ਨਪੁੰਸਕ ਬਣਾ ਦਈਏ। ਤੇ ਉਸ ਗੱਲਾਂ ਨੂੰ ਅਸੀਂ ਧਿਆਨ 'ਚ ਰੱਖਦੇ। ਅਸੀਂ ਤਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਬਈ ਬਿਲਕੁਲ ਨਸ਼ਾ ਨਹੀਂ ਕਰਨਾ, ਨਸ਼ੇ ਤੋਂ ਬਚੋ। ਜੇ ਨਸ਼ੇ ਤੋਂ ਬਚੇ ਰਹੋਗੇ ਤਾਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਵਧਾ ਸਕੋਗੇ, ਨਹੀਂ ਤਾਂ ਨਹੀਂ ਵਧਾ ਸਕੋਗੇ। ਇਸ ਵਾਸਤੇ ਸਾਨੂੰ ਪੇਰੈਂਟਸ ਨੂੰ ਵੀ ਚਾਹੀਦਾ। ਦੂਸਰਾ ਹੈ ਕਿ ਜਿਹੜਾ ਐਕਸੈਸ ਮਨੀ ਹੈ, ਅਸੀਂ ਪੈਸੇ ਦੀ ਦੌੜ 'ਚ ਪੈ ਚੁੱਕੇ ਹਾਂ, ਬਹੁਤ ਜ਼ਿਆਦਾ ਪੈਸੇ ਦੇ ਮਗਰ ਲੱਗ ਚੁੱਕੇ ਹਾਂ। ਐਕਸੈਸ ਮਨੀ ਵੀ ਬੱਚਿਆਂ ਨੂੰ ਪ੍ਰੇਰਿਤ ਕਰਦਾ ਗਲਤ ਕੰਮਾਂ ਵੱਲ ਨੂੰ। ਜਿਹੜੇ ਬੱਚੇ ਨੂੰ 10 ਰੁਪਏ ਦੇ ਬਜਾਏ 100 ਰੁਪਏ ਖਰਚਣ ਨੂੰ ਮਿਲੂਗਾ, ਬੱਚੇ ਨੂੰ ਕੀ ਪਤਾ 90 ਰੁਪਏ ਕਿੱਥੇ ਖਰਚਣੇ ਆ। 10 ਰੁਪਏ ਦੀ ਉਹਨੂੰ ਜ਼ਰੂਰਤ ਸੀ। ਉਹ ਐਕਸੈਸ ਮਨੀ ਦਾ ਬਹੁਤ ਵੱਡਾ ਹੱਥ ਆ ਕਿ ਬੱਚੇ ਨਸ਼ੇ ਵੱਲ ਨੂੰ ਪ੍ਰੇਰਿਤ ਹੋ ਰਹੇ ਆ। ਦੂਸਰਾ, ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਜਾਣ ਬੁੱਝ ਕੇ ਨਸ਼ਾ ਇੱਥੇ ਫੈਲਾ ਰਹੀਆਂ ਨੇ ਪੰਜਾਬ ਦੇ ਵਿੱਚ। ਬਾਕੀ ਸਟੇਟਾਂ 'ਚ ਕਿਸੇ ਇੰਨਾ ਨਸ਼ਾ ਹੈ ਨਹੀਂ, ਕੇਵਲ ਪੰਜਾਬ 'ਚ ਹੈ। ਉਹ ਪੰਜਾਬ ਨੂੰ ਸਿਰਫ ਪੁੱਠੇ ਰਾਹ ਪਾਉਣਾ ਚਾਹੁੰਦੇ ਨੇ, ਸਾਡੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੇ ਪੇਰੈਂਟਸ ਨੂੰ, ਸਾਡੇ ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹਦੇ ਵਾਸਤੇ ਅਸੀਂ ਨਸ਼ੇ ਤੋਂ ਬਚਣਾ ਚਾਹੀਦਾ ਨੌਜਵਾਨਾਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਦੇਖੋ, ਬਹੁਤ ਵਧੀਆ ਜਿਹੜੀ ਗੱਲ ਦੱਸੀ ਆ ਕਿ ਏਜੰਸੀਆਂ ਜਿਹੜੀਆਂ ਵਾ, ਜਿਹੜੇ ਦੁਸ਼ਮਣ ਸਾਡੇ ਆ, ਉਹ ਆਪਾਂ ਨੂੰ ਸਾਨੂੰ ਖਤਮ ਕਰਨਾ ਚਾਹੁੰਦੇ ਆ। ਕਿ ਦੇਖੋ, ਸਾਡੀ ਕੌਮ ਜਿਹੜੀ ਸੀਗੀ ਮੈਦਾਨੇ ਜੰਗ 'ਚ ਸ਼ਹੀਦ ਹੁੰਦੀ ਸੀ, ਹੁਣ ਉੱਦਾਂ ਹੀ ਰੋਲ ਕੇ ਜਿੱਦਾਂ ਉਹ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ। ਤੇ ਸਾਨੂੰ ਇਹ ਸੁਨੇਹਾ ਜਿਹੜਾ ਆਪਾਂ ਦਿੱਤਾ ਇਹਨਾਂ ਨੇ ਕਿ ਆਪਾਂ ਨੂੰ ਸਰੀਰ ਜਿਹੜਾ ਵਾ ਬਿਲਕੁਲ ਸਾਂਭਣਾ ਚਾਹੀਦਾ ਵਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਿੱਖ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਹਰਪ੍ਰੀਤ ਵਿੱਕੀ ਦਿਓਲ ਨੇ ਮੈਡਲ ਜਿਹੜੇ ਜਿੱਤੇ ਆ ਇੰਡੀਆ ਦੇ ਵਿੱਚੋਂ, ਪੰਜਾਬ ਦੇ ਵਿੱਚੋਂ, ਪ੍ਰਾਇਮਰੀ ਸਕੂਲ 'ਚ ਪੜ੍ਹਦੇ ਉਦੋਂ ਵੀ, ਫਿਰ ਜ਼ਿਲ੍ਹੇ ਪੱਧਰ 'ਤੇ ਗਿਆ, ਫਿਰ ਸਟੇਟ ਪੱਧਰ 'ਤੇ ਗਿਆ, ਉਹ ਤੋਂ ਬਾਅਦ 'ਚ ਚਲ ਗਿਆ। ਉਹ ਆਪਾਂ ਜਿਹੜੇ ਆ ਪੂਰੇ ਫੈਮਿਲੀ ਨੇ ਜਿਹੜੇ ਆ ਮੈਡਲ ਜਿਹੜੇ ਆ ਫੜੇ ਹੋਏ ਆ, ਸਰਟੀਫਿਕੇਟ ਜਿਹੜੇ ਫੜੇ ਹੋਏ ਆ। ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਇਹਨਾਂ ਨੇ ਬਹੁਤ ਵੱਡਾ ਮਾਰ ਕੇ ਮਾਰੇ ਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੂਰ ਰਹਿ ਕੇ ਜਿਹੜੇ ਆ ਇੱਦਾਂ ਦੇ ਵੱਡੇ ਵੱਡੇ ਮਾਰ ਕੇ ਮਾਰਨ, ਇਨਾਮ ਲੈਣ, ਮੈਡਲ ਲੈਣ। ਤੇ ਆਪਾਂ ਦੇਖ ਰਹੇ ਹਾਂ ਪੂਰੇ ਫੈਮਿਲੀ ਦੇ ਕੋਲ ਇਹ ਜਿਹੜੇ ਮੈਡਲ ਆ, ਸਰਟੀਫਿਕੇਟ ਆ, ਉਹ ਫੜੇ ਹੋਏ ਆ। ਹਾਂਜੀ ਦਿਓਲ ਜੀ, ਜਿਹੜਾ ਹੁਣ ਤੁਸੀਂ ਮੈਡਲ ਫੜੇ ਹੱਥ 'ਚ, ਜੀ ਜੀ, ਇਹ ਇਕੱਲੇ ਪੰਜਾਬ 'ਚੋਂ ਮਿਲੇ ਕਿ ਜਾਂ ਪੰਜਾਬ ਤੋਂ ਬਾਹਰ ਜਾ ਕੇ ਮਿਲੇ ਆ? ਨਹੀਂ ਜੀ, ਮੈਨੂੰ ਬਾਹਰ ਜਾ ਕੇ ਵੀ ਮਿਲਿਆ ਜੀ, ਇੰਟਰਨੈਸ਼ਨਲ ਲੈਵਲ ਜਾ ਕੇ ਵੀ ਮਿਲਿਆ, ਸਿੰਗਾਪੁਰ ਵੀ ਮਿਲਿਆ ਜੀ। ਅੱਛਾ। ਇੰਗਲੈਂਡ ਵੀ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ ਸੀ। ਇੰਡੋ ਜਿਹੜੀ ਹੋਈ ਸੀਗੀ ਨੇਪਾਲ, ਉਹਦੇ ਵਿੱਚ ਵੀ ਮੈਨੂੰ ਇਨਾਮ ਮਿਲਿਆ ਜੀ। ਅੱਛਾ। ਤੇ ਹਜੇ ਤਾਂ ਜਿਹੜਾ ਰਿਕਾਰਡ ਆ ਉਹ ਕਿੰਨੇ ਡੰਡ ਬੈਠਕਾਂ ਦਾ? ਜਿਹੜਾ ਡੰਡ ਬੈਠਕਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਵਰਲਡ ਦਾ ਰਿਕਾਰਡ ਆ ਉਹ 52 ਦਾ ਸੀਗਾ ਜੀ, ਜਿਹੜਾ ਮੈਂ ਬ੍ਰੇਕ ਕੀਤਾ 59 ਕਰਕੇ। ਅੱਛਾ ਜੀ। ਜਿਹੜਾ ਇੰਡੀਆ ਦਾ ਰਿਕਾਰਡ ਸੀ 48 ਸੀਗਾ ਜੀ। ਇਹ ਦੋਨੇ ਰਿਕਾਰਡ ਬ੍ਰੇਕ ਹੋਏ ਆ ਜੀ। ਠੀਕ ਆ, ਬਹੁਤ ਵਧੀਆ ਗੱਲ ਆ। ਇਸ ਨੌਜਵਾਨ ਨੇ ਬਹੁਤ ਵੱਡਾ ਮਾਰਕਾ ਮਾਰਿਆ ਆਪਣੇ ਪਰਿਵਾਰ ਦਾ, ਆਪਣੇ ਕੌਮ ਦਾ, ਆਪਣੇ ਦੇਸ਼ ਦਾ। ਇਹਨਾਂ ਨੇ ਨਾਂ ਜਿਹੜਾ ਵਾ ਉਹ ਰੋਸ਼ਨ ਕੀਤਾ ਵਾ। ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਵਿੱਕੀ ਦਿਓਲ ਜੀ ਜਿਹੜਾ ਵਾ ਡੰਡ ਜਿਹੜੇ ਆ ਅੰਗੂਠੇ ਨਾਲ ਕੱਢ ਕੇ ਦਿਖਾਊਗਾ, ਕਿਉਂਕਿ ਅੰਗੂਠਾ ਜਿਹੜਾ ਵਾ ਇਹਨਾਂ ਬਹੁਤ ਜ਼ਿਆਦਾ ਤਾਕਤ ਲੱਗਦੀ, ਜ਼ੋਰ ਲੱਗਦਾ ਵਾ, ਹਿੰਮਤ ਲੱਗਦੀ ਆ, ਫਿਰ ਜੇ ਡੰਡ ਬੈਠਕਾ ਕੱਢ ਸਕਦੇ। ਨਹੀਂ ਤਾਂ ਪੂਰਾ ਪੰਜਾ ਥੱਲੇ ਲਾ ਕੇ ਜਿਹੜਾ ਆਪਾਂ ਡੰਡ ਬੈਠਕਾ ਕੱਢਦੇ ਹਾਂ। ਤੇ ਹੁਣ ਜਿਹੜਾ ਹਰਪ੍ਰੀਤ ਸਿੰਘ ਜੀ ਜਿਹੜੇ ਆ ਉਹ ਆਪਾਂ ਨੂੰ ਡੰਡ ਬੈਠ ਕੇ ਜਿਹੜੇ ਉਹ ਕੱਢ ਕੇ ਦਿਖਾਉਣੇ। ਅਸੀਂ ਦਿਖਾਉਂਦੇ ਨੌਜਵਾਨ, ਪੰਜਾਬ ਦਾ ਨੌਜਵਾਨ, ਸਾਡੀ ਕੌਮ ਦਾ ਹੋਣਹਾਰ ਪੁੱਤਰ ਹਰਪ੍ਰੀਤ ਵਿੱਕੀ ਦਿਓਲ ਜੀ। ਆਓ ਜੀ ਆਪਾਂ ਇਹਨਾਂ ਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਉਹ ਡੰਡ ਬੈਠਕਾਂ ਜਿਹੜੀਆਂ ਅੰਗੂਠੇ ਨਾਲ ਕੱਢ ਕੇ ਦਿਖਾਉਂਦਾ ਹੈ। ਲਓ ਜੀ, ਇਹ ਆਪਾਂ ਅੰਗੂਠੇ ਨੇ ਲਾਏ ਹੋਏ ਪੂਰੇ ਜੀ। ਦੇਖੋ, ਆਹ ਬਹੁਤ ਵੱਡੀ ਗੱਲ ਆ। ਇਸ ਨੌਜਵਾਨ ਨੇ ਅੰਗੂਠਿਆਂ ਨਾਲ ਡੰਡ ਕੱਢ ਰਿਹਾ ਜੀ। ਦੇਖੋ ਜੀ, ਆਪਾਂ ਹਜੇ ਤਾਂ ਜਿਹੜੇ ਹੱਥ ਪੰਜੇ ਨਾਲ ਜਿਹੜੇ ਆ ਡੰਡ ਬੈਠ ਕੇ ਕੱਢਦੇ ਦੇਖੇ ਆ, ਪਰ ਅੰਗੂਠੇ ਨਾਲ ਬਹੁਤ ਘੱਟ ਨੌਜਵਾਨ ਦੇਖਿਆ।
ਜੇ ਕੋਈ ਨੌਜਵਾਨ ਕੋਈ ਡੰਡ ਬੈਠਕਾ ਕੱਢਦਾ ਵਾ ਤਾਂ ਸਿੱਖ ਚੈਨਲ ਨੂੰ ਸੰਪਰਕ ਕਰ ਸਕਦਾ। ਹਰਪ੍ਰੀਤ ਸਿੰਘ ਕਾਫੀ ਤੁਹਾਡੀ ਜੋਰ ਲੱਗਦਾ, ਤਾਕਤ ਲੱਗਦੀ ਆ। ਹਾਂਜੀ, ਤਾਕਤ ਤਾਂ ਲੱਗਦੀ ਹੈ ਜੀ। ਇਹਦਾ ਕੋਈ ਟਾਈਮ ਵੀ ਪੀਰੀਅਡ ਹੋਊਗਾ, ਕਿੰਨੇ ਟਾਈਮ ਦੇ ਵਿੱਚ ਤੁਸੀਂ ਜਿਹੜੇ ਡੰਡ ਬੈਠਕਾ ਜਿਹੜੀ ਇਹ ਸੀਗਾ ਇਹਦੇ ਚ ਮੋਸਟ ਨੰਬਰ ਆਫ ਪੁਸ਼-ਅਪਸ ਔਨ ਥੰਬਸ ਇਨ ਅ ਮਿੰਟ, ਇਸ ਕੈਟਾਗਰੀ ਸੀਗੀ ਜੀ। 1 ਮਿੰਟ ਦੇ ਵਿੱਚ ਆਪਾਂ ਡੰਡ ਕੱਢਣੇ ਸੀ ਮੈਕਸਿਮਮ। ਉਹ ਜਿਹੜਾ 59 ਹੋਇਆ 60 ਸਕਿੰਟ 'ਚ ਜੀ। ਜਿਹੜਾ ਵਰਲਡ ਰਿਕਾਰਡ ਸੀ ਉਹ 60 ਸਕਿੰਟ 'ਚ 52 ਸੀਗਾ। ਅੱਛਾ ਜੀ। ਤੇ ਮੈਂ 59 ਕੀਤੇ ਆ ਜੀ। ਐਵਰੇਜ ਲਗਭਗ 1 ਸਕਿੰਟ ਦੀ ਵਿੱਚ 1 ਡੰਡ ਦੀ ਹੋ ਗਈ ਜੀ। 1 ਸਕਿੰਟ 'ਚ 1 ਡੰਡ ਕੱਢਦੇ ਤੁਸੀਂ ਜੀ ਜੀ। ਹਾਂਜੀ, ਬਹੁਤ ਬਹੁਤ ਵਧੀਆ। ਇਹ ਆਪਾਂ ਜਿਹੜਾ ਪ੍ਰੋਗਰਾਮ ਦਿਖਾ ਰਹੇ ਹਾਂ ਤੇ ਸਾਡੇ ਜਿਹੜੇ ਸਿੱਖ ਚੈਨਲ ਦੇ ਦਰਸ਼ਕ ਆ, ਕੋਈ ਵੀ ਜਿਹੜਾ ਨੌਜਵਾਨ ਜਿਹੜਾ ਵਧੀਆ ਕੋਈ ਕਸਰਤ ਕਰਦਾ, ਕੋਈ ਆਪਣਾ ਰਿਕਾਰਡ ਬਣਾਉਂਦਾ, ਤਾਂ ਉਹ ਸਾਡੇ ਸਿੱਖ ਚੈਨਲ ਦੇ ਨਾਲ ਸੰਪਰਕ ਕਰ ਸਕਦਾ। ਅਸੀਂ ਪੂਰੀ ਦੁਨੀਆ ਵਿੱਚ ਜਿਹੜਾ ਵਾ ਇਹ ਪ੍ਰੋਗਰਾਮ ਦਿਖਾਵਾਂਗੇ ਤੇ ਉਸ ਨੌਜਵਾਨ ਨੂੰ ਜਿਹੜੀ ਹੱਲਾਸ਼ੇਰੀ ਦੇਵਾਂਗੇ ਤੇ ਅਗਲੇ ਜਿਹੜੇ ਪੂਰੇ ਪੰਜਾਬ ਦੇ ਪੂਰੇ ਵਰਲਡ ਦੇ ਜਿਹੜੇ ਲੋਕ ਆ ਉਹ ਵੀ ਇਹ ਪ੍ਰੋਗਰਾਮ ਜਿਹੜੇ ਦੇਖਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੱਲਬਾਤ ਕਰਦੇ ਹਾਂ ਕਿ ਵਿੱਕੀ ਦਿਓਲ ਦੇ ਦੋਸਤਾਂ ਨਾਲ ਤੇ ਉਹਨਾਂ ਦੇ ਮਾਮਾ ਜੀ ਨਾਲ। ਸਭ ਤੋਂ ਪਹਿਲਾਂ ਉਹਨਾਂ ਦੇ ਮਾਮਾ ਜੀ ਨਾਲ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਸੀਂ ਆਪਣੇ ਭਾਂਜੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਜਿਹਨੇ ਬਹੁਤ ਵੱਡੇ ਮਾਰਕੇ ਮਾਰੇ ਆ, ਬਹੁਤ ਵਧੀਆ ਜਿਹੜੀ ਆ ਵਰਜਿਸ਼ ਕਰਦੇ, ਕਸਰਤ ਕਰਦੇ ਆ, ਕੀ ਕਹਿਣਾ ਚਾਹੁੰਦੇ? ਇਹ ਸ਼ੁਰੂ ਤੋਂ ਹੀ ਬੜਾ ਹੋਣਹਾਰ ਬੱਚਾ ਸੀਗਾ ਜੀ। ਇਹਨੂੰ ਮਤਲਬ ਸਵਾਏ ਖੇਡਾਂ ਦੇ ਤੇ ਪੜ੍ਹਾਈ ਦੇ ਹੋਰ ਦਾ ਕੋਈ ਇੰਟਰਸਟ ਜ਼ਿਆਦਾ ਨਹੀਂ ਸੀ ਹੈਗਾ, ਕਿਸੇ ਮਤਲਬ ਨਸ਼ੇ ਦਾ ਜਾਂ ਹੋਰ ਬਿਲਕੁਲ ਨਹੀਂ ਸੀ ਹੈਗਾ। ਇਹ ਸ਼ੁਰੂ ਤੋਂ ਖੇਡਾਂ ਵਾਲੇ ਪਾਸੇ ਇਹਦਾ ਬਹੁਤ ਜ਼ਿਆਦਾ ਰੁਝਾਨ ਸੀਗਾ ਔਰ ਉਹਦੇ ਸਦਕਾ ਹੀ ਇਹ ਸਮਝਦੇ ਆ ਵੀ ਅੱਜ ਇਸ ਮੁਕਾਮ ਤੇ ਪਹੁੰਚਿਆ ਹੈਗਾ। ਠੀਕ ਹੈ। ਇਹਦਾ ਸੁਭਾਅ ਕਿਦਾਂ ਦਾ ਹੈ ਜੀ? ਬਹੁਤ ਵਧੀਆ ਜੀ, ਬਹੁਤ ਮਿੱਠ ਬੋਲੜਾ ਔਰ ਨਿਮਰਤਾ ਵਾਲਾ ਸੁਭਾਅ ਸੀਗਾ। ਹਰੇਕ ਵੱਡੇ ਦੀ ਰਿਸਪੈਕਟ ਕਰਨੀ, ਉਹਦੇ ਗੋਡੇ ਹੱਥ ਲਾਣਾ, ਪੂਰੀ ਰਿਸਪੈਕਟ ਕਰਦਾ ਸੀਗਾ। ਹਾਂਜੀ। ਤੇ ਜਿਹੜੇ ਸਾਡੇ ਨੌਜਵਾਨ ਜਿਹੜੇ ਪੰਜਾਬ ਦੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਉਹ ਵੀ ਇਦਾਂ ਵਰਜਿਸ਼ ਕਰਨ? ਬਿਲਕੁਲ, ਅਸੀਂ ਤਾਂ ਇਹੀ ਕਹਾਂਗੇ ਵੀ ਜਿੰਨੇ ਨੌਜਵਾਨ ਹੈਗੇ ਆ ਉਹ ਇਹਨੂੰ ਇੱਕ ਆਦਰਸ਼ ਆਪਣੇ ਲੈ ਦੇ ਤੌਰ ਤੇ ਲੈ ਕੇ ਤੇ ਨਸ਼ਿਆਂ ਵਾਲੇ ਪਾਸਿਓਂ ਬਚ ਕੇ ਖੇਡਾਂ ਵਾਲੇ ਪਾਸੇ ਜਿਹੜੇ ਹੈਗੇ ਉਹ ਆਪਣੇ ਨੂੰ ਲਾਉਣ, ਤਾਂ ਕਿ ਸਾਡੇ ਦੇਸ਼ ਦਾ, ਪੰਜਾਬ ਦਾ ਨਾਂ ਜੋ ਹੈ ਉਹ ਦੁਨੀਆ ਦੇ ਵਿੱਚ ਉੱਚਾ ਹੋ ਸਕੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤਾਂ ਹੁਣ ਅਸੀਂ ਗੱਲਬਾਤ ਕਰਦੇ ਹਾਂ ਵਿੱਕੀ ਦਿਓਲ ਦੇ ਜਿਹੜੇ ਦੋਸਤ ਆ। ਹਾਂਜੀ, ਹੁਣ ਅਸੀਂ ਗੱਲਬਾਤ ਕਰਦੇ ਹਾਂ ਵਿੱਕੀ ਦਿਓਲ ਦੇ ਦੋਸਤਾਂ ਨਾਲ ਕਿ ਉਹ ਆਪਣੇ ਦੋਸਤ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਦੂਸਰੇ ਨੌਜਵਾਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਭ ਤੋਂ ਪਹਿਲਾਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਦੋਸਤ ਆ ਜੀ ਜਿਹੜਾ ਵਿੱਕੀ ਦਿਓਲ ਆ, ਜਿਹੜਾ ਬਹੁਤ ਡੰਡ ਬੈਠਕਾ ਕਰਦਾ, ਕਰਾਟੇ ਵੀ ਖੇਡਦਾ, ਕੀ ਕਹਿਣਾ ਚਾਹੁੰਦੇ ਦੇ ਬਾਰੇ? ਮੈਂ ਇਹੋ ਕਹਿਣਾ ਚਾਹੁੰਦਾ, ਸਾਡਾ ਨਾ ਸ਼ੁਰੂ ਤੋਂ ਇਹੀ ਮਕਸਦ ਸੀਗਾ ਕਿ ਸਮਾਜ ਵਾਸਤੇ ਕੁਝ ਨਾ ਕੁਝ ਚੰਗਾ ਕਰੀਏ, ਤਾਂ ਜੋ ਨੌਜਵਾਨਾਂ ਨੂੰ ਇੱਕ ਸੰਦੇਸ਼ ਮਿਲੇ, ਅਸੀਂ ਕੁਝ ਵੱਖਰਾ ਕਰੀਏ। ਸੋ ਇਸੇ ਤਰ੍ਹਾਂ ਹਮੇਸ਼ਾ ਇਕੱਠੇ ਹੁੰਦੇ ਸੀ। ਅਸੀਂ ਕੁਝ ਚਾਹੁੰਦੇ ਸੀ ਵੀ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਜਿਹੜਾ ਦੁਨੀਆ ਦੇ ਵਿੱਚ ਲੋਕੀ ਸਾਨੂੰ ਦੇਖਣ ਔਰ ਰਿਕਾਰਡ ਕੋਈ ਇਦਾਂ ਦਾ ਪੈਦਾ ਕਰੀਏ। ਔਰ ਹਮੇਸ਼ਾ ਸਾਨੂੰ ਪਤਾ ਸੀਗਾ ਕਿ ਸ਼ੁਰੂ ਤੋਂ ਡੰਡ ਕਰਦੇ ਰਹੇ ਔਰ ਅਸੀਂ ਹਮੇਸ਼ਾ ਇਹਨਾਂ ਨੂੰ ਮੋਟੀਵੇਟ ਕਰਦੇ ਰਹੇ ਔਰ ਮੋਟੀਵੇਟ ਦਾ ਮਕਸਦ ਇਹ ਨਿਕਲਿਆ ਕਿ ਅੱਜ ਇਹਨਾਂ ਇਹ ਰਿਕਾਰਡ ਕਾਇਮ ਕੀਤਾ ਵਾ। ਔਰ ਸਾਡਾ ਇਹੀ ਮਕਸਦ ਸੀ ਕਿ ਜੋ ਨੌਜਵਾਨ ਆ ਅਸੀਂ ਉਹਨਾਂ ਨੂੰ ਸੰਦੇਸ਼ ਦਈਏ ਕਿ ਨਸ਼ਾ ਨਾ ਕਰਿਓ ਮੇਰੇ ਦੋਸਤੋ, ਪਛਤਾਓਗੇ। ਅਸੀਂ ਇਹ ਨਹੀਂ ਕਹਿੰਦੇ ਕਿ ਨਸ਼ਾ ਨਹੀਂ ਕਰੋਗੇ ਤਾਂ ਮਰਨ ਤੋਂ ਬਾਅਦ ਸਵਰਗਾਂ ਨੂੰ ਜਾਓਗੇ, ਪਰ ਅਸੀਂ ਅਕਸਰ ਇੱਕ ਗੱਲ ਇਹ ਜ਼ਰੂਰ ਕਹਿੰਦੇ ਆ ਕਿ ਤੁਸੀਂ ਇੱਥੇ ਸਵਰਗ ਬਣਾਓਗੇ, ਤੁਸੀਂ ਇੱਥੇ ਸਵਰਗ ਬਣਾਓਗੇ। ਸੋ ਇਸ ਮਕਸਦ ਨੂੰ ਲੈ ਕੇ ਅਸੀਂ ਚੱਲੇ ਸੀ ਔਰ ਅੱਜ ਮਾਲਕ ਨੇ ਕਿਰਪਾ ਕੀਤੀ। ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਤੁਸੀਂ ਵੀ ਕੋਈ ਵਰਜਿਸ਼ ਕਰਦੇ, ਕੋਈ ਕਸਰਤ ਕਰਦੇ? ਨਹੀਂ ਸਰ, ਮੈਂ ਨਹੀਂ ਵਰਜਿਸ਼ ਕਰਦਾ। ਵੈਸੇ ਮੈਂ ਥੀਏਟਰ ਆਰਟਿਸਟ ਆ। ਅਸੀਂ ਸਮਾਜ ਦੇ ਵਿੱਚ ਜਿੱਦਾਂ ਨਸ਼ਿਆਂ ਤੇ ਭਰੂਣ ਹੱਤਿਆ ਤੇ ਇਹ ਚੀਜ਼ ਤੇ ਆਮ ਕਰਕੇ ਨਾਟਕ ਕਰਦੇ ਰਹਿੰਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ, ਧੰਨਵਾਦ ਜੀ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਵਿੱਕੀ ਦਿਓਲ ਜੀ ਦਾ ਪਹਿਲਾਂ ਸ਼ੁਰੂ ਤੋਂ ਇਹਨਾਂ ਦੇ ਨਾਲ ਪ੍ਰੈਕਟਿਸ ਕਰਦਾ ਰਿਹਾ। ਮੇਰੇ ਬਹੁਤ ਆਦਰਨੀਏ ਵਿੱਕੀ ਦਿਓਲ ਜੀ, ਹਰਪ੍ਰੀਤ ਸਿੰਘ ਵਿੱਕੀ ਦਿਓਲ ਜੀ ਮੇਰੇ ਉਸਤਾਦ ਜੀ ਨੇ। ਮੈਂ ਇਹਨਾਂ ਤੋਂ ਕਾਫੀ ਫਿਜ਼ੀਕਲ ਫਿਟਨੈਸ ਦੀਆਂ ਐਕਸਰਸਾਈਜ਼ਾਂ ਸਿੱਖੀਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਜਿਵੇਂ ਪ੍ਰੈਕਟਿਸ ਕਰਦੇ ਗਏ ਔਰ ਇਹਨਾਂ ਦਾ ਬਹੁਤ ਵੱਡਾ ਇੱਕ ਸਮਾਜ ਨੂੰ ਸੇਧ ਦੇਣ ਵਾਲਾ ਇੱਕ ਸੁਪਨਾ ਸੀ। ਸੋ ਇਹਨਾਂ ਨੇ ਅੱਜ ਬਹੁਤ ਕਠਿਨ ਮਿਹਨਤ ਕਰਕੇ ਸੋ ਇਸ ਮੁਕਾਮ ਤੱਕ ਪਹੁੰਚੇ ਆ। ਸੋ ਇਹਨਾਂ ਦਾ ਮਕਸਦ ਤਾਂ ਸਿਰਫ ਇਹੀ ਸੀਗਾ ਕਿ ਸਾਡੀ ਜ਼ਿੰਦਗੀ, ਸਾਨੂੰ ਵੀ ਇਹੀ ਚੀਜ਼ ਸਿਖਾਉਂਦੇ ਸੀਗੇ ਕਿ ਸਾਡੀ ਜ਼ਿੰਦਗੀ ਕੁਝ ਇਦਾਂ ਦੀ ਹੋਵੇ ਕਿ ਦੂਸਰਿਆਂ ਦੇ ਲਈ ਪ੍ਰੇਰਨਾਦਾਇਕ ਹੋਵੇ।
ਅਸੀਂ ਸਮਾਜ ਨੂੰ ਕੁਝ ਚੰਗਾ ਦੇ ਸਕੀਏ ਤੇ ਅੱਜ ਦੇ ਜੋ ਨੌਜਵਾਨ ਨੇ ਉਹਨਾਂ ਨੂੰ ਇਹੀ ਸੇਧ ਦੇ ਸਕੀਏ ਕਿ ਨਸ਼ੇ ਤੋਂ ਹਟ ਕੇ ਤੁਸੀਂ ਆਪਣੀ ਫਿਜ਼ੀਕਲ ਫਿਟਨੈਸ ਦੀਆਂ ਐਕਸਰਸਾਈਜ਼ਾਂ ਕਰੋ ਔਰ ਸਮਾਜ ਦੇ ਲਈ ਕੁਝ ਚੰਗਾ ਕਰੋ, ਦੇਸ਼ ਦੇ ਲਈ ਕੁਝ ਚੰਗਾ ਕਰੋ। ਬਸ ਇਹੀ ਇਹਨਾਂ ਦੀ ਪ੍ਰੇਰਨਾ ਹੁੰਦੀ ਸੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਆਪਣੇ ਗੱਲਬਾਤ ਕਰ ਰਹੇ ਸੀ ਹਰਪ੍ਰੀਤ ਸਿੰਘ ਦੇ ਦੋਸਤ, ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੋ ਇਸ ਪਿੰਡ ਦੇ ਮੈਂਬਰ ਪੰਚਾਇਤ ਹਨ। ਸਭ ਤੋਂ ਪਹਿਲਾਂ ਉਹਨਾਂ ਦਾ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਤੁਹਾਡੇ ਪਿੰਡ ਦਾ ਜਿਹੜਾ ਹਰਪ੍ਰੀਤ ਵਿੱਕੀ ਦਿਓਲ ਜਿਹੜਾ ਵਾ, ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਵਿੱਕੀ ਦਿਓਲ ਜੀ ਬਹੁਤ ਚਿਰ ਪਹਿਲਾਂ ਦਾ ਇੱਥੇ ਜੋ ਬੱਚਿਆਂ ਨੂੰ ਇੱਥੇ ਆਪਣੀ ਗਰਾਊਂਡ ਦੇ ਵਿੱਚ ਵੀ ਕਰਾਟੇ ਐਰਾ ਵਗੈਰਾ ਜੋ ਸਾਰੇ ਖਿਡਾਉਂਦਾ ਰਿਹਾ, ਇੱਥੇ ਕਰਦਾ ਰਿਹਾ। ਹੁਣ ਆਪਦੇ ਦਾ ਇੱਥੇ ਜਿੰਨੇ ਵੀ ਮੁੰਡੇ ਇਹਨਾਂ ਨੇ ਦੋਏ ਕੀਤੇ ਆ ਬਹੁਤ ਵਧੀਆ ਕੀਤੇ, ਨਸ਼ਿਆਂ ਤੋਂ ਬਚਾਇਆ ਉਹਨਾਂ ਨੂੰ। ਉਹਦੇ ਕਰਕੇ ਹੁਣ ਇਹਨਾਂ ਨੇ ਬਹੁਤ ਵੱਡੀ ਮੱਲ ਮਾਰੀ ਆ। ਇਹਦਾ ਸੁਭਾਅ ਕਿਦਾਂ ਦਾ ਜੀ? ਸੁਭਾਅ ਇਹਦਾ ਬਹੁਤ ਵਧੀਆ ਜੀ। ਇੱਥੇ ਜੋ ਵੀ ਇੱਥੇ ਸਾਡੇ ਇਹਦੇ ਨਾਨਕੇ ਆ ਇਸ ਪਿੰਡ ਦੇ ਵਿੱਚ ਹੁਣ ਕਰਕੇ ਇੱਥੇ ਜੋ ਬਹੁਤ ਇੱਥੇ ਵਿਚਰਦੇ ਆ, ਉਹਦੇ ਕਰਕੇ ਇਹਨਾਂ ਦਾ ਇੱਥੇ ਹੁੱਲ ਵੀ ਬਹੁਤ ਆ। ਤੇ ਹੁਣ ਜਿਹੜੇ ਪੰਜਾਬ ਦੇ ਜਿਹੜੇ ਗੱਭਰੂ ਆ, ਜਵਾਨ ਆ, ਹਾਂਜੀ, ਅੱਗੇ ਬੜੇ ਗਾਣੇ ਬਣੇ ਹੁੰਦੇ ਕਿ ਗੱਭਰੂ ਦੇਸ਼ ਪੰਜਾਬ ਦਾ, ਤੇ ਹੁਣ ਵੇਖੋ ਹੈਗੇ ਗੱਭਰੂ ਵਿਚਾਰੇ ਬਹੁਤ ਆ, ਪਰ ਨਸ਼ਾ ਜਿਹੜਾ ਵਾ ਇੱਥੇ ਬਹੁਤ ਜ਼ਿਆਦਾ ਜਿਹੜਾ ਹੋ ਗਿਆ ਵਾ, ਤੇ ਲੋਕਾਂ ਦਾ ਬਹੁਤ ਜ਼ਿੰਦਗੀ ਖਰਾਬ ਹੋ ਗਈ ਆ। ਤੇ ਤੁਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਅਸੀਂ ਤਾਂ ਜਿੱਦਾਂ ਇਹ ਵਿੱਕੀ ਦਿਓਲ ਹੁਣੀ ਆਪਣੇ ਖੇਡਾਂ ਕਰਾਟੇ ਦੇ ਕਰਾਉਂਦੇ, ਇਸੇ ਤਰ੍ਹਾਂ ਸਾਰੇ ਹੋਰ ਵੀ ਜੋ ਹੈਗੇ ਆ ਇਹਨਾਂ ਨੂੰ ਇਸੇ ਤਰ੍ਹਾਂ ਕਰਾਉਂਦੇ ਰਹਿੰਦੇ, ਇਸ ਕਰਕੇ ਨਸ਼ਿਆਂ ਤੋਂ ਲੋਕ ਬਚੇ ਰਹਿਣ। ਤੇ ਨਸ਼ਾ ਇਸ ਵੇਲੇ ਬਹੁਤ ਵੱਧ ਗਿਆ, ਗੇਮਾਂ ਹੋਣਗੀਆਂ ਤੇ ਨਸ਼ੇ ਦੇ ਵਿੱਚ ਨਹੀਂ ਨੌਜਵਾਨ ਜਾਣਗੇ। ਇਹ ਵੇਖੋ ਬਹੁਤ ਵੱਡੀ ਗੱਲ ਹੈ ਕਿ ਤੰਦਰੁਸਤੀ ਨਾਲੋਂ ਕੋਈ ਵੱਡੀ ਚੀਜ਼ ਨਹੀਂ। ਆਪਾਂ ਭਾਵੇਂ ਜਿੰਨਾ ਮਰਜ਼ੀ ਕੋਈ ਅਮੀਰ ਬੰਦਾ ਹੋਵੇ, ਉਹ ਬਿਮਾਰ ਹੋ ਜਾਵੇ, ਉਹਨੂੰ ਪੁੱਛੀਏ ਕਿਹੜੀ ਚੀਜ਼ ਚੰਗੀ ਆ, ਉਹ ਤੰਦਰੁਸਤੀ ਕਹੂਗਾ। ਸਭ ਤੋਂ ਵੱਡੀ ਜਿਹੜੀ ਤੰਦਰੁਸਤੀ ਆ, ਆਪਾਂ ਪਰਮਾਤਮਾ ਦਾ ਨਾਂ ਫੇਰ ਆਪਾਂ ਲੈ ਸਕਦੇ ਹਾਂ ਜੇ ਆਪਾਂ ਪੂਰੇ ਤੰਦਰੁਸਤ ਹੋਵਾਂਗੇ। ਆਪਾਂ ਨੂੰ ਕਈ ਵਾਰ ਔਖੇ ਵੇਲੇ ਜਿਹੜਾ ਪਰਮਾਤਮਾ ਦਾ ਨਾਂ ਲੈਂਦੇ ਆ, ਪਰ ਆਪਾਂ ਨੂੰ ਹਮੇਸ਼ਾ ਪਰਮਾਤਮਾ ਦਾ ਨਾਂ ਲੈਣਾ ਚਾਹੀਦਾ ਵਾ। ਆਪਾਂ ਨੂੰ ਰੱਬ ਤੋਂ ਹਮੇਸ਼ਾ ਪਰਮਾਤਮਾ ਨੂੰ ਡਰਨਾ ਚਾਹੀਦਾ ਵਾ। ਕੋਈ ਵੀ ਜਿਹੜਾ ਆਪਾਂ ਮਾੜਾ ਕੰਮ ਕਰਦੇ ਆ, ਕੋਈ ਚੋਰੀ ਠੱਗੀ ਬੇਈਮਾਨੀ ਕਰਦੇ ਆ, ਹਮੇਸ਼ਾ ਆਪਾਂ ਨੂੰ ਡਰ ਦੇ ਵਿੱਚ ਰਹਿਣਾ ਚਾਹੀਦਾ। ਆਪਾਂ ਨੂੰ ਧੀਆਂ ਭੈਣਾਂ ਦੀ ਸਾਰਿਆਂ ਦੀ ਇੱਜ਼ਤ ਜਿਹੜੀ ਕਰਨੀ ਚਾਹੀਦੀ ਆ। ਤੇ ਆਪਾਂ ਇਹ ਸੁਨੇਹਾ ਜਿਹੜਾ ਦਿੰਦੇ ਆ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਵਾ। ਆਪਣੀ ਸਿਹਤ ਦਾ ਜਿਹੜਾ ਵਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਵਾ। ਕੋਈ ਜਿਹੜਾ ਨੌਜਵਾਨ ਹੈ, ਕੋਈ ਵੀ ਨਸ਼ਾ ਕਿਸੇ ਕਿਸਮ ਦਾ ਜਿਹੜਾ ਵਾ ਉਹ ਬਿਲਕੁਲ ਹੀ ਜਿਹੜਾ ਵਾ ਨਹੀਂ ਖਾਣਾ ਚਾਹੀਦਾ। ਜੀ ਆਪਾਂ ਵਿੱਕੀ ਦਿਓਲ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ, ਬੜੀ ਨੌਜਵਾਨਾਂ ਨੂੰ ਸੇਧ ਦਿੱਤੀ ਉਹਨਾਂ ਨੇ ਕਿ ਕਿਸ ਤਰ੍ਹਾਂ ਆਪਣਾ ਜਿਹੜਾ ਸਰੀਰ ਸਾਂਭਣਾ ਚਾਹੀਦਾ ਵਾ ਤੇ ਨਸ਼ਾ ਦੂਰ ਰਹਿਣਾ ਚਾਹੀਦਾ। ਆਪਾਂ ਬਹੁਤ ਵਧੀਆ ਇਹਨਾਂ ਨਾਲ ਗੱਲਬਾਤਾਂ ਕੀਤੀਆਂ। ਤੇ ਹੁਣ ਆਪਾਂ ਜਿੱਦਾਂ ਇਹ ਆਪਣਾ ਘਰ ਦਾ ਕੰਮ ਵੀ ਕਰਦੇ ਆ, ਟਰੈਕਟਰ ਚਲਾਉਂਦੇ ਆ, ਖੇਤੀ ਕਰਦੇ ਆ, ਕਈ ਦੇ ਨਾਲ ਆਪਣੇ ਆਡਾ ਖਾਲਦੇ ਆ। ਤੇ ਹੁਣ ਅਸੀਂ ਗੱਲਬਾਤ ਕਰਦੇ ਆ ਹਰਪ੍ਰੀਤ ਸਿੰਘ ਦੇ ਪੁੱਤਰ ਦੇ ਨਾਲ, ਬੇਟੇ ਨਾਲ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਆਪਾਂ ਦੋਨਾਂ ਨੂੰ ਪਿਓ ਨੂੰ ਤੇ ਪੁੱਤ ਨੂੰ ਦੇਖ ਰਹੇ ਆ ਕਿ ਦੋਨੇ ਇਹ ਭਰਾ ਲੱਗ ਰਹੇ ਆ। ਅਸੀਂ ਜਦੋਂ ਦੇਖਿਆ ਕਿ ਅਸੀਂ ਸ਼ਾਇਦ ਭਰਾ ਹੋਣਗੇ। ਤੇ ਇਹ ਨੌਜਵਾਨਾਂ ਨੇ ਵਧੀਆ ਸਰੀਰ ਸਾਂਭਿਆ ਹੋਇਆ ਵਾ, ਤੇ ਇਹਨਾਂ ਨੇ ਵੀ ਕਾਫੀ ਸਰੀਰ ਜਿਹੜਾ ਵਧੀਆ ਸਾਂਭਿਆ ਹੋਇਆ, ਬਹੁਤ ਖੁਸ਼ੀ ਵਾਲੀ ਗੱਲ ਆ। ਤੇ ਨੌਜਵਾਨ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਗੁਰਕਮਲ ਸਿੰਘ ਦਿਓਲ। ਕਿਹੜੀ ਕਲਾਸ 'ਚ ਪੜ੍ਹਦਾ? ਮੈਂ 10th ਕਲਾਸ 'ਚ। ਅੱਛਾ, ਤੂੰ ਵੀ ਜਿਹਦਾ ਕੋਈ ਵਰਜਿਸ਼ ਕਰਦਾ, ਕਸਰਤ ਕਰਦਾ? ਹਾਂਜੀ ਹਾਂਜੀ, ਮੈਂ ਪਾਪਾ ਨਾਲ ਵਰਜਿਸ਼ ਕਰਦਾ ਹੁੰਦਾ। ਕਾਹਦੀ ਵਰਜਿਸ਼ ਕਰਦੇ? ਪਾਪਾ ਮੈਨੂੰ ਕਰਾਟੇ ਸਿਖਾਉਂਦੇ ਹੁੰਦੇ। ਅੱਛਾ, ਹਾਂਜੀ। ਤੇ ਡੰਡ ਬੈਠਕਾਂ ਵੀ ਕਰਦੇ ਕਿ ਨਹੀਂ? ਹਾਂਜੀ ਹਾਂਜੀ, ਮੈਨੂੰ ਨਾਲ ਨਾਲ ਸਾਰਾ ਕੁਝ ਕਰਾਉਂਦੇ ਨੇ। ਇਹ ਪੰਜੇ ਨਾਲ ਕਰਦੇ ਆ ਕਿ? ਹਾਂਜੀ, ਹਜੇ ਤੱਕ ਤਾਂ ਪੰਜੇ ਨਾਲ ਹੀ, ਅੰਗੂਠੇ ਨਾਲ ਵੀ ਸ਼ੁਰੂ ਕਰਾਉਣਗੇ। ਉਦਾਂ ਕਦੇ ਟਰਾਈ ਮਾਰੀ ਅੰਗੂਠੇ ਨਾਲ ਕਦੇ? ਅੰਗੂਠੇ ਦੇ ਖੜ ਲਈਦਾ, ਪਰ ਪੁਸ਼ ਅਪ ਨਹੀਂ ਹੁੰਦੇ ਕੁਝ ਅੰਗੂਠੇ ਦੇ। ਠੀਕ ਹੈ। ਹਾਂਜੀ। ਤੇ ਜਿਹੜੇ ਨੌਜਵਾਨ ਆ, ਜਿਹੜੇ ਤੇਰੀ ਹਾਣ ਦੇ ਆ ਜਾਂ ਛੋਟੇ ਜਾਂ ਵੱਡੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਕਿ ਉਹ ਵੀ ਵਰਜਿਸ਼ ਕਰਨ? ਮੈਂ ਤਾਂ ਉਹਨਾਂ ਨੂੰ ਕਹਿਣਾ, ਬਾਕੀ ਕਈ ਹੈਗੇ ਮੇਰੇ ਨਾਲ ਦੇ ਜਿਹੜੇ ਕਰਦੇ ਐਕਸਰਸਾਈਜ਼, ਬਟ ਕਈ ਨਹੀਂ ਹੈਗੇ ਜਿਹੜੇ ਹੁਣ ਫੋਨਾਂ 'ਚ ਹੀ ਵੜੇ ਰਹਿੰਦੇ ਆ, ਉਹ ਨਹੀਂ ਐਕਸਰਸਾਈਜ਼ ਕਰਦੇ। ਇਦਾਂ ਦੇ ਵੀ ਵਿੱਚ ਹੈ। ਜਿਹੜੇ ਬੱਚੇ ਆ ਤੇਰੇ ਹਾਣ ਦੇ, ਉਹ ਟੈਲੀਫੋਨ ਨਾਲ ਲੱਗੇ ਰਹਿੰਦੇ ਆ? ਹਾਂਜੀ ਹਾਂਜੀ, ਕਈ ਹੈਗੇ। ਟੈਲੀਫੋਨ ਜਿਹੜਾ ਵਾ ਆਪਣੇ ਵਾਸਤੇ ਵਧੀਆ ਚੀਜ਼ ਬਹੁਤ ਆ, ਪਰ ਜਿਹੜੇ ਇੰਟਰਨੈਟ ਬੱਚੇ ਵਰਤਦੇ ਆ ਉਹ ਸਿਹਤ ਵਾਸਤੇ ਬਹੁਤ ਮਾੜੇ ਵੀ ਹੈਗੇ ਆ। ਕਿਉਂਕਿ ਕਈ ਵਿੱਚ ਗੱਲਾਂ ਮਾੜੀਆਂ ਹੁੰਦੀਆਂ, ਕਿ ਚੰਗੀਆਂ ਹੁੰਦੀਆਂ। ਆਪਾਂ ਨੂੰ ਚੰਗੀਆਂ ਗੱਲਾਂ ਜਿਹੜੀਆਂ ਹਮੇਸ਼ਾ ਜਿਹੜੀ ਆ ਉਹ ਸੇਧ ਲੈਣੀ ਚਾਹੀਦੀ ਆ। ਤੇ ਜਿੱਦਾਂ ਤੇਰੇ ਨਾਲ ਨੌਜਵਾਨ ਪੜ੍ਹਦੇ ਬੱਚੇ ਪੜ੍ਹਦੇ ਆ, ਉਹ ਨਸ਼ਾ ਵੀ ਕਰਦੇ ਹੋਣਗੇ ਤੁਹਾਡੇ ਸਕੂਲ ਦੇ? ਨਹੀਂ, ਸਕੂਲ ਦੇ ਤਾਂ ਨਹੀਂ ਨਸ਼ਾ ਕਰਦੇ, ਇਦਾਂ ਦੇ ਨਹੀਂ ਹੈਗਾ ਕੋਈ। ਹਾਂਜੀ, ਮਤਲਬ ਵਧੀਆ ਵਾ, ਬਹੁਤ ਵਧੀਆ ਗੱਲ ਆ। ਨਸ਼ਾ ਕਰਨਾ ਸਿਹਤ ਵਾਸਤੇ ਬਹੁਤ ਮਾੜਾ। ਤੇ ਆਪਾਂ ਨੂੰ ਜਿਹੜੀ ਸਿਹਤ ਜਿਹੜੀ ਆ ਹਮੇਸ਼ਾ ਲੈਣੀ ਚਾਹੀਦੀ। ਚੰਗੇ ਕੰਮ ਦੀ ਜਿਹੜੀ ਆ ਉਹ ਰੀਸ ਕਰਨੀ ਚਾਹੀਦੀ ਆ, ਮਾੜੇ ਕੰਮ ਦੀ ਕਦੇ ਰੀਸ ਨਹੀਂ ਕਰਨੀ ਚਾਹੀਦੀ। ਕਈ ਨੌਜਵਾਨ ਜਿਹੜੇ ਆ ਉਹ ਜਦੋਂ ਕੋਈ ਦੇਖਦਾ ਵਾ, ਜਿੱਦਾਂ ਕੋਈ ਡੀਜੇ ਲਾਉਂਦੇ ਆ, ਭੰਗੜੇ ਪਾਉਂਦੇ ਆ, ਤੇ ਸ਼ਰਾਬ ਪੀ ਕੇ ਭੰਗੜੇ ਪਾਉਂਦੇ ਆ।
ਹਮੇਸ਼ਾ ਜਿਹੜਾ ਭੰਗੜਾ ਪਾਉਣਾ ਆਪਾਂ ਖੁਸ਼ੀ ਮਨਾਉਣ ਜਿਹੜੀ ਚਾਹੀਦੀ ਹੈ, ਜਿਹੜੀ ਸੋਫੀ ਪਾਉਣੀ ਚਾਹੀਦੀ ਆ। ਕਈ ਨੌਜਵਾਨ ਵੇਖਦੇ ਆ ਕਿ ਉਹ ਭੰਗੜਾ ਪਾਉਂਦਾ, ਸ਼ਰਾਬ ਪੀ ਕੇ ਭੰਗੜਾ ਪਾਉਂਦਾ, ਅਸੀਂ ਵੀ ਸ਼ਰਾਬ ਪੀ ਕੇ ਭੰਗੜਾ ਪਾਈਏ। ਇਹੋ ਜਿਹੇ ਸਾਨੂੰ ਕਦੇ ਵੀ ਮਾੜੇ ਕੰਮਾਂ 'ਚ ਰੀਸ ਕਦੀ ਕਿਸੇ ਦੀ ਨਹੀਂ ਕਰਨੀ ਚਾਹੀਦੀ, ਕਿਉਂ ਵੀ ਇਦਾਂ ਹੈਗਾ। ਹਾਂਜੀ ਬਿਲਕੁਲ ਨਹੀਂ ਕਿਸੇ। ਤੇਰਾ ਡੈਡੀ ਜਿਹੜਾ ਵਾ ਉਹ ਵਧੀਆ ਕਸਰਤ ਕਰਦਾ, ਵੱਖਰੀ ਅਨੋਖੀ ਚੀਜ਼, ਵੱਖਰੀ ਚੀਜ਼ ਆ। ਤੈਨੂੰ ਇਹ ਡੈਡੀ ਆਪਣੇ ਦੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਮੈਨੂੰ ਆਪਣੇ ਪਾਪਾ ਦੇ ਪ੍ਰਾਊਡ ਆ, ਮੇਰੇ ਲਈ ਉਹ ਸ਼ੁਰੂ ਤੋਂ ਹੀ ਮੇਰੇ ਰੋਲ ਮਾਡਲ ਰਹੇ ਆ। ਤੇ ਬਾਕੀ ਮੇਰੇ ਜਿਹੜੇ ਫਰੈਂਡਸ ਆ ਉਹਨਾਂ ਨੂੰ ਵੀ ਇਹਨਾਂ ਤੇ ਮਾਣ ਆ, ਉਹ ਸਿੱਖਣਾ ਚਾਹੁੰਦੇ ਪਾਪਾ ਕੋਲੋਂ। ਤੇ ਜਿੱਦਾਂ ਕੋਈ ਡੈਡੀ ਤੇਰੇ ਨਾਲ ਕੋਈ ਗੱਲਬਾਤ ਹੋਈ ਕਦੀ, ਕੋਈ ਅਕੈਡਮੀ ਖੋਲ੍ਹਣ ਬਾਰੇ ਕੋਈ? ਹਾਂਜੀ ਪਾਪਾ ਕਹਿੰਦੇ ਹੁੰਦੇ ਆ, ਦੇਖਦੇ ਆ, ਹਜੇ ਨਹੀਂ ਕੋਈ ਪ੍ਰੋਗਰਾਮ ਹੈਗਾ, ਅੱਗੇ ਜਾ ਕੇ ਕਹਿੰਦੇ ਖੋਲਾਂਗੇ ਅਕੈਡਮੀ ਵੀ ਕਰਾਟਿਆਂ ਦੀ। ਹਾਂਜੀ ਆਪਾਂ ਨੂੰ ਚੰਗਾ ਕੋਈ ਵੀ ਅਕੈਡਮੀ ਜਿਹੜੀ ਆ, ਜੇ ਕੋਈ ਸਿੱਖਦਾ ਵਾ, ਚੰਗੀ ਗੱਲ ਆਪਾਂ ਸਿਖਾਉਂਦੇ ਆ, ਤੇ ਜ਼ਰੂਰ ਆਪਾਂ ਨੂੰ ਜਿਹੜੀ ਆ ਖੋਲ੍ਹਣੀ ਚਾਹੀਦੀ ਆ। ਬਿਲਕੁਲ ਖੋਲ੍ਹਣੀ ਚਾਹੀਦੀ ਹੈ ਜੀ, ਬਿਲਕੁਲ ਖੋਲ੍ਹਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਸਮਾਜ ਨੂੰ ਬਹੁਤ ਵੱਡੀ ਸੇਧ ਆ। ਦੇਖੋ ਜੇ ਮੈਨੂੰ ਮੇਰੇ ਮਾਮਾ ਜੀ ਗਾਈਡ ਨਾ ਕਰਦੇ, ਮੈਨੂੰ ਇਦਾਂ ਦਾ ਮਾਹੌਲ ਨਾ ਮਿਲਦਾ ਜਿੱਥੇ ਮੇਰੀ ਐਕਸਰਸਾਈਜ਼ 'ਚ ਮੇਰਾ ਮਨ, ਤਾਂ ਮੈਂ ਕਿੱਦਾਂ ਕਾਮਯਾਬ ਹੋ ਸਕਦਾ ਸੀ। ਇਹ ਮਾਹੌਲ ਬਹੁਤ ਜ਼ਰੂਰੀ ਆ ਬੱਚਿਆਂ ਨੂੰ, ਇਹ ਉਹਦੇ ਲਈ ਜਾਗਰੂਕ ਕਰਨਾ ਸਪੋਰਟਸ ਲਈ, ਔਰ ਮਾਹੌਲ ਬਣਾਉਣਾ ਇਹ ਪੇਰੈਂਟ ਦਾ ਕੰਮ ਆ, ਔਰ ਟੀਚਰਸ ਦਾ ਕੰਮ ਆ ਜਿਹੜੇ ਜਿੱਥੇ ਹੈਗੇ ਆ। ਔਰ ਜੇ ਸਾਨੂੰ ਲੱਗਦਾ ਕਿ ਸਮਾਜ ਦੇ ਵਿੱਚ ਕੋਈ ਇਦਾਂ ਦੀ ਅਕੈਡਮੀ ਹੈ ਕਿ ਜਿਹੜੇ ਬੱਚਿਆਂ ਨੂੰ ਬਹੁਤ ਵਧੀਆ ਮਤਲਬ ਟ੍ਰੇਨਿੰਗ ਦਿੰਦੀ ਆ, ਤੇ ਸਾਨੂੰ ਉੱਥੇ ਜ਼ਰੂਰ ਮਤਲਬ ਕਰਨਾ ਚਾਹੀਦਾ। ਜੇ ਸਾਡੇ 'ਚ ਕੋਈ ਗਾਉਣਾ ਤੇ ਉਹ ਵੀ ਜ਼ਰੂਰ ਅਕੈਡਮੀ ਖੋਲ੍ਹ ਕੇ ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ। ਇਹ ਜ਼ਰੂਰੀ ਹੋਣੀ ਚਾਹੀਦੀ ਹੈ ਜੀ, ਇਹ ਸਿੱਖਿਆ ਜ਼ਰੂਰੀ ਹੈ। ਦੇਖੋ ਅਸੀਂ ਬਹੁਤ ਖੁਸ਼ ਹਾਂ ਕਿ ਇਹਦਾ ਜਿਹੜਾ ਦੋਸਤ ਆ ਹਾਲੈਂਡ 'ਚੋਂ, ਸਾਨੂੰ ਉਹਨੇ ਬਹੁਤ ਵਾਰੀ ਟੈਲੀਫੋਨ ਕੀਤਾ ਕਿ ਸਾਨੂੰ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਦੇ ਨਾਲ ਮਿਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਗੁਰਪ੍ਰੀਤ ਸਿੰਘ ਧਾਲੀਵਾਲ ਜੀ ਦਾ, ਜਿਨ੍ਹਾਂ ਨੇ ਮਤਲਬ ਇੰਨੇ ਵਧੀਆ ਮਤਲਬ ਜਿਹੜੇ ਹੈਗੇ ਆ ਸਾਨੂੰ ਮੌਕਾ ਮਿਲਿਆ। ਔਰ ਮਤਲਬ ਉਹ ਮੇਰੇ ਬਹੁਤ ਵਧੀਆ ਦੋਸਤ ਨੇ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਆ ਉਹਨਾਂ ਤੇ। ਹਾਂਜੀ ਤੇ ਕਦੀ ਉਹਨਾਂ ਦੀ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਉਸ ਸਿੱਖ ਚੈਨਲ ਦੇ ਬਾਰੇ? ਸਿੱਖ ਚੈਨਲ ਦਾ ਇੱਕ ਵਰਲਡ ਦਾ ਪਹਿਲਾ ਚੈਨਲ ਆ ਕਿ ਜਿਹੜਾ ਦੁਨੀਆ ਵਿੱਚ ਕੋਈ ਚੰਗਾ ਕੰਮ ਕਰਦਾ, ਕੋਈ ਧਾਰਮਿਕ ਕੰਮ ਕਰਦਾ, ਕੋਈ ਵਰਜਿਸ਼ ਕਰਦਾ, ਉਹਦੇ ਉੱਪਰ ਜਿਹੜਾ ਦਿਖਾਉਂਦਾ। ਤੁਹਾਡੀ ਕਦੀ ਉਹਨਾਂ ਨਾਲ ਗੱਲਬਾਤ ਹੋਈ ਸਿੱਖ ਚੈਨਲ ਦੇ ਬਾਰੇ? ਹਾਂਜੀ, ਇਹ ਜੋ ਸਿੱਖ ਚੈਨਲ ਬਾਰੇ ਦੱਸਿਆ ਮੈਨੂੰ ਗੁਰਪ੍ਰੀਤ ਸਿੰਘ ਧਾਲੀਵਾਲ ਸਾਹਿਬ ਨੇ ਦੱਸਿਆ, ਤੇ ਉਹ ਕਹਿੰਦੇ ਸੀਗੇ ਵੀ ਬਹੁਤ ਵਧੀਆ ਉਹਨਾਂ ਦੀ ਮਤਲਬ ਯੂਕੇ ਦੇ ਵਿੱਚ ਚੰਗਾ ਉਹਨਾਂ ਦਾ ਨਾਮ ਆ, ਔਰ ਉਹ ਜਿਹੜੇ ਸਪੋਰਟਸਮੈਨ ਨੇ ਜਾਂ ਕੋਈ ਚੰਗਾ ਕੰਮ ਕਰਦਾ ਸਮਾਜ ਦੇ ਵਿੱਚ, ਉਹਦੀ ਚੰਗੀ ਉਹ ਮਤਲਬ ਕਿ ਉਹਦੀ ਜਿਹੜੀ ਹੈਗੀ ਉਤਸ਼ਾਹਤ ਕਰਦੇ ਆ ਉਹਨੂੰ, ਮਤਲਬ ਉਹਦਾ ਜਿਹੜਾ ਹੈਗਾ ਗਾਂਹ ਮਤਲਬ ਉਹਦੇ ਲਈ ਠੀਕ ਹੁੰਦਾ। ਤੇ ਮੈਨੂੰ ਵੀ ਇਹ ਕਿਹਾ ਸੀਗਾ ਕਿ ਸਿੱਖ ਚੈਨਲ ਵਾਲੇ ਤੁਹਾਡੇ ਨਾਲ ਗੱਲਬਾਤ ਕਰਨਗੇ, ਔਰ ਜੋ ਤੁਸੀਂ ਇਹ ਚੀਜ਼ ਕੀਤੀ ਆ, ਜੋ ਸੰਸਾਰ ਨੂੰ ਮਤਲਬ ਸੰਸਾਰ 'ਚ ਇੰਨਾ ਵਧੀਆ ਕੰਮ ਕੀਤਾ ਹੈਗਾ, ਇਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਤੇ ਤਾਂ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਗੁਰਪ੍ਰੀਤ ਸਿੰਘ ਦਾ ਵੀ ਬਹੁਤ ਧੰਨਵਾਦੀ ਹਾਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਚੈਨਲ ਦੇ ਬਾਰੇ ਦੱਸਣਾ ਚਾਹੁੰਦਾ ਕਿ ਸਿੱਖ ਚੈਨਲ ਇੱਕ ਪਹਿਲਾ ਚੈਨਲ ਜਿਹੜਾ ਕਿਸਾਨ ਵੀਰਾਂ ਦੀ ਜਿਹੜੀ ਮਦਦ ਕਰਦਾ, ਸ਼ਹੀਦ ਪਰਿਵਾਰਾਂ ਦੀ ਮਦਦ ਕਰਦਾ, ਕੋਈ ਬਿਮਾਰਾਂ ਦੀ ਮਦਦ ਕਰਦਾ। ਅਸੀਂ ਬਹੁਤ ਜਿਹੜੇ ਆ ਚੈਨਲ ਦੇਖਦੇ ਆ, ਉਹਦੇ ਉੱਪਰ ਸਿਰਫ ਜਿਹੜੀ ਆ ਕੋਈ ਗੱਲਬਾਤ ਹੁੰਦੀ ਆ, ਉਹ ਦਿਖਾਉਂਦੇ ਆ ਕਿ ਫਲਾਣੇ ਥਾਂ ਜਿਹੜਾ ਵਾ ਕਿਸਾਨ ਨੇ ਖੁਦਕੁਸ਼ੀ ਕੀਤੀ ਆ, ਪਰ ਇਹੋ ਜਿਹਾ ਕੋਈ ਚੈਨਲ ਹੈ ਨਹੀਂ ਜਿਹਨੇ ਕੋਈ ਕਿਸੇ ਕਿਸਾਨ ਦੀ ਜਿਹੜੀ ਮਦਦ ਕੀਤੀ ਹੋਵੇ। ਜਿਹੜਾ ਸਾਡਾ ਸਿੱਖ ਚੈਨਲ ਆ, ਉਹਨੇ ਬਹੁਤ ਜ਼ਿਆਦਾ ਜਿਹੜੇ ਆ ਇਹ ਕਿਸਾਨ ਵੀਰਾਂ ਦੀ ਕਰੋੜਾਂ ਰੁਪਈਆ ਜਿਹੜਾ ਵਾ ਵੰਡਿਆ ਵਾ, ਤੇ ਉਹਨਾਂ ਦੀ ਜਿਹੜੀ ਹੈਲਪ ਕੀਤੀ ਆ ਕਿ ਉਹਨਾਂ ਦੇ ਬੱਚੇ ਪੜ੍ਹਾਏ ਆ ਜਾਂ ਕਈਆਂ ਦੇ ਮਕਾਨ ਬਣਾ ਦਿੱਤੇ ਆ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਿੱਖ ਚੈਨਲ ਜਿਹੜਾ ਵਾ ਉਹਦੀ ਤੁਸੀਂ ਸਪੋਰਟ ਕਰੋ, ਮਦਦ ਕਰੋ। ਅਸੀਂ ਇੱਦਾਂ ਹੀ ਸਪੋਰਟ ਜਿਹੜੀ ਆ ਇਹ ਗਰੀਬ ਲੋਕਾਂ ਦੀ, ਕਿਸਾਨਾਂ ਦੀ, ਸ਼ਹੀਦ ਪਰਿਵਾਰਾਂ ਦੀ ਇੱਦਾਂ ਹੀ ਮਦਦ ਜਿਹੜੇ ਉਹ ਕਰਦੇ ਰਹਾਂਗੇ। ਤੇ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।